ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੀ ਹਾਂ ਮੈਂ ਆਪਣੇ ਚੈਨਲ ਮੈਥ ਵਿਦ ਸੁਮਨਪ੍ਰੀਤ ਕੌਰ ਤੇ ਮੈਂ ਆ ਸੁਮਨਪ੍ਰੀਤ ਕੌਰ। ਜਿਵੇਂ ਕਿ ਤੁਹਾਨੂੰ ਪਤਾ ਹੈ ਹਰੇਕ ਮੰਡੇ ਅਸੀਂ ਪੰਜਾਬ ਪੁਲਿਸ ਕਾਂਸਟੇਬਲ ਦਾ ਮੌਕ ਟੈਸਟ ਲੈਂਦੇ ਆ ਜਿਹੜਾ ਕਿ ਸਾਰੇ ਹੀ ਸਬਜੈਕਟਾਂ ਦੇ ਵਿੱਚੋਂ ਤੁਹਾਡੇ ਸਿਲੇਬਸ ਦੇ ਅਕੋਰਡਿੰਗ ਤਿਆਰ ਕੀਤਾ ਜਾਂਦਾ ਤੇ ਇਸ ਮੌਕ ਟੈਸਟ ਦੇ ਵਿੱਚ ਉਹੀ MCQ ਲਏ ਜਾਂਦੇ ਆ ਜਿਹੜੇ ਅਲੱਗ-ਅਲੱਗ ਕੰਪੀਟੀਟਿਵ ਐਗਜ਼ਾਮ ਦੇ ਵਿੱਚ ਰਿਪੀਟ ਹੋ ਚੁੱਕੇ ਹੁੰਦੇ ਨੇ ਤੇ ਮੋਸਟਲੀ ਪੰਜਾਬ ਪੁਲਿਸ ਕਾਂਸਟੇਬਲ ਦੇ ਵਿੱਚ ਹੀ ਆ ਚੁੱਕੇ ਹੁੰਦੇ ਨੇ, ਪਿਛਲੇ ਸਾਲਾਂ ਦੇ ਪੇਪਰਾਂ ਦੇ ਵਿੱਚੋਂ ਲਏ ਜਾਂਦੇ ਆ। ਠੀਕ ਹੈ, ਤਾਂ ਇਹ ਜੋ ਮੌਕ ਟੈਸਟ ਆ ਤੁਹਾਡੇ ਲਈ ਬਹੁਤ ਜ਼ਿਆਦਾ ਇੰਪੋਰਟੈਂਟ ਹੋਣ ਵਾਲਾ। ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾ ਕਿ ਪੰਜਾਬ ਸਰਕਾਰ ਨੇ ਪੰਜਾਬੀ ਐਲੀਜੀਬਿਲਿਟੀ ਟੈਸਟ ਹਰੇਕ ਗਵਰਨਮੈਂਟ ਐਗਜ਼ਾਮ ਦੇ ਲਈ ਜ਼ਰੂਰੀ ਕਰ ਦਿੱਤਾ ਤੇ ਪੰਜਾਬੀ ਐਲੀਜੀਬਿਲਿਟੀ ਟੈਸਟ ਤੁਹਾਡਾ 50 ਨੰਬਰ ਦਾ ਟੈਸਟ ਹੋਣਾ ਹੈ। ਜੇਕਰ ਤੁਸੀਂ ਇਸ ਦੇ ਵਿੱਚੋਂ 25 ਨੰਬਰ ਲੈਣੇ ਹੋ 1 ਘੰਟੇ ਦੇ ਵਿੱਚ ਹੋਵੇਗਾ। ਪਹਿਲਾਂ ਕਾਂਸਟੇਬਲ ਦਾ ਤੁਹਾਡਾ ਐਗਜ਼ਾਮ ਹੋਣਾ, ਉਸ ਤੋਂ ਬਾਅਦ 1 ਘੰਟੇ ਦਾ ਨਾਲ ਹੀ ਉਸੇ ਦਿਨ ਠੀਕ ਹੈ 1 ਘੰਟੇ ਦਾ ਪੰਜਾਬੀ ਐਲੀਜੀਬਿਲਿਟੀ ਟੈਸਟ ਹੋਣਾ ਤੇ ਇਸ ਟੈਸਟ ਦੇ ਵਿੱਚੋਂ ਜੇਕਰ ਤੁਸੀਂ 25 ਨੰਬਰ ਲੈਣੇ ਹੋ ਫਿਰ ਹੀ ਤੁਹਾਡਾ ਮੇਨ ਪੇਪਰ ਚੈੱਕ ਕੀਤਾ ਜਾਵੇਗਾ। ਤੇ ਜੇਕਰ ਤੁਸੀਂ ਇਸ ਟੈਸਟ ਨੂੰ ਕੁਆਲੀਫਾਈ ਨਹੀਂ ਕਰਦੇ 25 ਨੰਬਰ ਤੋਂ ਘੱਟ ਨੰਬਰ ਆਉਂਦੇ ਆ ਤਾਂ ਤੁਹਾਡਾ ਪੇਪਰ ਚੈੱਕ ਵੀ ਨਹੀਂ ਹੋਵੇਗਾ ਮੇਨ। ਠੀਕ ਹੈ, ਇਸ ਕਰਕੇ ਪੰਜਾਬੀ ਐਲੀਜੀਬਿਲਿਟੀ ਟੈਸਟ ਤੁਹਾਡੇ ਲਈ ਮੇਨ ਪੇਪਰ ਤੋਂ ਵੀ ਜ਼ਰੂਰੀ ਆ ਜਿਸ ਨੂੰ ਤੁਸੀਂ ਧਿਆਨ ਦੇ ਨਾਲ ਅਟੈਂਪਟ ਕਰਨਾ ਹੈ। ਤੇ ਇੱਕ ਵਾਰ ਵੈਸੇ ਤਾਂ ਪੰਜਾਬੀ ਨੂੰ ਅਸੀਂ ਬਹੁਤ ਈਜ਼ੀ ਮੰਨ ਕੇ ਚੱਲਦੇ ਆ, ਜਿਨ੍ਹਾਂ ਨੂੰ ਮਤਲਬ ਕਿ ਆਪਾਂ ਨੂੰ ਮੋਸਟਲੀ ਜ਼ਿਆਦਾ ਪੰਜਾਬੀ ਆਉਂਦੀ ਹੁੰਦੀ ਆ, ਆਪਾਂ ਬਹੁਤ ਈਜ਼ੀ ਮੰਨ ਕੇ ਚੱਲਦੇ ਤੇ ਇਸ ਕਰਕੇ ਸਟੂਡੈਂਟ ਇਹ ਵੀ ਸੋਚ ਲੈਂਦੇ ਕਿ ਪੜ੍ਹਨ ਦੀ ਲੋੜ ਨਹੀਂ। ਪਰ ਮੈਂ ਤੁਹਾਨੂੰ ਕਹਿਣਾ ਚਾਹੁੰਦੀ ਹਾਂ ਕਿ ਮੈਂ ਤੁਹਾਡੇ ਸਿਲੇਬਸ ਦੇ ਅਕੋਰਡਿੰਗ ਜੋ ਬੋਰਡ ਵੱਲੋਂ ਸਿਲੇਬਸ ਆਇਆ ਹੋਇਆ ਸਾਰੀਆਂ ਕਲਾਸਾਂ ਕੁਝ 20-22 ਕਲਾਸਾਂ ਵਾ ਉਹਨਾਂ ਦੇ ਵਿੱਚ ਤੁਹਾਨੂੰ ਸਾਰਾ ਸਿਲੇਬਸ ਕਵਰ ਕਰਵਾਇਆ ਹੋਇਆ। ਤੁਸੀਂ ਇੱਕ ਵਾਰ ਉਹਨਾਂ ਨੂੰ ਜ਼ਰੂਰ ਅਟੈਂਪਟ ਕਰੋ ਤਾਂ ਜੋ ਤੁਹਾਨੂੰ ਥੋੜਾ ਕਲੀਅਰ ਹੋ ਸਕੇ ਕਿ ਹਾਂਜੀ ਹੁਣ ਅਸੀਂ ਪੂਰਾ ਮਤਲਬ ਕਿਤੋਂ ਵੀ ਪੇਪਰ ਆ ਜਾਏ ਤਾਂ ਕਰ ਸਕਦੇ ਆ। ਪੇਪਰ ਤਾਂ ਵੈਸੇ ਈਜ਼ੀ ਆ ਰਿਹਾ ਵਾ, 25 ਨੰਬਰ ਲੈਣੇ ਆਰਾਮ ਨਾਲ ਆ, 25 ਚੋਂ ਵੀ 40.5 ਆ ਸਕਦੇ ਆ ਆਰਾਮ ਨਾਲ ਜੇ ਅਸੀਂ ਬਿਨਾਂ ਪੜ੍ਹੇ ਵੀ ਦਿੰਨੇ ਆ ਪੰਜਾਬੀ ਐਲੀਜੀਬਿਲਿਟੀ ਦਾ। ਪਰ ਫਿਰ ਵੀ ਅਸੀਂ ਇੰਨਾ ਈਜ਼ੀ ਨਹੀਂ ਮੰਨ ਕੇ ਚੱਲ ਸਕਦੇ, ਪੇਪਰ ਦੇ ਵਿੱਚ ਜਾ ਕੇ ਪੇਪਰ ਦਾ ਲੈਵਲ ਪਤਾ ਲੱਗਦਾ ਕਿ ਕਿਵੇਂ ਦਾ ਪੇਪਰ ਹੁੰਦਾ। ਤੇ ਮੈਂ ਪੰਜਾਬੀ ਐਲੀਜੀਬਿਲਿਟੀ ਟੈਸਟ ਸੇਮ ਜੋ ਮੌਕ ਟੈਸਟ ਹੁੰਦਾ ਵਾ ਤੁਹਾਡਾ ਜਿਵੇਂ ਪੇਪਰ ਪੈਟਰਨ ਪੰਜਾਬ ਪੁਲਿਸ ਵੱਲੋਂ ਮਤਲਬ ਕਿ ਬੋਰਡ ਵੱਲੋਂ ਕੱਢਿਆ ਗਿਆ ਵਾ ਉਸੇ ਪੈਟਰਨ ਦੇ ਅਕੋਰਡਿੰਗ ਮੈਂ ਤੁਹਾਡੇ ਲਈ ਅੱਜ ਮੌਕ ਟੈਸਟ ਲੈ ਕੇ ਆਈ ਹਾਂ। ਪਹਿਲਾਂ ਤੁਹਾਡਾ ਮੇਨ ਪੇਪਰ ਦਾ ਪੇਪਰ ਹੋਵੇਗਾ, ਠੀਕ ਹੈ, ਮੇਨ ਪੇਪਰ ਦਾ ਮੌਕ ਟੈਸਟ ਹੋਵੇਗਾ। ਉਸ ਤੋਂ ਬਾਅਦ ਤੁਹਾਡਾ ਪੰਜਾਬੀ ਐਲੀਜੀਬਿਲਿਟੀ ਟੈਸਟ ਹੋਵੇਗਾ। ਸੋ ਤੁਸੀਂ ਪੰਜਾਬੀ ਐਲੀਜੀਬਿਲਿਟੀ ਟੈਸਟ ਨੂੰ ਵੀ ਧਿਆਨ ਨਾਲ ਦੇਣਾ ਤੇ ਮੇਨ ਪੇਪਰ ਨੂੰ ਵੀ। ਪਹਿਲਾਂ ਮੇਨ ਪੇਪਰ ਆਪਾਂ ਸ਼ੁਰੂ ਕਰਦੇ ਹਾਂ। ਮੇਨ ਪੇਪਰ ਕਰਨ ਤੋਂ ਬਾਅਦ ਤੁਸੀਂ ਕੀ ਕਰਨਾ ਵਾ ਕਿ ਪੰਜਾਬੀ ਐਲੀਜੀਬਿਲਿਟੀ ਟੈਸਟ ਨੂੰ ਅਟੈਂਪਟ ਕਰਨਾ ਤੇ ਮੇਰੇ ਨਾਲ ਮੈਂ ਆਪਣੇ ਆਨਸਰ ਜੋ ਮੈਚ ਕਰਦੇ ਜਾਣਾ। ਆਨਸਰ ਜਾਂ ਤਾਂ ਕਮੈਂਟ ਬਾਕਸ ਵਿੱਚ ਸੈਂਡ ਕਰ ਸਕਦੇ ਹੋ, ਜੇ ਤੁਹਾਡਾ ਸਹੀ ਹੈ ਤਾਂ ਕਾਪੀ ਪੈਨ ਉਠਾ ਲਓ, ਇੱਕ ਕਾਪੀ ਤੇ ਨਾਲ ਹੀ ਨੰਬਰਿੰਗ ਦੇ ਲਓ 1 2 3 ਠੀਕ ਹੈ। ਤੇ ਉਹਦੇ ਨੰਬਰਿੰਗ ਆ ਜਿਹੜੀ ਤੁਸੀਂ ਪਹਿਲੇ ਦਾ ਜੇ ਤੁਹਾਡਾ ਠੀਕ ਆ ਤਾਂ ਟਿਕ ਕਰ ਲਓ, ਜੇ ਗਲਤ ਆ ਤਾਂ ਕ੍ਰਾਸ ਕਰ ਲਿਓ। ਠੀਕ ਹੈ, ਇਦਾਂ ਤੁਸੀਂ ਮੇਰੇ ਨਾਲ ਮੌਕ ਟੈਸਟ ਦੇਣਾ। ਤੇ ਜੇ ਤੁਹਾਨੂੰ ਲੱਗਦਾ ਹੋਇਆ ਕਿ ਮੇਰੀ ਸਪੀਡ ਜ਼ਿਆਦਾ ਵਾ ਜਾਂ ਘੱਟ ਆ ਉਹ ਤੁਸੀਂ ਆਪਣੇ ਮੈਂ ਵੈਸੇ ਮੇਰੀ ਸਪੀਡ ਨਾਰਮਲ ਹੋਊਗੀ ਠੀਕ ਹੈ, ਕਈ ਵਾਰੀ ਆਪਣੀ ਪੜ੍ਹਨ ਦੀ ਸਪੀਡ ਤੇ ਹੁੰਦਾ ਵਾ ਤੇ ਤੁਸੀਂ YouTube ਦੇ ਵਿੱਚ ਸੈਟਿੰਗ ਹੋ ਜਾਂਦੀ ਆ ਤੇ ਉਸ ਸੈਟਿੰਗ ਚੋਂ ਜਾ ਕੇ ਸਪੀਡ ਆਪਦੇ ਅਕੋਰਡਿੰਗ ਕਰ ਸਕਦੇ ਹੋ ਘੱਟ ਵੱਧ। ਠੀਕ ਹੈ, ਤਾਂ ਜ਼ਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਅਸੀਂ ਅੱਜ ਦਾ ਇਹ ਮੌਕ ਟੈਸਟ ਸਟਾਰਟ ਕਰਦੇ ਹਾਂ। ਜੇਕਰ ਤੁਹਾਨੂੰ ਅੱਜ ਦੀ ਇਹ ਕਲਾਸ ਵਧੀਆ ਲੱਗੇ ਤਾਂ ਪਲੀਜ਼ ਜਿੰਨਾ ਹੋ ਸਕੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦੇਣਾ। ਤਾਂ ਕਲਾਸ ਸ਼ੁਰੂ ਕਰਨ ਤੋਂ ਪਹਿਲਾਂ ਵੀ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦੀ ਹਾਂ ਕਿ ਜਿੰਨਾ ਹੋ ਸਕੇ ਵੱਧ ਤੋਂ ਵੱਧ ਸਟੂਡੈਂਟਸ ਨੂੰ ਇਸ ਨੂੰ ਸ਼ੇਅਰ ਕਰੋ ਤਾਂ ਜੋ ਉਹ ਵੀ ਮੇਰੇ ਨਾਲ ਕਲਾਸ ਲਗਾ ਸਕਣ। ਠੀਕ ਹੈ ਜੀ, ਤਾਂ ਸ਼ੁਰੂ ਕਰਦੇ ਹਾਂ ਜੀ ਅਸੀਂ ਪਹਿਲਾਂ ਮੇਨ ਪੇਪਰ। ਹਾਂਜੀ, ਪੰਜਾਬ ਦੀ ਸਰਹੱਦ ਉੱਤਰ ਵਿੱਚ ਇਹਨਾਂ ਵਿੱਚੋਂ ਕਿਹੜੇ ਕੇਂਦਰ ਸ਼ਾਸਿਤ ਪ੍ਰਦੇਸ਼ ਨਾਲ ਲੱਗਦੀ ਹੈ? ਦੇਖੋ ਪੰਜਾਬ ਦੀ ਜਿਹੜੀ ਸਰਹੱਦ ਆ ਜਾਂ ਪੰਜਾਬ ਦੀ ਹੱਦ ਆ ਉਹ ਤੁਹਾਨੂੰ ਪਤਾ ਹੈ 2 ਕੇਂਦਰ ਸ਼ਾਸਿਤ ਪ੍ਰਦੇਸ਼ ਨੂੰ ਲੱਗਦੀ ਹੈ। ਕਿਹੜੇ ਨੂੰ? ਇੱਕ ਚੰਡੀਗੜ੍ਹ, ਦੂਜਾ ਜੰਮੂ ਕਸ਼ਮੀਰ ਅਤੇ ਲਦਾਖ। ਤਾਂ ਹੁਣ ਦੇਖੋ ਆਪਸ਼ਨ ਕਿਹੜੀ ਆ? ਠੀਕ ਹੈ, ਜੰਮੂ ਕਸ਼ਮੀਰ ਦੀ ਆ। ਇੱਕ ਤਾਂ ਚੰਡੀਗੜ੍ਹ ਹੈ, ਚੰਡੀਗੜ੍ਹ ਦੇ ਵਿੱਚ ਆਪਸ਼ਨ ਨਹੀਂ। ਦੂਜਾ ਆ ਗਿਆ ਜੰਮੂ ਕਸ਼ਮੀਰ, ਤਾਂ ਉੱਤਰ ਦੇ ਵਿੱਚ ਪੁੱਛਿਆ ਵਾ। ਜੇ ਇੱਥੇ ਚੰਡੀਗੜ੍ਹ ਲਿਖਿਆ ਹੁੰਦਾ ਫਿਰ ਤਾਂ ਤੁਹਾਨੂੰ ਸੋਚਣ ਦੀ ਲੋੜ ਸੀ ਕਿ ਉੱਤਰ ਦੇ ਵਿੱਚ ਕਿਹੜਾ ਵਾ। ਜਿਵੇਂ ਚੰਡੀਗੜ੍ਹ ਪੰਜਾਬ ਦੇ ਪੂਰਬ ਵੱਲ ਆ, ਠੀਕ ਹੈ, ਪੂਰਬ 'ਚ ਲੱਗਦੀ ਆ। ਉੱਤਰ 'ਚ ਕਿਹਦੀ ਲੱਗਦੀ ਆ? ਉੱਤਰ 'ਚ ਲੱਗਦੀ ਆ ਜੰਮੂ ਅਤੇ ਕਸ਼ਮੀਰ ਦੀ। ਠੀਕ ਹੈ, ਆਪਸ਼ਨ ਬੀ ਇੱਥੇ ਰਾਈਟ ਆਨਸਰ ਹੈ, ਜੰਮੂ ਅਤੇ ਕਸ਼ਮੀਰ। ਪੰਜਾਬ ਦੀ ਹੱਦ 2 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਲੱਗਦੀ ਆ, ਜੰਮੂ ਕਸ਼ਮੀਰ ਅਤੇ ਚੰਡੀਗੜ੍ਹ। 3 ਰਾਜਾਂ ਨੂੰ ਲੱਗਦੀ ਆ, ਹਰਿਆਣਾ, ਰਾਜਸਥਾਨ ਤੇ ਹਿਮਾਚਲ ਪ੍ਰਦੇਸ਼। 1 ਦੇਸ਼ ਨੂੰ ਲੱਗਦੀ ਆ, ਪਾਕਿਸਤਾਨ ਨੂੰ। ਇਸ ਗੱਲ ਦਾ ਤੁਸੀਂ ਧਿਆਨ ਰੱਖਣਾ, ਤੁਹਾਨੂੰ MCQ ਕਿਸੇ ਵੀ ਤਰ੍ਹਾਂ ਘੁਮਾ ਫਿਰਾ ਕੇ ਆ ਸਕਦਾ। ਜਿਵੇਂ ਉੱਪਰ ਜੋ ਮੈਂ ਤੁਹਾਨੂੰ MCQ ਕਰਵਾਇਆ ਹੱਦ ਨਾਲ ਰਿਲੇਟਿਡ, ਇਹ ਪਹਿਲਾਂ 2021 ਦੇ ਵਿੱਚ ਪੰਜਾਬ ਪੁਲਿਸ ਕਾਂਸਟੇਬਲ ਦੇ ਵਿੱਚ
ਪੇਪਰ ਸ਼ਿਫਟ ਏ 'ਚ ਆਇਆ ਸੀ। ਠੀਕ ਹੈ, ਫਿਰ ਸ਼ਿਫਟ 2 ਦੇ ਵਿੱਚ ਉਹਨਾਂ ਨੇ ਪਾਇਆ ਸੀਗਾ ਕਿ ਪੰਜਾਬ ਦੀ ਹੱਦ ਇਹਨਾਂ ਵਿੱਚੋਂ ਕਿਹੜੇ ਦੇਸ਼ ਨਾਲ ਲੱਗਦੀ ਆ, ਤਾਂ ਉਸਦਾ ਆਨਸਰ ਸੀ ਪਾਕਿਸਤਾਨ ਨਾਲ। ਸ਼ਿਫਟ 3 ਦੇ ਵਿੱਚ ਉਹਨਾਂ ਨੇ ਰਾਜਾਂ ਵਾਲਾ ਪਾਇਆ ਹੋਇਆ ਸੀ। ਠੀਕ ਹੈ, ਯਾਨੀ ਕਿ ਜਿਹੜਾ 22 ਜਿਵੇਂ ਤੁਹਾਨੂੰ ਪਤਾ ਜੂਨ 'ਚ ਹੋਏ ਸੀ ਨਾ, ਜਿਹੜਾ ਨੈਕਸਟ ਡੇ ਹੋਇਆ ਵਾ ਉਸ ਦਿਨ 26 ਜੂਨ ਨੂੰ ਹੋਇਆ ਸੀ ਆਈ ਥਿੰਕ, ਬਾਕੀ ਕਨਫਰਮ ਨਹੀਂ ਗਾ ਬਟ ਮਤਲਬ ਕਿ ਕਦੋਂ ਹੋਇਆ ਸੀ ਤੁਹਾਡਾ ਪੇਪਰ, ਡੇਟ ਤੁਹਾਨੂੰ ਪਤਾ ਐਗਜ਼ੈਕਟ ਨਹੀਂ ਯਾਦ ਰਹਿੰਦੀ। ਹੁਣ 2 ਸਾਲ ਪਹਿਲਾਂ ਦੀ ਗੱਲ ਆ, ਤਾਂ 2023 ਚੱਲਦਾ ਹੁਣ, ਤਾਂ ਪਹਿਲਾਂ 2021 'ਚ ਪੇਪਰ ਹੋਇਆ। ਤਾਂ ਮਤਲਬ ਮੇਰੇ ਕਹਿਣ ਦਾ ਇਹੀ ਮੀਨਿੰਗ ਆ ਕਿ ਬਹੁਤ ਇੰਪੋਰਟੈਂਟ ਆ ਤੁਹਾਡੇ ਲਈ, ਉੱਪਰ ਦੀ ਕਾਂਸਟੇਬਲ ਦੇ ਐਗਜ਼ਾਮ 'ਚ ਆ ਚੁੱਕਿਆ ਵਾ। ਅਗਲਾ ਪ੍ਰਸ਼ਨ ਆ, ਸਿੱਖਾਂ ਦੇ 10 ਗੁਰੂਆਂ ਵਿੱਚੋਂ ਕਿਸ ਚੌਥੇ ਗੁਰੂ ਨੇ ਅੰਮ੍ਰਿਤਸਰ ਸ਼ਹਿਰ ਦੀ ਸਥਾਪਨਾ ਕੀਤੀ? ਹਾਂਜੀ, ਸਿੱਖ ਧਰਮ ਦੇ ਵਿੱਚ 10 ਗੁਰੂਆਂ ਦੇ ਵਿੱਚੋਂ ਕਿੰਨਾਂ ਨੇ ਅੰਮ੍ਰਿਤਸਰ ਸ਼ਹਿਰ ਦੀ ਸਥਾਪਨਾ ਕੀਤੀ? ਹਰੇਕ ਗੁਰੂ ਸਾਹਿਬਾਨ ਨੇ ਕੋਈ ਨਾ ਕੋਈ ਸ਼ਹਿਰ ਵਸਾਇਆ ਵਾ। ਤੇ ਇੱਕ MCQ ਜ਼ਰੂਰ ਆਉਂਦਾ ਵਾ, ਕਿਸੇ ਵੀ ਗੁਰੂ ਨਾਲ ਰਿਲੇਟਡ ਆ ਸਕਦਾ। ਜਿਵੇਂ ਗੁਰੂ ਨਾਨਕ ਦੇਵ ਜੀ ਨੇ ਕਰਤਾਰਪੁਰ ਦੀ ਸਥਾਪਨਾ ਕੀਤੀ ਸੀ, ਜਿਹੜਾ ਕਿ ਪਾਕਿਸਤਾਨ ਦੇ ਵਿੱਚ ਆ। ਠੀਕ ਹੈ, ਤੇ ਇਸੇ ਤਰ੍ਹਾਂ ਸ਼੍ਰੀ ਗੁਰੂ ਅੰਗਦ ਦੇਵ ਜੀ ਨੇ ਖੰਡੂਰ ਸਾਹਿਬ ਦੀ ਸਥਾਪਨਾ ਕੀਤੀ। ਸ਼੍ਰੀ ਗੁਰੂ ਅਮਰਦਾਸ ਜੀ ਨੇ ਗੋਇੰਦਵਾਲ ਸਾਹਿਬ ਦੀ ਸਥਾਪਨਾ ਕੀਤੀ ਤੇ ਸ਼੍ਰੀ ਗੁਰੂ ਰਾਮਦਾਸ ਜੀ ਨੇ ਅੰਮ੍ਰਿਤਸਰ ਦੀ ਸਥਾਪਨਾ ਕੀਤੀ। ਆਪਸ਼ਨ ਨੰਬਰ ਡੀ ਇਜ਼ ਦਾ ਰਾਈਟ ਆਨਸਰ। ਤੇ ਅੰਮ੍ਰਿਤਸਰ ਦਾ ਪੁਰਾਣਾ ਨਾਮ ਸੀ ਰਾਮਦਾਸਪੁਰਾ, ਇਹ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ। ਠੀਕ ਹੈ ਜੀ, ਤੇ ਇਸੇ ਤਰ੍ਹਾਂ ਆਪਣੇ ਜੋ 5ਵੇਂ ਗੁਰੂ ਆ ਸ਼੍ਰੀ ਗੁਰੂ ਅਰਜਨ ਦੇਵ ਜੀ, ਇਹਨਾਂ ਨੇ ਇੱਕ ਹਰਗੋਬਿੰਦਪੁਰ ਨਾਮ ਦਾ ਸ਼ਹਿਰ ਵਸਾਇਆ ਸੀ, ਇੱਕ ਕਰਤਾਰਪੁਰ ਦਾ ਸ਼ਹਿਰ ਵਸਾਇਆ ਸੀ, ਜਿਹੜਾ ਕਿ ਜਲੰਧਰ ਵਾਲੀ ਸਾਈਡ ਕਰਤਾਰਪੁਰ ਹੈ। ਠੀਕ ਹੈ, ਇਹ ਵੀ ਤੁਸੀਂ ਧਿਆਨ 'ਚ ਰੱਖਣਾ। ਤੇ ਇਸ ਤੋਂ ਇਲਾਵਾ ਇਹਨਾਂ ਨੇ ਤਰਨਤਾਰਨ ਸ਼ਹਿਰ ਦੀ ਸਥਾਪਨਾ ਕੀਤੀ ਸੀ। ਇਹਨਾਂ ਨੇ 3 ਸ਼ਹਿਰ ਵਸਾਏ ਸੀ। ਇਹਨਾਂ ਗੱਲਾਂ ਨੂੰ ਨੋਟ ਕਰਦੇ ਜਾਇਆ ਕਰੋ ਨਾਲ ਦੀ ਨਾਲ, ਕਿਉਂਕਿ ਬਹੁਤ ਇੰਪੋਰਟੈਂਟ ਆ ਇਹ। ਅਗਲਾ ਪ੍ਰਸ਼ਨ, ਸ਼੍ਰੀ ਹਰਿਮੰਦਰ ਸਾਹਿਬ ਗੁਰਦੁਆਰਾ ਕਿੱਥੇ ਸਥਿਤ ਹੈ? ਹਾਂਜੀ, ਸ਼੍ਰੀ ਹਰਿਮੰਦਰ ਸਾਹਿਬ ਗੁਰਦੁਆਰਾ, ਤੁਹਾਨੂੰ ਸਭ ਨੂੰ ਹੀ ਪਤਾ ਹੋਣਾ ਕਿ ਸ਼੍ਰੀ ਹਰਿਮੰਦਰ ਸਾਹਿਬ ਗੁਰਦੁਆਰਾ ਗੋਲਡਨ ਟੈਂਪਲ ਕਿੱਥੇ ਸਥਿਤ ਹੈ? ਪੰਜਾਬ ਦਾ ਗੋਲਡਨ ਸਿਟੀ ਕਿਸ ਨੂੰ ਕਿਹਾ ਜਾਂਦਾ? ਪੰਜਾਬ ਦੀ ਗੋਲਡਨ ਸਿਟੀ ਅੰਮ੍ਰਿਤਸਰ ਨੂੰ ਕਿਹਾ ਜਾਂਦਾ ਸ਼੍ਰੀ ਹਰਿਮੰਦਰ ਸਾਹਿਬ ਕਰਕੇ। ਠੀਕ ਹੈ, ਤਾਂ ਆਪਸ਼ਨ ਨੰਬਰ ਏ ਇੱਥੇ ਰਾਈਟ ਆਨਸਰ ਹੈ ਕਿ ਹਰਿਮੰਦਰ ਸਾਹਿਬ ਗੁਰਦੁਆਰਾ ਕਿੱਥੇ ਸਥਿਤ ਹੈ? ਅੰਮ੍ਰਿਤਸਰ ਦੇ ਵਿੱਚ ਆ। ਹਾਂਜੀ, ਹੁਣ ਜੇ ਇਹੀ MCQ ਤੁਹਾਨੂੰ ਐਗਜ਼ਾਮੀਨਰ ਨੇ ਘੁਮਾ ਫਿਰਾ ਕੇ ਪਾਉਣਾ ਹੋਵੇ ਤਾਂ ਉਹ ਇਹ ਪਾ ਸਕਦਾ ਕਿ ਹਰਿਮੰਦਰ ਸਾਹਿਬ ਦਾ ਨਿਰਮਾਣ ਕਦੋਂ ਸ਼ੁਰੂ ਹੋਇਆ ਸੀ? ਹਰਿਮੰਦਰ ਸਾਹਿਬ ਦਾ ਨਿਰਮਾਣ ਸ਼ੁਰੂ ਹੋਇਆ ਸੀ 1599 ਦੇ ਵਿੱਚ। ਠੀਕ ਹੈ, ਤੇ ਇਸ ਦੀ ਨੀਂਹ ਪੱਥਰ ਕਿਸ ਨੇ ਰੱਖਿਆ ਸੀ? ਤੇ ਇਸ ਦਾ ਨੀਂਹ ਪੱਥਰ ਰੱਖਿਆ ਸੀ ਜੀ ਸੂਫੀ ਸੰਤ ਮੀਆਂ ਮੀਰ ਜੀ ਨੇ। ਠੀਕ ਹੈ, ਗੁਰੂ ਅਰਜਨ ਦੇਵ ਜੀ ਨੇ ਸੂਫੀ ਸੰਤ ਮੀਆਂ ਮੀਰ ਜੀ ਨੂੰ ਸੱਦਾ ਭੇਜਿਆ ਸੀ ਹਰਿਮੰਦਰ ਸਾਹਿਬ ਦਾ ਨੀਂਹ ਪੱਥਰ ਰੱਖਣ ਦੇ ਲਈ। ਇਹ ਵੀ ਤੁਸੀਂ ਯਾਦ ਰੱਖਣਾ। ਪੰਜਾਬ ਦੇ ਕਿਹੜੇ ਸ਼ਹਿਰ ਨੂੰ ਪਵਿੱਤਰ ਸ਼ਹਿਰ ਦੇ ਨਾਮ ਨਾਲ ਜਾਣਿਆ ਜਾਂਦਾ? ਅੰਮ੍ਰਿਤਸਰ ਨੂੰ। ਠੀਕ ਹੈ, ਇਹ ਵੀ ਤੁਸੀਂ ਯਾਦ ਰੱਖਣਾ। ਦੇਖੋ ਕਾਫੀ ਤਰ੍ਹਾਂ ਦੇ MCQ ਆ ਸਕਦੇ ਆ ਘੁਮਾ ਫਿਰਾ ਕੇ, ਇੱਕ ਸ਼ਹਿਰ ਦੇ ਨਾਲ ਨੌਲੇਜ ਰੱਖਿਆ ਕਰੋ। ਜਿਵੇਂ ਹੁਣ ਮੰਨ ਕੇ ਚੱਲੋ ਪਟਿਆਲਾ ਦੇ ਨਾਲ ਰਿਲੇਟਿਡ MCQ ਐਗਜ਼ਾਮ 'ਚ ਆ ਗਿਆ। ਠੀਕ ਹੈ, ਤਾਂ ਅਗਲੀ ਵਾਰ ਕੀ ਹੋਣਾ ਕਿ ਪਟਿਆਲਾ ਦੇ ਨਾਲ ਰਿਲੇਟਿਡ ਹੋਰ ਤਰ੍ਹਾਂ ਘੁਮਾ ਫਿਰਾ ਕੇ ਆਜੂ। ਫਿਰ ਤੁਸੀਂ ਕੀ ਕਰਨਾ ਕਿ ਤੁਹਾਨੂੰ ਜਿਹੜੇ ਤਾਂ MCQ ਦਾ ਪਤਾ ਕਿ ਇਸ ਵਾਰੀ ਆਉਂਦਾ ਹੀ ਆਉਂਦਾ ਵਾ ਜਾਂ ਐਗਜ਼ਾਮ ਦੇ ਵਿੱਚ ਇੰਪੋਰਟੈਂਟ ਆ ਇਹ ਸ਼ਹਿਰ, ਤਾਂ ਉਹਦੇ ਨਾਲ ਰਿਲੇਟਿਡ ਜਿੰਨੇ ਐਕਸਟਰਾ ਫੈਕਟ ਬਣਦੇ ਆ ਨਾ ਉਹਨਾਂ ਨੂੰ ਜ਼ਰੂਰ ਨੋਟ ਕਰਿਆ ਕਰੋ, ਸਰਚ ਕਰਿਆ ਕਰੋ, ਐਨਾਲਿਸਿਸ ਕਰਿਆ ਕਰੋ ਉਹਦੇ ਉੱਤੇ। ਠੀਕ ਹੈ, ਅਗਲਾ ਪ੍ਰਸ਼ਨ, ਭੰਗੜਾ ਨਾਚ ਕਰਨ ਸਮੇਂ ਆਦਮੀਆਂ ਦੇ ਕਿਹੜੇ ਕੱਪੜੇ ਹੁੰਦੇ ਹਨ? ਹਾਂਜੀ, ਆਦਮੀਆਂ ਦੇ ਲਿਖਿਆ ਇੱਥੇ, ਆਦਮੀਆਂ ਦੇ ਕਿਹੜੇ ਕੱਪੜੇ ਹੁੰਦੇ ਆ ਜਦੋਂ ਭੰਗੜਾ ਨਾਚ ਕਰਦੇ ਆ? ਤਾਂ ਇਸ ਦੇ ਵਿੱਚ ਰਾਈਟ ਆਨਸਰ ਹੈ ਜੀ ਲੂੰਗੀ ਅਤੇ ਯੋਗੀ। ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ। ਅਗਲਾ ਪ੍ਰਸ਼ਨ, ਕਿਹੜਾ ਉਤਸਵ ਸਿੱਖ ਧਰਮ ਵਿੱਚ ਖਾਲਸੇ ਦੇ ਜਨਮ ਦੀ ਨਿਸ਼ਾਨਦੇਹੀ ਕਰਨ ਲਈ ਵੀ ਮਨਾਇਆ ਜਾਂਦਾ ਹੈ? ਹਾਂਜੀ, ਵਿਸਾਖੀ ਦਾ ਤਿਉਹਾਰ ਆ ਜਿਹੜਾ ਕਿ ਖਾਲਸੇ ਦੇ ਜਨਮ ਦੀ ਨਿਸ਼ਾਨਦੇਹੀ ਕਰਨ ਲਈ ਮਨਾਇਆ ਜਾਂਦਾ। ਆਪਸ਼ਨ ਡੀ ਇਜ਼ ਦਾ ਰਾਈਟ ਆਨਸਰ। ਅਗਲਾ ਪ੍ਰਸ਼ਨ ਹੈ ਜੀ, ਹੇਠਾਂ ਦਿੱਤਿਆਂ ਵਿੱਚੋਂ ਕਿਹੜਾ ਪੰਜਾਬ ਦਾ ਸਭ ਤੋਂ ਛੋਟਾ ਦਰਿਆ ਹੈ? ਹਾਂਜੀ, ਪੰਜਾਬ ਦਾ ਛੋਟਾ ਦਰਿਆ, ਪੰਜਾਬ ਦੇ ਵਿੱਚ 3 ਦਰਿਆ ਵਗਦੇ ਨੇ, ਸਤਲੁਜ, ਬਿਆਸ ਅਤੇ ਰਾਵੀ। ਤੇ ਰਾਵੀ ਆ ਜਿਹੜਾ ਅੱਧਾ ਪੰਜਾਬ ਦੇ ਵਿੱਚ ਆ, ਅੱਧਾ ਪਾਕਿਸਤਾਨ ਦੇ ਵਿੱਚ ਆ। ਤੇ ਆਪਸ਼ਨ ਨੰਬਰ ਸੀ ਹੀ ਇੱਥੇ ਰਾਈਟ ਆਨਸਰ ਹੈ ਕਿ ਪੰਜਾਬ ਦੇ ਵਿੱਚ ਜਿਹੜਾ ਸਭ ਤੋਂ ਛੋਟਾ ਦਰਿਆ ਵਗਦਾ ਵਾ ਉਹ ਰਾਵੀ ਹੈ, ਕਿਉਂਕਿ ਬਹੁਤ ਘੱਟ ਹਿੱਸਾ ਰਾਵੀ ਦਾ ਪੰਜਾਬ ਦੇ ਵਿੱਚ ਆ। ਅਗਲਾ ਪ੍ਰਸ਼ਨ, ਹੇਠ ਲਿਖਿਆਂ ਵਿੱਚੋਂ ਕਿਹੜੀ ਨਹਿਰ ਪੰਜਾਬ ਵਿੱਚ ਹੈ? ਹਾਂਜੀ, ਇਹਨਾਂ ਦੇ ਵਿੱਚੋਂ ਕਿਹੜੀ ਨਹਿਰ ਆ ਜਿਹੜੀ ਪੰਜਾਬ ਦੇ ਵਿੱਚ ਆ? ਤਾਂ ਰਾਈਟ ਆਨਸਰ ਹੈ ਜੀ ਆਪਸ਼ਨ ਨੰਬਰ ਡੀ ਸਰਹੰਦ ਨਹਿਰ। ਸਰਹੰਦ ਨਹਿਰ ਪੰਜਾਬ 'ਚ। ਅਗਲਾ ਪ੍ਰਸ਼ਨ, ਹੇਠ ਲਿਖਿਆਂ ਵਿੱਚੋਂ ਕਿਹੜਾ ਬਾਬਾ ਸ਼੍ਰੀ ਚੰਦ ਜੀ ਦੁਆਰਾ ਸਥਾਪਿਤ ਕੀਤਾ ਗਿਆ ਪੰਜਾਬ ਦਾ ਇੱਕ ਤਪੱਸਵੀ ਫਿਰਕਾ ਹੈ? ਹਾਂਜੀ, ਬਾਬਾ ਸ਼੍ਰੀ ਚੰਦ ਜੀ ਦੁਆਰਾ ਸਥਾਪਿਤ ਕੀਤਾ ਗਿਆ। ਕੀ ਸਥਾਪਿਤ ਕੀਤਾ ਗਿਆ ਸੀ ਬਾਬਾ ਸ਼੍ਰੀ ਚੰਦ ਜੀ ਦੁਆਰਾ? ਉਦਾਸੀ। ਠੀਕ ਹੈ, ਉਦਾਸੀ ਮਤ। ਤਾਂ ਇਹ ਇੱਕ ਪੰਜਾਬ ਦਾ ਤਪੱਸਵੀ ਫਿਰਕਾ ਹੈ। ਆਪਸ਼ਨ ਡੀ ਇਜ਼ ਦਾ ਰਾਈਟ ਆਨਸਰ।
ਅਗਲਾ ਪ੍ਰਸ਼ਨ ਆ ਜੀ, ਭਾਰਤੀ ਸੰਘੀ ਪ੍ਰਣਾਲੀ ਹੇਠ ਦਿੱਤਿਆਂ ਵਿੱਚੋਂ ਕਿਹੜੇ ਦੇਸ਼ ਤੋਂ ਅੰਗੀਕਾਰ ਕੀਤੀ ਗਈ? ਹਾਂਜੀ, ਭਾਰਤੀ ਸੰਘੀ ਪ੍ਰਣਾਲੀ, ਦੇਖੋ ਹੁਣ ਇੱਕ ਮੁਹਾਫਰਾ ਕੀ ਪਾਇਆ ਹੋਇਆ ਇੱਕ ਤਰ੍ਹਾਂ ਨਾਲ, ਭਾਰਤੀ ਸੰਵਿਧਾਨ ਦੇ ਵਿੱਚ ਜੋ ਸੰਘੀ ਪ੍ਰਣਾਲੀ ਆ ਉਹ ਅਸੀਂ ਕਿਹੜੇ ਦੇਸ਼ ਤੋਂ ਅਡੋਪਟ ਕੀਤੀ ਆ, ਇਹ ਕਹਿਣਾ ਚਾਹੁੰਦਾ ਉਹ। ਤਾਂ ਜਿਹੜੀ ਸੰਘੀ ਪ੍ਰਣਾਲੀ ਆ ਉਹ ਅਸੀਂ ਕਿੱਥੋਂ ਲਈ ਆ? ਕੈਨੇਡਾ ਤੋਂ ਲਈ ਆ। ਆਪਸ਼ਨ ਡੀ ਇਜ਼ ਦਾ ਰਾਈਟ ਆਨਸਰ। ਤੇ ਸੰਵਿਧਾਨ ਦੇ ਵਿੱਚ ਅਸੀਂ ਸੰਘੀ ਪ੍ਰਣਾਲੀ ਤੋਂ ਇਲਾਵਾ ਕੈਨੇਡਾ ਤੋਂ ਹੋਰ ਕੀ ਕੀ ਲਿਆ ਵਾ, ਇਹ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ ਨਾ ਕਿ ਕਿਹੜੇ ਦੇਸ਼ ਤੋਂ ਕੀ ਲਿਆ ਵਾ। ਪਹਿਲਾਂ ਤਾਂ ਤੁਹਾਨੂੰ ਇਹ ਵੀ ਪਤਾ ਹੋਣਾ ਚਾਹੀਦਾ ਕਿ ਜਿਹੜਾ ਸੰਵਿਧਾਨ ਲਿਆ ਵਾ ਲੈ ਕੇ ਕੌਣ ਆਇਆ? ਸੰਵਿਧਾਨਕ ਸਲਾਹਕਾਰ ਸੀ VN ਰਾਓ। ਇਹਨਾਂ ਨੇ ਵਿਦੇਸ਼ੀ ਸੰਵਿਧਾਨ ਦਾ ਅਧਿਐਨ ਕੀਤਾ, ਜੋ ਸੰਵਿਧਾਨ ਭਾਰਤ ਲਈ ਚੰਗਾ ਲੱਗਿਆ ਉਹ ਆਪਣੇ ਲਈ ਲੈ ਕੇ ਆਏ। ਠੀਕ ਹੈ, ਤੇ ਕੈਨੇਡਾ ਤੋਂ ਲਿਆ ਸੰਘੀ ਪ੍ਰਣਾਲੀ ਦਾ ਸੰਵਿਧਾਨ, ਕੇਂਦਰ ਸਰਕਾਰ ਦੇ ਅਧੀਨ ਸ਼ਕਤੀਆਂ ਅਸੀਂ ਕੈਨੇਡਾ ਤੋਂ ਲਈਆਂ। ਰੂਸ ਤੋਂ ਅਸੀਂ ਲਏ ਆ ਮੌਲਿਕ ਕਰਤੱਵ। ਮੌਲਿਕ ਕਰਤੱਵਾਂ ਨੂੰ ਜੋੜਿਆ ਗਿਆ ਵਾ ਸੰਵਿਧਾਨ ਦੇ ਵਿੱਚ, ਪਹਿਲਾਂ ਨਹੀਂ ਲਾਗੂ ਕੀਤਾ ਗਿਆ ਸੀ। ਜਦੋਂ ਸੰਵਿਧਾਨ ਲਾਗੂ ਹੋਇਆ ਨਾ, ਪਹਿਲਾਂ ਨਹੀਂ ਇਹ ਐਡ ਸੀ, 1971 ਦੇ ਵਿੱਚ ਜੋੜੇ ਗਏ ਆ ਮੌਲਿਕ ਕਰਤੱਵ। ਠੀਕ ਹੈ, ਆਸਟ੍ਰੇਲੀਆ ਤੋਂ ਅਸੀਂ ਕੀ ਲਿਆ ਵਾ? ਆਸਟ੍ਰੇਲੀਆ ਤੋਂ ਅਸੀਂ ਲਏ ਆ ਜੀ ਪ੍ਰਸਤਾਵਨਾ ਦੀ ਭਾਸ਼ਾ ਤੇ ਸਮਕਾਲੀ ਸੂਚੀ। ਅਮਰੀਕਾ ਤੋਂ ਤਾਂ ਬਹੁਤ ਕੁਛ ਲਿਆ ਵਾ, ਪ੍ਰਸਤਾਵਨਾ ਲਈ ਆ, ਮੂਲ ਅਧਿਕਾਰ ਲਈ ਆ, ਸੁਪਰੀਮ ਕੋਰਟ ਲਿਆ, ਨਿਆਇਕ ਸਮੀਖਿਆ ਲਈ ਆ, ਰਾਸ਼ਟਰਪਤੀ ਦੀਆਂ ਸ਼ਕਤੀਆਂ ਤੇ ਕੰਮ ਲਈ ਆ, ਉਪ ਰਾਸ਼ਟਰਪਤੀ ਦਾ ਅਹੁਦਾ ਲਿਆ, ਸੰਸ਼ੋਧਨ ਪ੍ਰਣਾਲੀ ਲਈ ਆ। ਅਗਲਾ ਪ੍ਰਸ਼ਨ, ਹੇਠ ਲਿਖਿਆਂ ਵਿੱਚੋਂ ਸ਼ੁੱਧ ਸ਼ਬਦ ਚੁਣੋ। ਹਾਂਜੀ, ਸ਼ੁੱਧ ਸ਼ਬਦ ਚੁਣਨਾ ਹੈ ਇਹਨਾਂ ਦੇ ਵਿੱਚੋਂ। ਤਾਂ ਸਾਨੂੰ ਪਤਾ ਲੱਗ ਰਿਹਾ ਹੈ ਪੜ੍ਹ ਕੇ ਕਿ ਉਸਨੇ ਚਾਲੂ ਪਾਉਣ ਦੀ ਗੱਲ ਕੀਤੀ ਆ। ਚਾਲੂ, ਤਾਂ ਚਾਲੂ ਕਿਵੇਂ ਪੈਂਦਾ ਹੈ? ਇੱਥੇ ਇੱਕ ਔਂਕੜ ਹੈ। ਠੀਕ ਹੈ, ਚਾਲੂ ਕਿਵੇਂ ਪੈਂਦਾ ਹੈ? ਆਪਸ਼ਨ ਡੀ ਇੱਥੇ ਰਾਈਟ ਆਨਸਰ ਹੈ। ਤੁਸੀਂ ਬੀ ਲਗਾ ਲਓ ਚਾਹੇ ਸੀ ਲਗਾ ਲਓ, ਜਿਨ੍ਹਾਂ ਨੇ ਬੀ ਸੋਚਿਆ ਸੀ ਜਾਂ ਸੀ ਸੋਚਿਆ ਸੀ, ਸਪੈਲਿੰਗ ਮੇਰੇ ਸੇਮ ਸੀ, ਮੇਰੀ ਗਲਤੀ ਹੈ ਇਹ ਕਿ ਐਡ ਹੋਇਆ। ਤੁਸੀਂ ਬੀ ਵੀ ਟਿਕ ਕਰ ਲਓ ਜਾਂ ਸੀ ਲਗਾਇਆ, ਤੁਸੀਂ ਡੀ ਲਗਾਇਆ ਤਾਂ ਡੀ ਟਿਕ ਕਰ ਲਓ। ਠੀਕ ਹੈ, ਪਰ ਜੇ ਤੁਸੀਂ ਏ ਜਾਂ ਸੀ ਚੋਂ ਕੁਛ ਸੋਚਿਆ ਫਿਰ ਟਿਕ ਨਾ ਕਰਿਓ। ਅਗਲਾ ਪ੍ਰਸ਼ਨ, ਕੋਲਿਆਂ ਦੀ ਦਲਾਲੀ ਵਿੱਚ ਮੂੰਹ ਅਖਾਣ ਪੂਰੀ ਕਰੋ। ਹਾਂਜੀ, ਕੋਲਿਆਂ ਦੀ ਦਲਾਲੀ ਵਿੱਚ ਮੂੰਹ, ਇਹ ਅਖਾਣ ਪੂਰੀ ਕਰੋ। ਤਾਂ ਇਹ ਪੂਰੀ ਕਰਨ ਦੇ ਲਈ ਇਹਦਾ ਆਨਸਰ ਕੀ ਲਗਾਓਗੇ? ਕੋਲਿਆਂ ਦੀ ਦਲਾਲੀ ਵਿੱਚ ਮੂੰਹ ਕਾਲਾ। ਆਪਸ਼ਨ ਬੀ ਇੱਥੇ ਰਾਈਟ ਆਨਸਰ ਹੈ। ਅਗਲਾ ਪ੍ਰਸ਼ਨ, ਹਾਂਜੀ ਅੱਗੇ ਆ ਆਸਰਾ ਖੁੱਸ ਜਾਣਾ। ਆਸਰਾ ਖੁੱਸ ਜਾਣਾ ਦਾ ਕੀ ਬਣੂਗਾ? ਜਦੋਂ ਆਸਰਾ ਖੁੱਸ ਜਾਣਾ ਦਾ ਹੁੰਦਾ ਵਾ, ਵੈਸੇ ਨਾ ਇਹ MCQ ਇਸੇ ਤਰ੍ਹਾਂ ਐਗਜ਼ਾਮ ਦੇ ਵਿੱਚ ਆਇਆ ਹੋਇਆ ਵਾ। ਠੀਕ ਹੈ, ਤਾਂ ਇਹਦਾ ਮੀਨਿੰਗ ਕੀ ਹੁੰਦਾ ਵਾ? ਦੇਖੋ, ਕਿਉਂਕਿ ਆਪਸ਼ਨਾਂ 'ਤੇ ਵੀ ਡਿਪੈਂਡ ਕਰਦਾ, ਬਾਕੀ ਜਿਸ ਤਰ੍ਹਾਂ ਦੀਆਂ ਆਪਸ਼ਨਾਂ ਸਾਨੂੰ ਐਗਜ਼ਾਮ ਦੇ ਵਿੱਚ ਦਿੱਤੀਆਂ ਹੋਈਆਂ ਵਾ, ਅਤੇ ਇਸ ਤੋਂ ਤਾਂ ਅਸੀਂ ਇਹਨਾਂ ਆਪਸ਼ਨ 'ਤੇ ਡਿਪੈਂਡ ਕਰਾਂਗੇ ਨਾ। ਅਤੇ ਵੈਸੇ ਤਾਂ ਇਹਦੇ ਮੀਨਿੰਗ ਹੋਰ ਵੀ ਕਈ ਤਰ੍ਹਾਂ ਦੇ ਹੋ ਸਕਦੇ ਆ, ਪਰ ਜੋ 4 ਆਪਸ਼ਨ ਦਿੱਤੀਆਂ ਅਸੀਂ ਤਾਂ ਉਹਨਾਂ 'ਚੋਂ ਹੀ ਆਨਸਰ ਲਾਉਣਾ ਹੁੰਦਾ। ਬਾਂਹ ਭੱਜ ਜਾਣੀ, ਭੱਜੀਆਂ ਬਾਹਾਂ ਦਾ ਗਲ ਨੂੰ ਆਉਣਾ, ਰਿਸ਼ਤਾ ਟੁੱਟਣਾ। ਠੀਕ ਹੈ, ਜਾਂ ਬਾਂਹ ਖੁੱਸਣੀ। ਤਾਂ ਇਹਦੇ ਵਿੱਚ ਜਿਹੜੀ ਬੋਰਡ ਦੇ ਵੱਲੋਂ ਆਨਸਰ ਕੀ ਆਈ ਆ, ਉਹਦੇ ਵਿੱਚ ਆਨਸਰ ਇਹ ਹੀ ਆਪਸ਼ਨ ਆ, ਬਾਂਹ ਭੱਜ ਜਾਣੀ। ਠੀਕ ਹੈ, ਬਾਂਹ ਭੱਜ ਜਾਣੀ ਮਤਲਬ ਕਿਸੇ ਦੀ ਬਾਂਹ ਟੁੱਟ ਜਾਣੀ। ਤਾਂ ਉਹਦਾ ਮਤਲਬ ਕੀ ਆ ਕਿ ਉਹਦਾ ਇੱਕ ਤਰ੍ਹਾਂ ਨਾਲ ਆਸਰਾ ਵਾ ਜਿਹੜਾ ਉਹ ਖੁੱਸ ਗਿਆ ਵਾ, ਮਤਲਬ ਕੰਮ ਨਹੀਂ ਹੋਣਾ, ਹੁਣ ਇੱਕ ਬਾਂਹ ਹੈ ਨਹੀਂ ਗੀ। ਠੀਕ ਹੈ, ਇਹ ਸੋਚ ਕੇ ਹੀ ਲਗਾਈ ਗਈ ਆ ਫਿਰ ਇਹ ਆਪਸ਼ਨ। ਜ਼ਿਆਦਾਤਰ ਸਟੂਡੈਂਟਸ ਰਿਸ਼ਤਾ ਟੁੱਟਣਾ ਸੋਚਦੇ ਹੋਣਗੇ ਇੱਥੇ, ਪਰ ਮੈਂ ਇਸੇ ਕਰਕੇ ਨਾਲ ਹੀ ਤੁਹਾਨੂੰ ਦੱਸਿਆ ਕਿ ਬੋਰਡ ਵੱਲੋਂ ਆਨਸਰ ਕੀ ਇਹੀ ਆਈ ਆ, ਇਹ ਵਾਲੀ। ਅਗਲਾ ਪ੍ਰਸ਼ਨ, ਥਾਂ ਥਾਂ ਜਿੱਥੇ ਘੋੜੇ ਵੱਜਦੇ ਹੋਣ। ਹਾਂਜੀ, ਇੱਥੇ ਲਿਖਣਾ ਸੀ ਉਹ ਥਾਂ ਜਿੱਥੇ ਘੋੜੇ ਵੱਜਦੇ ਹੋਣ। ਸ਼ਬਦ ਚੁਣੋ ਉਹਦੇ ਲਈ ਇੱਕ ਸ਼ਬਦ। ਠੀਕ ਹੈ, ਬਹੁਤੇ ਸ਼ਬਦ ਹੈ ਨਾ ਇਹ, ਕਿ ਉਹ ਥਾਂ ਜਿੱਥੇ ਘੋੜੇ ਵੱਜਦੇ ਹੋਣ, ਉਹਨਾਂ ਦੇ ਲਈ ਤੁਸੀਂ ਇੱਕ ਸ਼ਬਦ ਚੁਣਨਾ ਵਾ। ਤਾਂ ਕਿਹੜਾ ਸ਼ਬਦ ਆਊਗਾ? ਹਾਂਜੀ, ਉਹ ਥਾਂ ਜਿੱਥੇ ਸਿੱਕੇ ਘੜੇ ਜਾਂਦੇ ਆ ਉਹਨੂੰ ਤਾਂ ਅਸੀਂ ਟਕਸਾਲ ਬੋਲਦੇ ਹਾਂ। ਠੀਕ ਹੈ, ਜਿੱਥੇ ਘੋੜੇ ਵੱਜਦੇ ਹੋਣ ਉਹਨੂੰ ਅਸੀਂ ਤਬੇਲਾ ਬੋਲਦੇ ਹਾਂ। ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ ਹੈ। ਅਗਲਾ ਪ੍ਰਸ਼ਨ, ਇਮੈਜਨਰੀ ਸ਼ਬਦ ਦਾ ਸਹੀ ਪੰਜਾਬੀ ਅਨੁਵਾਦ ਕਰੋ। ਹਾਂਜੀ, ਇਮੈਜਨਰੀ ਸ਼ਬਦ ਦਾ ਇਹਦਾ ਤੁਸੀਂ ਪੰਜਾਬੀ ਦੇ ਵਿੱਚ ਅਨੁਵਾਦ ਕਰਨਾ। ਕੀ ਬਣੂਗਾ ਇਹਦਾ? ਕਲਪਨਾ ਬਣੂਗਾ। ਇਮੈਜਨਰੀ ਦਾ ਮੀਨਿੰਗ ਇਹੀ ਹੁੰਦਾ ਨਾ, ਕਲਪਨਾ, ਤਾਂ ਕਲਪਿਤ। ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ ਹੈ। ਅਗਲਾ ਪ੍ਰਸ਼ਨ, ਡੈਸ਼ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਅਤੇ ਸਾਹਿਬਜ਼ਾਦਾ ਫਤਿਹ ਸਿੰਘ ਜੀ ਦੀ ਸ਼ਹੀਦੀ ਵਜੋਂ ਮਨਾਇਆ ਜਾਂਦਾ ਹੈ। ਹਾਂਜੀ, ਇਹਨਾਂ ਦੇ ਵਿੱਚੋਂ ਕਿਹੜਾ ਤਿਉਹਾਰ ਆ ਜਾਂ ਕਿਹੜਾ ਆਪਾਂ ਕਹਿ ਸਕਦੇ ਹਾਂ ਦਿਨ ਆ ਜਿਹੜਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਅਤੇ ਸਾਹਿਬਜ਼ਾਦਾ ਫਤਿਹ ਸਿੰਘ ਜੀ ਦੀ ਸ਼ਹੀਦੀ ਦੇ ਨਾਲ ਮਨਾਇਆ ਜਾਂਦਾ ਵਾ? ਤਾਂ ਇਹ ਮਨਾਇਆ ਜਾਂਦਾ ਵਾ ਜੀ ਜੋੜ ਮੇਲਾ। ਆਪਸ਼ਨ ਨੰਬਰ ਡੀ ਇਜ਼ ਦਾ ਰਾਈਟ ਆਨਸਰ ਹੈ। ਅਗਲਾ ਪ੍ਰਸ਼ਨ, 1966 ਤੋਂ ਬਾਅਦ ਪੰਜਾਬ ਦੀ ਰਾਜਧਾਨੀ ਕਿਹੜੀ ਬਣੀ?
हाँ जी 1966। 1966 ਤੋਂ ਬਾਅਦ 1966 ਤੋਂ ਪਹਿਲਾਂ ਕਿਹੜੀ ਸੀ? ਵੰਡ ਤੋਂ ਬਾਅਦ 1997 ਤੋਂ ਬਾਅਦ ਤੇ 1966 ਤੱਕ ਪੰਜਾਬ ਦੀ ਰਾਜਧਾਨੀ ਰਹੀ ਆ ਸ਼ਿਮਲਾ। ਜਦੋਂ 1966 ਦੇ ਵਿੱਚ ਆਖਰੀ ਵਾਰ ਪੰਜਾਬ ਦੀ ਵੰਡ ਹੋਈ 1966 ਦੇ ਵਿੱਚ, ਉਸ ਸਮੇਂ ਪੰਜਾਬ ਅਤੇ ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਨੂੰ ਅਲੱਗ ਕੀਤਾ ਗਿਆ ਸੀ ਪੰਜਾਬ ਨਾਲੋਂ। ਠੀਕ ਹੈ, ਹਿਮਾਚਲ ਪ੍ਰਦੇਸ਼ ਦੀ ਕੈਪੀਟਲ ਤਾਂ ਸ਼ਿਮਲਾ ਹੀ ਬਣ ਗਈ ਸੀ, ਹੁਣ ਵਿੰਟਰ ਕੈਪੀਟਲ ਧਰਮਸ਼ਾਲਾ ਵੀ ਆ। ਠੀਕ ਹੈ, ਤੇ ਹਰਿਆਣਾ ਤੇ ਪੰਜਾਬ ਦੀ ਬਣ ਗਈ ਸੀ ਚੰਡੀਗੜ੍ਹ। ਆਪਸ਼ਨ ਏ ਇਜ਼ ਦਾ ਰਾਈਟ ਆਨਸਰ। ਠੀਕ ਹੈ, ਇਸ ਗੱਲ ਦਾ ਤੁਸੀਂ ਧਿਆਨ ਰੱਖਣਾ। ਕਦੋਂ ਬਣੀ ਸੀ? 1 ਨਵੰਬਰ 1966 ਨੂੰ। ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਨੂੰ ਕਦੋਂ ਘੋਸ਼ਿਤ ਕੀਤਾ ਗਿਆ? 1966 ਵਿੱਚ ਹੀ। ਕੇਂਦਰ ਸ਼ਾਸਿਤ ਪ੍ਰਦੇਸ਼ ਘੋਸ਼ਿਤ ਕਰਨ ਤੋਂ ਨਾਲ ਹੀ ਰਾਜਧਾਨੀ ਵੀ ਘੋਸ਼ਿਤ ਕੀਤਾ ਗਿਆ। ਅਗਲਾ ਪ੍ਰਸ਼ਨ, ਪੰਜਾਬ ਵਿੱਚ ਕਿਹੜਾ ਤਿਉਹਾਰ ਪ੍ਰਸਿੱਧ ਗੁੱਗਾ ਪੀਰ ਜਾਂ ਨਾਗ ਦੇਵਤਾ ਨੂੰ ਸਮਰਪਿਤ ਹੁੰਦਾ? ਹਾਂਜੀ, ਪੰਜਾਬ ਦੇ ਵਿੱਚੋਂ ਕਿਹੜਾ ਤਿਉਹਾਰ ਆ ਜਿਹੜਾ ਗੁੱਗਾ ਪੀਰ ਦੇ ਨਾਲ ਸੰਬੰਧਿਤ ਆ ਜਾਂ ਨਾਗ ਦੇਵਤਾ ਨੂੰ ਸਮਰਪਿਤ ਹੁੰਦਾ? ਤਾਂ ਉਹ ਹੈਗਾ ਵਾ ਜੀ ਛਪਾਰ ਦਾ ਮੇਲਾ। ਆਪਸ਼ਨ ਏ ਇਜ਼ ਦਾ ਰਾਈਟ ਆਨਸਰ। ਛਪਾਰ ਦਾ ਮੇਲਾ ਵਾ ਜਿਹੜਾ ਇਹ ਗੁੱਗਾ ਨੌਮੀ ਤੇ ਮਨਾਇਆ ਜਾਂਦਾ। ਅਗਲਾ ਪ੍ਰਸ਼ਨ, ਹਾਂਜੀ ਬਠਿੰਡੇ ਦਾ ਪੂਰਾ ਨਾਮ ਆ ਸਕਦਾ ਤੁਹਾਨੂੰ? ਬਠਿੰਡੇ ਦਾ ਪੁਰਾਣਾ ਨਾਮ ਆ ਸਕਦਾ ਬਿਕਰਮਗੜ੍ਹ। ਠੀਕ ਹੈ, ਤੇ ਬਠਿੰਡੇ ਦੇ ਵਿੱਚ ਵੀ ਇਹ ਤਿਉਹਾਰ ਆ ਜਿਹੜਾ ਰਾਜਾ ਬਿਕਰਮ ਦੇ ਨਾਮ ਤੇ ਮਨਾਇਆ ਜਾਂਦਾ ਵਾ, ਬਿਕਰਮਗੜ੍ਹ। ਠੀਕ ਹੈ, ਬਠਿੰਡੇ ਦਾ ਪੁਰਾਣਾ ਨਾਮ ਤੁਸੀਂ ਜ਼ਰੂਰ ਯਾਦ ਰੱਖਣਾ, ਫੋਰੈਸਟ ਗਾਰਡ ਦੇ ਐਗਜ਼ਾਮ 'ਚ ਵੀ ਆਇਆ ਸੀ ਇਹ। ਅਗਲਾ ਪ੍ਰਸ਼ਨ, ਸਭ ਤੋਂ ਲੰਬੀ ਨਦੀ ਕਿਹੜੀ ਆ ਜੋ ਪੰਜਾਬ ਵਿੱਚੋਂ ਲੰਘਦੀ ਆ? ਹਾਂਜੀ, ਇਹਨਾਂ ਦੇ ਵਿੱਚੋਂ ਸਭ ਤੋਂ ਲੰਬਾ ਦਰਿਆ ਕਿਹੜਾ ਵਾ ਜਿਹੜਾ ਪੰਜਾਬ ਦੇ ਵਿੱਚੋਂ ਲੰਘਦਾ ਏ? ਤਾਂ ਉਹ ਹੈਗਾ ਵਾ ਜੀ ਸਤਲੁਜ। ਆਪਸ਼ਨ ਏ ਇਜ਼ ਦਾ ਰਾਈਟ ਆਨਸਰ। ਦੇਖੋ ਮਾਲਵਾ, ਤੁਹਾਨੂੰ ਆ ਸਕਦਾ ਹੈ ਕਿ ਮਾਲਵਾ ਕਿਹੜੇ ਇਲਾਕੇ ਨੂੰ ਕਿਹਾ ਜਾਂਦਾ ਹੈ? ਮਾਲਵਾ ਸਤਲੁਜ ਅਤੇ ਘੱਗਰ ਦੇ ਵਿਚਕਾਰਲੇ ਇਲਾਕੇ ਨੂੰ ਕਿਹਾ ਜਾਂਦਾ ਹੈ। ਠੀਕ ਹੈ, ਰਾਵੀ ਅਤੇ ਬਿਆਸ ਦੇ ਵਿਚਕਾਰਲੇ ਇਲਾਕੇ ਨੂੰ ਕੀ ਕਿਹਾ ਜਾਂਦਾ ਹੈ? ਦੁਆਬਾ ਕਿਹਾ ਜਾਂਦਾ ਹੈ। ਰਾਵੀ ਅਤੇ ਬਿਆਸ ਦੇ ਵਿਚਕਾਰਲੇ ਇਲਾਕੇ ਨੂੰ ਮਾਝਾ ਬੋਲਦੇ ਹਾਂ। ਠੀਕ ਹੈ, ਕੀ ਬੋਲਦੇ ਹਾਂ? ਮਾਝਾ। ਬਿਆਸ ਅਤੇ ਸਤਲੁਜ ਨੂੰ ਅਸੀਂ ਦੁਆਬਾ ਬੋਲਦੇ ਹਾਂ। ਠੀਕ ਹੈ, ਇਸ ਗੱਲ ਦਾ ਤੁਸੀਂ ਧਿਆਨ ਰੱਖਣਾ। ਤਾਂ ਹਾਂਜੀ, ਇਸ ਤੋਂ ਇਲਾਵਾ ਅਗਲਾ ਪ੍ਰਸ਼ਨ ਕਰਦੇ ਹਾਂ ਅਸੀਂ, ਭਾਰਤੀ ਸੰਵਿਧਾਨ ਦਾ ਕਿਹੜਾ ਅਨੁਛੇਦ ਇਹ ਦੱਸਦਾ ਹੈ ਕਿ ਰਾਜ ਕਾਨੂੰਨ ਸਾਹਮਣੇ ਕਿਸੇ ਵੀ ਵਿਅਕਤੀ ਨੂੰ ਸਮਾਨਤਾ ਤੋਂ ਇਨਕਾਰ ਨਹੀਂ ਕਰੇਗਾ ਜਾਂ ਭਾਰਤ ਦੇ ਕਿਸੇ ਵੀ ਰਾਜ ਵਿੱਚ ਕਾਨੂੰਨ ਦੀ ਸਮਾਨਤਾ ਦੀ ਰੱਖਿਆ ਕਰੇਗਾ? ਹੁਣ ਇੱਥੋਂ ਪਤਾ ਲੱਗ ਗਿਆ ਕਿ ਸਮਾਨਤਾ ਨਾਲ ਸੰਬੰਧਿਤ ਆ। ਸਮਾਨਤਾ ਨਾਲ ਸੰਬੰਧਿਤ ਕਿਹੜੇ ਅਨੁਛੇਦ ਆ? ਅਨੁਛੇਦ 14। ਤਾਂ ਆਪਸ਼ਨ ਨੰਬਰ ਇੱਥੇ ਬੀ ਰਾਈਟ ਆ ਜਾਊਗਾ। ਠੀਕ ਹੈ, ਬਸ ਇਹ ਸਿਰਫ ਤੁਹਾਨੂੰ ਘੁਮਾ ਫਿਰਾ ਕੇ ਪਾਇਆ ਹੋਇਆ, ਤੁਸੀਂ ਇਹਦੇ ਤੇ ਜ਼ੋਰ ਨਹੀਂ ਦੇਣਾ। ਇਹ ਦੇਖੋ ਸਮਾਨਤਾ ਦੀ ਗੱਲ ਹੋ ਗਈ, ਸਮਾਨਤਾ ਨਾਲ ਸੰਬੰਧਿਤ ਆ, ਬਸ ਇਹ ਤੁਹਾਨੂੰ ਸਿਰਫ ਪਜ਼ਲ ਕਰਨ ਦੇ ਲਈ ਇਸ ਤਰ੍ਹਾਂ ਦੇ ਦਿੱਤੇ ਜਾਂਦੇ ਆ। ਆਪਸ਼ਨ ਬੀ ਇੱਥੇ ਰਾਈਟ ਆਨਸਰ ਹੈ ਕਿ ਅਨੁਛੇਦ 14। ਠੀਕ ਹੈ, ਅਗਲਾ ਪ੍ਰਸ਼ਨ, ਪੰਜਾਬ ਵਿੱਚ ਵਿਧਾਨ ਪਰਿਸ਼ਦ ਨੂੰ ਕਦੋਂ ਖਤਮ ਕੀਤਾ ਗਿਆ? ਹਾਂਜੀ, ਪੰਜਾਬ ਦੇ ਵਿੱਚ ਵਿਧਾਨ ਦੇ 2 ਸਦਨ ਆ। ਠੀਕ ਹੈ, ਕਿਹੜੇ ਕਿਹੜੇ ਸੀਗੇ? ਪਹਿਲਾਂ ਸੀ, ਹੁਣ ਨਹੀਂ ਗੇ। ਪੰਜਾਬ ਸਦਨ ਆ, ਵਿਧਾਨ ਸਭਾ ਦੇ 2 ਸਦਨ ਹੁੰਦੇ ਆ, ਇੱਕ ਵਿਧਾਨ ਸਭਾ ਤੇ ਦੂਜਾ ਵਿਧਾਨ ਪਰਿਸ਼ਦ। ਪੰਜਾਬ ਦੇ ਵਿੱਚ ਇਕੱਲਾ ਹੁਣ ਵਿਧਾਨ ਸਭਾ ਹੀ ਆ। ਵਿਧਾਨ ਪਰਿਸ਼ਦ ਨੂੰ ਖਤਮ ਕਰ ਦਿੱਤਾ ਗਿਆ ਸੀ। ਕਦੋਂ ਖਤਮ ਕੀਤਾ ਗਿਆ ਸੀ? ਇਹ ਕੀਤਾ ਗਿਆ ਸੀ ਜੀ 1 ਜਨਵਰੀ 1970 ਨੂੰ। ਆਪਸ਼ਨ ਬੀ ਇੱਥੇ ਰਾਈਟ ਆਨਸਰ ਹੈ। ਠੀਕ ਹੈ, ਪੰਜਾਬ ਦੇ ਵਿੱਚ ਵਿਧਾਨ ਪਰਿਸ਼ਦ ਨੂੰ ਕਦੋਂ ਖਤਮ ਕੀਤਾ ਗਿਆ? 1 ਜਨਵਰੀ 1970 ਨੂੰ ਖਤਮ ਕਰ ਦਿੱਤਾ ਗਿਆ। ਵੈਰੀ ਵੈਰੀ ਇੰਪੋਰਟੈਂਟ, ਇਹ ਤੁਸੀਂ ਯਾਦ ਰੱਖਣਾ ਵਾ। ਠੀਕ ਹੈ, ਦੇਖੋ ਵਿਧਾਨ ਪਰਿਸ਼ਦ ਨੂੰ ਖਤਮ ਕੀਤਾ ਗਿਆ। ਠੀਕ ਹੈ, ਇਸ ਤੋਂ ਇਲਾਵਾ ਪੰਜਾਬ ਦੇ ਵਿੱਚ ਇਕੱਲਾ ਜਿਹੜਾ ਵਿਧਾਨ ਸਭਾ ਵਾ, ਹੁਣ ਤੁਸੀਂ ਇਹ ਵੀ ਯਾਦ ਰੱਖਣਾ, ਤੁਹਾਨੂੰ ਇਹ ਪੁੱਛਿਆ ਜਾ ਸਕਦਾ ਕਿ ਪੰਜਾਬ ਵਿਧਾਨ ਸਭਾ ਦੇ ਕਿੰਨੇ ਸਦਨ ਹਨ? ਤਾਂ ਪੰਜਾਬ ਦੇ ਵਿੱਚ ਸਿਰਫ ਇੱਕੋ ਹੀ ਸਦਨ ਆ। ਵਿਧਾਨ ਸਭਾ ਦੇ 2 ਸਦਨ ਹੁੰਦੇ ਆ, ਵਿਧਾਨ ਪਰਿਸ਼ਦ ਅਤੇ ਵਿਧਾਨ ਸਭਾ। ਵਿਧਾਨ ਪਰਿਸ਼ਦ ਨੂੰ ਖਤਮ ਕਰ ਦਿੱਤਾ ਗਿਆ, ਹੁਣ ਪੰਜਾਬ ਦੇ ਵਿੱਚ 1 ਸਦਨ ਹੀ ਆ। ਠੀਕ ਹੈ, ਇਸ ਗੱਲ ਦਾ ਤੁਸੀਂ ਧਿਆਨ ਰੱਖਣਾ। ਅਗਲਾ ਪ੍ਰਸ਼ਨ, ਪੰਜਾਬ ਦੇ ਨਵੇਂ ਚਿਹਰੇ ਤੇ ਯੁਵਾ ਮਾਮਲਿਆਂ ਦੇ ਮੰਤਰੀ ਕੌਣ ਬਣੇ? ਸੌਰੀ, ਇੱਥੇ ਗਲਤ ਬਾਈ ਮਿਸਟੇਕ ਇਹ ਟਾਈਪ ਹੋਇਆ। ਪੰਜਾਬ ਦੇ ਨਵੇਂ ਖੇਡ ਅਤੇ ਯੁਵਾ ਮਾਮਲਿਆਂ ਦੇ ਮੰਤਰੀ ਕੌਣ ਬਣੇ? ਹਾਂ, ਗੁਰਮੀਤ ਸਿੰਘ ਮੀਤ ਹੇਅਰ। ਕਰੰਟ ਅਫੇਅਰ ਦਾ MCQ ਪਾਇਆ ਇਹ ਮੈਂ, ਗੁਰਮੀਤ ਸਿੰਘ ਮੀਤ ਹੇਅਰ। ਮੀਤ ਹੇਅਰ ਕੋਲ ਹੁਣ ਕਿਹੜੇ ਮੰਤਰਾਲੇ ਆ? ਇਹਨਾਂ ਕੋਲੇ ਸ਼ਾਸਨ ਸੁਧਾਰ, ਮਾਈਨਿੰਗ, ਟਰਾਂਸਪੋਰਟ, ਪਸ਼ੂ ਪਾਲਣ, ਫੂਡ ਪ੍ਰੋਸੈਸਿੰਗ ਮੰਤਰਾਲੇ ਆ। ਹਰਜੋਤ ਸਿੰਘ ਬੈਂਸ ਜੋ ਕਿ ਸਾਡੇ ਸਿੱਖਿਆ ਮੰਤਰੀ ਆ। ਠੀਕ ਹੈ ਜੀ, ਤਾਂ ਹਰਜੋਤ ਸਿੰਘ ਬੈਂਸ ਹੁਣ ਕਿਹੜੇ ਮੰਤਰੀ ਆ? ਕਿਹੜੇ ਮੰਤਰਾਲੇ ਆ ਹਰਜੋਤ ਸਿੰਘ ਬੈਂਸ ਕੋਲ? ਜਲਦੀ ਨਾਲ ਦੱਸੋ। ਤਾਂ ਹਰਜੋਤ ਸਿੰਘ ਬੈਂਸ ਕੋਲ ਇਹ ਆ ਜੀ ਸਕੂਲੀ ਸਿੱਖਿਆ, ਹਾਇਰ ਐਜੂਕੇਸ਼ਨ, ਤਕਨੀਕੀ ਸਿੱਖਿਆ, ਇੰਡਸਟਰੀਅਲ ਟ੍ਰੇਨਿੰਗ ਮੰਤਰਾਲਾ।
ਅਗਲਾ ਪ੍ਰਸ਼ਨ, ਆਸਕਰ ਅਵਾਰਡ 2013 ਵਿੱਚ ਕਿਹੜੀ ਭਾਰਤੀ ਫਿਲਮ ਦੇ ਗੀਤ ਨੂੰ ਚੁਣਿਆ ਗਿਆ? ਹਾਂਜੀ, ਆਸਕਰ ਅਵਾਰਡ 2013 ਦੇ ਵਿੱਚ 2013 ਨਹੀਂ ਗਾ, ਇੱਥੇ 23 ਆ। ਆਸਕਰ ਅਵਾਰਡ 2023 ਦੇ ਵਿੱਚ ਕਿਹੜੀ ਭਾਰਤੀ ਫਿਲਮ ਦੇ ਗੀਤ ਨੂੰ ਚੁਣਿਆ ਗਿਆ? ਹਾਂਜੀ, ਆਸਕਰ ਅਵਾਰਡ 2023 ਦੇ ਵਿੱਚ ਭਾਰਤੀ ਫਿਲਮ ਦਾ ਗੀਤ ਚੁਣਿਆ ਗਿਆ। ਕਿਹੜੀ ਭਾਰਤੀ ਫਿਲਮ? RRR ਭਾਰਤੀ ਫਿਲਮ ਆ। ਇਹਦਾ ਗੀਤ ਆ ਨਾਟੂ ਨਾਟੂ। ਨਾਟੂ ਨਾਟੂ ਗੀਤ ਨੂੰ ਆਸਕਰ ਅਵਾਰਡ 2023 ਲਈ ਚੁਣਿਆ ਗਿਆ। ਠੀਕ ਹੈ, ਭਾਰਤੀ ਫਿਲਮ ਆ, ਯਾਦ ਰੱਖਣਾ ਤੁਸੀਂ। RRR ਫਿਲਮ ਆ, SS ਰਾਜਾਮੌਲੀ ਦੀ ਇਹ ਫਿਲਮ ਆ। ਠੀਕ ਹੈ, ਤੇ ਇਸ ਦੇ ਲਈ ਕਿਹਨਾਂ ਨੂੰ ਚੁਣਿਆ ਗਿਆ ਵਾ? ਇਸ ਦੇ ਲਈ ਇਸ ਦਾ ਗਾਣਾ ਚੁਣਿਆ ਗਿਆ ਵਾ ਨਾਟੂ ਨਾਟੂ, ਆਸਕਰ ਅਵਾਰਡ 2023 ਦੇ ਲਈ ਚੁਣਿਆ ਗਿਆ ਵਾ। ਠੀਕ ਹੈ ਜੀ, ਵੈਰੀ ਇੰਪੋਰਟੈਂਟ, ਇਹ ਤੁਸੀਂ ਯਾਦ ਰੱਖਣਾ। ਅਗਲਾ ਪ੍ਰਸ਼ਨ, ਕਿਹੜੇ ਕੇਂਦਰ ਸ਼ਾਸਿਤ ਪ੍ਰਦੇਸ਼ ਨੇ ਵਾਹਨ ਪੈਨਿਕ ਬਟਨ ਲਾਜ਼ਮੀ ਕਰ ਦਿੱਤਾ? ਹਾਂਜੀ, ਉਹ ਕਿਹੜਾ ਕੇਂਦਰ ਸ਼ਾਸਿਤ ਪ੍ਰਦੇਸ਼ ਆ ਜਿਸ ਨੇ ਵਾਹਨ ਪੈਨਿਕ ਬਟਨ ਲਾਜ਼ਮੀ ਕੀਤਾ ਵਾ? ਤਾਂ ਇਹ ਪੈਨਿਕ ਬਟਨ ਆ ਜਿਹੜਾ ਲਾਜ਼ਮੀ ਕੀਤਾ ਜੀ ਚੰਡੀਗੜ੍ਹ ਨੇ। ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ, ਪੈਨਿਕ ਬਟਨ, ਵੈਰੀ ਇੰਪੋਰਟੈਂਟ। ਅਗਲਾ ਪ੍ਰਸ਼ਨ, ਪੰਜਾਬ ਬਜਟ 2023 ਕਿਸ ਨੇ ਪੇਸ਼ ਕੀਤਾ? ਹਾਂਜੀ, ਪੰਜਾਬ ਬਜਟ 2023 ਦਾ ਜਿਹੜਾ ਪੰਜਾਬ ਦਾ ਬਜਟ ਆ 2023-24 ਦਾ, ਇਹ ਕਿਹਨਾਂ ਨੇ ਪੇਸ਼ ਕੀਤਾ? ਪਹਿਲਾਂ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਕਿ ਪੰਜਾਬ ਦਾ ਜਿਹੜਾ ਬਜਟ ਆ ਜਾਂ ਭਾਰਤ ਦਾ ਬਜਟ ਆ ਜਾਂ ਕੋਈ ਵੀ ਬਜਟ ਆ ਉਹ ਵਿੱਤ ਮੰਤਰੀ ਪੇਸ਼ ਕਰਦਾ ਵਾ। ਠੀਕ ਹੈ, ਕਿਸੇ ਵੀ ਰਾਜ ਦਾ ਬਜਟ ਆ, ਭਾਰਤ ਦਾ ਕਿਸੇ ਵੀ ਦੇਸ਼ ਦਾ ਬਜਟ ਆ ਤਾਂ ਵਿੱਤ ਮੰਤਰੀ ਵੱਲੋਂ ਪੇਸ਼ ਕੀਤਾ ਜਾਂਦਾ। ਠੀਕ ਹੈ, ਤਾਂ ਹੁਣ ਤੁਹਾਨੂੰ ਪਤਾ ਹੋਣਾ ਚਾਹੀਦਾ ਜੇ ਇੱਥੇ ਭਾਰਤ ਲਿਖਿਆ ਆ ਜੇ ਤਾਂ ਭਾਰਤ ਦੇ ਵਿੱਤ ਮੰਤਰੀ ਕੌਣ ਆ? ਨਿਰਮਲਾ ਸੀਤਾਰਮਨ। ਜੇ ਪੰਜਾਬ ਲਿਖਿਆ ਆ ਤਾਂ ਪੰਜਾਬ ਦੇ ਵਿੱਤ ਮੰਤਰੀ ਕੌਣ ਆ? ਹਰਪਾਲ ਸਿੰਘ ਚੀਮਾ। ਪੰਜਾਬ 2023-24 ਦਾ ਬਜਟ ਪੇਸ਼ ਕੀਤਾ ਹਰਪਾਲ ਸਿੰਘ ਚੀਮਾ ਨੇ। ਠੀਕ ਹੈ, ਇਸ ਗੱਲ ਦਾ ਤੁਸੀਂ ਧਿਆਨ ਰੱਖਣਾ। ਤੇ ਫਰਵਰੀ ਦੇ ਵਿੱਚ ਭਾਰਤ ਦਾ ਕੀਤਾ ਗਿਆ ਸੀ ਜਿਹੜਾ ਕਿ ਨਿਰਮਲਾ ਸੀਤਾਰਮਨ ਵੱਲੋਂ ਕੀਤਾ ਗਿਆ। ਨਿਰਮਲਾ ਸੀਤਾਰਮਨ ਮਹਿਲਾ ਦਾ ਨਾਮ ਆ ਇੱਕ। ਠੀਕ ਹੈ, ਇਸ ਗੱਲ ਦਾ ਵੀ ਧਿਆਨ ਰੱਖਣਾ। ਠੀਕ ਹੈ, ਇਹ ਮਹਿਲਾ ਵਾ ਜਿਹੜੇ ਸਾਡੇ ਭਾਰਤ ਦੇ ਐਟ ਪ੍ਰੈਜ਼ੈਂਟ ਵਿੱਤ ਮੰਤਰੀ ਆ। ਤੇ ਹਰਪਾਲ ਸਿੰਘ ਚੀਮਾ ਬਾਰੇ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ। ਹਰਪਾਲ ਸਿੰਘ ਚੀਮਾ ਸਾਡੇ ਵਿੱਤ ਮੰਤਰੀ ਆ, ਯੋਜਨਾਬੰਦੀ ਮੰਤਰੀ ਆ, ਪ੍ਰੋਗਰਾਮ ਲਾਗੂ ਕਰਨ ਦੇ ਮੰਤਰੀ ਆ, ਐਕਸਾਈਜ਼ ਅਤੇ ਟੈਕਸ ਮੰਤਰੀ ਆ। ਅਗਲਾ ਪ੍ਰਸ਼ਨ, ਹਾਲ ਹੀ ਵਿੱਚ ਕਿਹੜਾ ਦੇਸ਼ ਭਾਰਤ ਦੀ ਡਿਗਰੀ ਨੂੰ ਮਾਨਤਾ ਦੇਣ ਵਾਲਾ ਦੇਸ਼ ਬਣਿਆ? ਹਾਂਜੀ, ਭਾਰਤ ਡਿਗਰੀ ਨੂੰ ਮਾਨਤਾ ਕਿਹੜੇ ਦੇਸ਼ ਨੇ ਦਿੱਤੀ ਆ ਰੀਸੈਂਟਲੀ? ਆਸਟ੍ਰੇਲੀਆ ਨੇ। ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ। ਹੁਣ ਆਸਟ੍ਰੇਲੀਆ ਨੇ ਦਿੱਤੀ ਆ। ਆਸਟ੍ਰੇਲੀਆ ਦੀ ਕੈਪੀਟਲ ਕੀ ਆ? ਆਸਟ੍ਰੇਲੀਆ ਦੀ ਕੈਪੀਟਲ ਆ ਜੀ ਕੀ ਆ? ਜਲਦੀ ਨਾਲ ਦੱਸੋ। ਕੈਨਵਰਾ। ਇੱਥੋਂ ਦੀ ਕਰੰਸੀ ਆ ਆਸਟ੍ਰੇਲੀਅਨ ਡਾਲਰ। ਇੱਥੋਂ ਦੇ ਪ੍ਰਾਈਮ ਮਿਨਿਸਟਰ ਆ ਐਂਥਨੀ ਅਲਬਨੀਜ਼। ਅਗਲਾ ਪ੍ਰਸ਼ਨ, ਜਿਮ ਕਾਰਬੇਟ ਨੈਸ਼ਨਲ ਪਾਰਕ ਕਿਹੜੇ ਰਾਜ ਵਿੱਚ ਸਥਿਤ ਆ? ਵੈਰੀ ਇੰਪੋਰਟੈਂਟ। ਹਾਂਜੀ, ਜਦੋਂ ਵੀ ਆਪਾਂ ਕਰੰਟ ਅਫੇਅਰ ਦੇ ਵਿੱਚ ਗੱਲ ਕਰਦੇ ਹਾਂ ਉੱਤਰਾਖੰਡ ਦੀ, ਤਾਂ ਮੈਂ ਤੁਹਾਨੂੰ ਹਮੇਸ਼ਾ ਹੀ ਦੱਸਦੀ ਹਾਂ ਕਿ ਭਾਰਤ ਦਾ ਪਹਿਲਾ ਉੱਤਰਾਖੰਡ ਦੇ ਵਿੱਚ ਪਹਿਲਾ ਨੈਸ਼ਨਲ ਪਾਰਕ ਬਣਿਆ ਸੀਗਾ ਜਿਹੜਾ ਕਿ ਜਿਮ ਕਾਰਬੇਟ ਨੈਸ਼ਨਲ ਪਾਰਕ ਆ। ਇਸ ਭਾਰਤ ਦਾ ਸਭ ਤੋਂ ਪੁਰਾਣਾ ਨੈਸ਼ਨਲ ਪਾਰਕ ਆ। ਪੁਰਾਣਾ ਹੋਣ ਕਰਕੇ ਇਸ ਦਾ ਪੁਰਾਣਾ ਨਾਮ ਵੀ ਆ ਸਕਦਾ। ਇਸ ਦਾ ਪੁਰਾਣਾ ਨਾਮ ਹੈ ਹੈਲੀ ਨੈਸ਼ਨਲ ਪਾਰਕ। ਇਸ ਦੀ ਸਥਾਪਨਾ ਹੋਈ ਸੀ 1936 ਦੇ ਵਿੱਚ ਤੇ ਭਾਰਤ ਦਾ ਪਹਿਲਾ ਨੈਸ਼ਨਲ ਪਾਰਕ ਆ। ਠੀਕ ਹੈ, ਤੇ ਕਿਹੜੇ ਰਾਜ ਵਿੱਚ ਆ? ਉੱਤਰਾਖੰਡ ਦੇ ਵਿੱਚ। ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ। ਇਸ ਤੋਂ ਇਲਾਵਾ ਉੱਤਰਾਖੰਡ ਦੇ ਵਿੱਚ ਕਿਹੜੇ ਨੈਸ਼ਨਲ ਪਾਰਕ ਆ? ਗੰਗੋਤਰੀ ਨੈਸ਼ਨਲ ਪਾਰਕ ਆ, ਰਾਜਾ ਜੀ ਨੈਸ਼ਨਲ ਪਾਰਕ ਆ, ਨੰਦਾ ਦੇਵੀ ਨੈਸ਼ਨਲ ਪਾਰਕ ਆ, ਵੈਲੀ ਆਫ ਫਲਾਵਰਸ ਨੈਸ਼ਨਲ ਪਾਰਕ ਆ, ਗੋਵਿੰਦ ਪਸ਼ੂ ਵਿਹਾਰ ਨੈਸ਼ਨਲ ਪਾਰਕ ਆ। ਅਗਲਾ ਪ੍ਰਸ਼ਨ, ਅਬੋਹਰ ਵਾਈਲਡ ਲਾਈਫ ਸੈਂਚੁਰੀ। ਹਾਂਜੀ, ਅਬੋਹਰ ਵਾਈਲਡ ਲਾਈਫ ਸੈਂਚੁਰੀ ਜੰਗਲੀ ਜੀਵ ਰੱਖ ਕਿਹੜੇ ਰਾਜ ਵਿੱਚ ਸਥਿਤ ਆ? ਹਾਂਜੀ, ਅਬੋਹਰ ਤਾਂ ਸੁਣ ਕੇ ਹੀ ਯਾਦ ਆ ਗਿਆ ਹੋਣਾ ਕਿਹੜੇ ਰਾਜ ਵਿੱਚ ਆ। ਅਬੋਹਰ ਕਿਹੜੇ ਰਾਜ ਵਿੱਚ ਪੈਂਦਾ? ਪੰਜਾਬ ਦੇ ਵਿੱਚ। ਠੀਕ ਹੈ, ਅਬੋਹਰ ਪੰਜਾਬ ਰਾਜ ਦਾ ਵਾ ਤਾਂ ਇਹ ਵਾਈਲਡ ਲਾਈਫ ਸੈਂਚੁਰੀ ਵੀ ਫਿਰ ਪੰਜਾਬ 'ਚ ਹੀ ਹੋਈ ਨਾ। ਇਸ ਤਰ੍ਹਾਂ ਤੁਸੀਂ ਸੋਚ ਸਕਦੇ ਹੋ। ਤਾਂ ਆਪਸ਼ਨ ਨੰਬਰ ਏ ਇਜ਼ ਦਾ ਰਾਈਟ ਆਨਸਰ। ਹੁਣ ਪੰਜਾਬ ਦਾ ਰਾਜ ਜਾਨਵਰ ਕਿਹੜਾ ਵਾ? ਹਿਰਨ, ਕਾਲਾ ਹਿਰਨ। ਕਾਲੇ ਹਿਰਨ ਦੇ ਲਈ ਹੀ ਇਹ ਮਸ਼ਹੂਰ ਆ ਅਬੋਹਰ ਵਾਈਲਡ ਲਾਈਫ ਸੈਂਚੁਰੀ। ਠੀਕ ਹੈ, ਅਬੋਹਰ ਵਾਈਲਡ ਲਾਈਫ ਸੈਂਚੁਰੀ ਜੰਗਲੀ ਜੀਵ ਰੱਖ ਕਿਹੜੇ ਜਾਨਵਰ ਲਈ ਮਸ਼ਹੂਰ ਆ? ਕਾਲੇ ਹਿਰਨ ਲਈ ਮਸ਼ਹੂਰ ਆ। ਇਹ ਵੀ ਤੁਸੀਂ ਯਾਦ ਰੱਖਣਾ। ਕਿਹਦੇ ਵਿੱਚ ਆ? ਪੰਜਾਬ ਦੇ ਵਿੱਚ ਆ। ਪੰਜਾਬ ਦੇ ਵਿੱਚ ਕੋਈ ਵੀ ਨੈਸ਼ਨਲ ਪਾਰਕ ਨਹੀਂ ਗਾ ਪਰ ਵਾਈਲਡ ਲਾਈਫ ਸੈਂਚੁਰੀਜ਼ ਹੈਗੀਆਂ ਵਾ 13+ ਹੋਣਗੀਆਂ ਜਾਂ 13 ਵਾ। ਠੀਕ ਹੈ, ਅਗਲਾ 13 ਵਾ। ਅਗਲਾ ਪ੍ਰਸ਼ਨ, ਪੂਰੀ ਦੁਨੀਆ ਵਿੱਚ ਭਾਰਤ ਦਾ ਦੁੱਧ ਉਤਪਾਦਨ ਵਿੱਚ ਕਿਹੜਾ ਸਥਾਨ ਹੈ? ਹਾਂਜੀ, ਪੂਰੇ ਵਿਸ਼ਵ ਦੇ ਵਿੱਚ ਜੇ ਅਸੀਂ ਦੇਖੀਏ ਭਾਰਤ ਦੀ ਗੱਲ ਕਰੀਏ ਤਾਂ ਭਾਰਤ ਦਾਲਾਂ ਦੇ ਉਤਪਾਦਨ ਦੇ ਵਿੱਚ ਵੀ ਟੌਪ 'ਤੇ ਆ। ਠੀਕ ਹੈ, ਅਰਥ ਵਿਵਸਥਾ ਦੇ ਮਾਮਲੇ 'ਚ 5ਵੇਂ ਨੰਬਰ 'ਤੇ ਆ, ਖੇਤਰਫਲ ਦੇ ਪੱਖੋਂ 7ਵੇਂ ਨੰਬਰ 'ਤੇ ਆ, ਦੁੱਧ ਉਤਪਾਦਨ ਦੇ ਵਿੱਚ ਪਹਿਲੇ ਨੰਬਰ 'ਤੇ ਆ। ਆਪਸ਼ਨ
ਇਹ ਇੱਥੇ ਰਾਈਟ ਆਨਸਰ ਹੈ। ਭਾਰਤ ਦੇ ਨਾਲ ਕਿੰਨੇ ਦੇਸ਼ਾਂ ਦੀ ਹੱਦ ਲੱਗਦੀ ਆ? 7 ਦੀ। ਕਿਹੜੇ? ਅਫਗਾਨਿਸਤਾਨ, ਪਾਕਿਸਤਾਨ, ਨੇਪਾਲ, ਚੀਨ, ਬਰਮਾ, ਬੰਗਲਾਦੇਸ਼, ਭੂਟਾਨ। ਭਾਰਤ ਦੇ ਮੱਧ ਵਿੱਚੋਂ ਕਿਹੜੀ ਰੇਖਾ ਲੰਘਦੀ ਆ? ਕਰਕ ਰੇਖਾ। ਪੂਰੀ ਧਰਤੀ ਦੀ ਗੱਲ ਕਰੀਏ, ਪੂਰੀ ਧਰਤੀ ਦੇ ਮੱਧ ਵਿੱਚੋਂ ਲੰਘਦੀ ਆ ਜੀ ਭੂ-ਮੱਧ ਰੇਖਾ, ਠੀਕ ਹੈ। ਫਿਰ 23 ਡਿਗਰੀ ਉੱਤਰੀ ਅਕਸ਼ਾਂਸ਼ ਇੱਥੇ ਲੰਘਦੀ ਹੈ ਕਰਕ ਰੇਖਾ, ਤੇ ਇੱਥੇ ਹੀ ਬਣਿਆ ਹੋਇਆ ਭਾਰਤ ਦਾ ਜਿੰਨਾ ਨਕਸ਼ਾ ਗਲੋਬ ਦੇ ਵਿੱਚ ਕਦੇ ਧਿਆਨ ਨਾਲ ਦੇਖਿਓ, ਇਸ ਤਰ੍ਹਾਂ ਭਾਰਤ ਦਾ ਨਕਸ਼ਾ ਬਣਿਆ ਹੋਇਆ ਵਾ, ਠੀਕ ਹੈ। ਜੇ ਆਪਾਂ ਗੱਲ ਕਰੀਏ ਤਾਂ ਭਾਰਤ ਦਾ ਜਿਹੜਾ ਨਕਸ਼ਾ ਵਾ ਇਹ ਭੂ-ਮੱਧ ਰੇਖਾ ਹੋ ਗਈ, ਠੀਕ ਹੈ। ਭੂ-ਮੱਧ ਰੇਖਾ ਤੋਂ ਭਾਰਤ ਦਾ ਨਕਸ਼ਾ ਤੁਸੀਂ ਗਲੋਬ ਦੇ ਵਿੱਚ ਦੇਖੋਗੇ ਕੁਝ ਇਸ ਟਾਈਪ ਦਾ ਵਾ। ਇੱਥੇ ਮੇਰੇ ਤੋਂ ਥੋੜਾ ਕਲੀਅਰ ਨਹੀਂ ਬਣਿਆਗਾ। ਇੱਥੇ ਲੰਘਦੀ ਹੈ ਕਰਕ ਰੇਖਾ, ਤਾਂ ਭਾਰਤ ਦੇ ਮੱਧ ਵਿੱਚੋਂ ਲੰਘਦੀ ਹੈ ਕਰਕ ਰੇਖਾ, ਧਰਤੀ ਦੇ ਮੱਧ ਵਿੱਚੋਂ ਲੰਘਦੀ ਹੈ ਭੂ-ਮੱਧ ਰੇਖਾ, ਇੱਥੇ ਹੁੰਦੀ ਹੈ ਮਕਰ ਰੇਖਾ। ਇਹ ਹੁੰਦਾ ਦੱਖਣੀ ਅਕਸ਼ਾਂਸ਼ 23.5 23.5 ਡਿਗਰੀ ਜਿਹਨੂੰ ਬੋਲਦੇ ਆ। ਅਗਲਾ ਪ੍ਰਸ਼ਨ, ਭਾਰਤ ਦੇ ਮੱਧ ਵਿੱਚੋਂ ਕਿਹੜੀ ਰੇਖਾ ਲੰਘਦੀ ਆ? ਹੁਣ ਇਸ ਦਾ ਆਨਸਰ ਤਾਂ ਤੁਸੀਂ ਆਪ ਹੀ ਦੇ ਸਕਦੇ ਹੋ। ਤਾਂ ਭਾਰਤ ਦੇ ਮੱਧ ਵਿੱਚੋਂ ਕਿਹੜੀ ਰੇਖਾ ਲੰਘਦੀ ਆ? ਭੂ-ਮੱਧ ਰੇਖਾ। ਭਾਰਤ ਦੇ ਮੱਧ ਵਿੱਚੋਂ ਕਰਕ ਰੇਖਾ। ਰੈੱਡ ਕਲੀਫ ਲਾਈਨ ਕਿਹੜੇ 2 ਦੇਸ਼ਾਂ ਨੂੰ ਡਿਵਾਈਡ ਕਰਦੀ ਆ? ਭਾਰਤ ਅਤੇ ਪਾਕਿਸਤਾਨ ਨੂੰ। ਇਹ ਵੀ ਤੁਸੀਂ ਯਾਦ ਰੱਖਣਾ, ਭਾਰਤ ਅਤੇ ਪਾਕਿਸਤਾਨ ਦੇ ਵਿੱਚੋਂ ਲੰਘਦੀ ਆ ਰੈੱਡ ਕਲੀਫ ਰੇਖਾ। ਅਗਲਾ ਪ੍ਰਸ਼ਨ ਆ ਜੀ, ਭਾਰਤ ਦੀ ਹੱਦ ਕਿੰਨੇ ਦੇਸ਼ਾਂ ਨਾਲ ਲੱਗਦੀ ਹੈ? ਇਹ ਵੀ ਹੁਣ ਆਪਾਂ ਉੱਪਰ ਮੈਂ ਤੁਹਾਨੂੰ ਆਲਰੇਡੀ ਦੱਸ ਚੁੱਕੀ ਹਾਂ ਕਿ ਭਾਰਤ ਦੀ ਹੱਦ ਕਿੰਨੇ ਦੇਸ਼ਾਂ ਨਾਲ ਲੱਗਦੀ ਹੈ। ਕਿੰਨੇ ਦੇਸ਼ਾਂ ਨਾਲ ਲੱਗਦੀ ਹੈ? 7 ਦੇਸ਼ਾਂ ਨਾਲ। ਕਿਹੜੇ ਆ? ਰਿਵਾਈਜ਼ ਕਰੋ ਜਲਦੀ ਨਾਲ ਮੇਰੇ ਨਾਲ। ਅਫਗਾਨਿਸਤਾਨ, ਪਾਕਿਸਤਾਨ, ਨੇਪਾਲ, ਚੀਨ, ਬਰਮਾ, ਬੰਗਲਾਦੇਸ਼, ਭੂਟਾਨ, ਠੀਕ ਹੈ। 7 ਦੇਸ਼ਾਂ ਦੇ ਵਿੱਚੋਂ ਲੰਘਦੀ ਆ ਭਾਰਤ ਦੀ ਜਿਹੜੀ ਹੱਦ ਆ 7 ਦੇਸ਼ਾਂ ਦੇ ਨਾਲ ਲੱਗਦੀ ਹੈ। ਅਗਲਾ ਪ੍ਰਸ਼ਨ, ਹਾਂਜੀ, ਇੱਥੇ 4 ਦੇ ਪਹਿਲੇ 7 ਗੁਣਜਾਂ ਦੀ ਔਸਤ ਪਤਾ ਕਰੋ। 4 ਦੇ ਪਹਿਲੇ 7 ਗੁਣਜ ਹੋਏ ਆ, ਤੁਹਾਨੂੰ ਕਿਸੇ ਵੀ ਚੀਜ਼ ਦੇ ਗੁਣਜ ਆ ਸਕਦੇ। ਗੁਣਜ ਮਤਲਬ ਮਲਟੀਪਲਾਈ। ਮੂਰੇ ਬ੍ਰੈਕਟ 'ਚ ਉਹ ਨੰਬਰ ਲਿਖ ਲਓ, ਠੀਕ ਹੈ। ਜਿੰਨੇ ਦੀ ਗੱਲ ਹੋਈ ਆ ਓਨੀ ਸੰਖਿਆ ਲਿਖ ਲਓ। ਜਿਵੇਂ 7 ਤੱਕ ਕਿਹਾ ਵਾ ਉਹਨੇ ਤਾਂ ਅਸੀਂ ਲਿਖ ਲਏ ਆ 7 ਤੱਕ ਨੰਬਰ। ਹੁਣ 4 ਨੂੰ ਜਦੋਂ ਅੰਦਰ ਮਲਟੀਪਲਾਈ ਕਰੋਗੇ ਇੱਕ ਤਰ੍ਹਾਂ ਨਾਲ 4 ਦਾ 7 ਤੱਕ ਪਹਾੜਾ ਹੀ ਬਣ ਜਾਣਾ। 1 ਚੌਕਾ ਚੌਕਾ, 2 ਚੌਕੇ 8, 3 ਚੌਕੇ 12, 4 ਚੌਕੇ 16, 5 ਚੌਕਾ 20, 6 ਚੌਕਾ 24, ਠੀਕ ਹੈ। 7 ਚੌਕਾ 28। ਕਿੰਨੇ ਬਣ ਗਏ? 7 ਚੌਕਾ 28 ਬਟਾ 7। 7 ਹੀ ਬਣਿਆ ਨਾ ਬਟਾ। ਜਦੋਂ ਇਹ 7 ਬਣਿਆ ਤੁਸੀਂ ਨਾ ਸਾਰੀਆਂ ਸੰਖਿਆਵਾਂ ਦਾ ਕਰਨਾ ਜੋੜ। ਸਾਰੀਆਂ ਸੰਖਿਆਵਾਂ ਦਾ ਜੋੜ ਕਰਨ ਦੇ ਲਈ ਪਹਿਲਾਂ ਅਸੀਂ ਇਕਾਈ ਅੰਕ ਦਾ ਕਰ ਲੈਂਦੇ ਹਾਂ। ਜੋੜ ਇੱਦਾਂ ਹੀ ਕਰਦੇ ਹੁੰਦੇ ਨਾ, 8 4 12, 12 ਤੇ ਪਲੱਸ 0 12 ਹੀ ਰਹਿ ਜਾਣੇ ਆ। ਫਿਰ 12 ਤੇ 6 18, 18 ਤੇ 2 20, 20 ਤੇ 8, 20 8 28, 28 4 32, ਠੀਕ ਹੈ। ਮਗਰ ਬਚ ਗਏ 3 ਰਹਿ ਗਏ ਹਾਸਲ। ਉਸ ਤੋਂ ਬਾਅਦ ਦੁਹਾਈ ਅੰਕ ਲੈ ਲਓ। 3 ਤੇ 2 5, 5 2 7, 7 ਤੇ 2 9, 9 ਤੇ 1 10, 10 ਤੇ 1 11। ਦੁਹਾਈ ਅੰਕ ਲੈਣ ਨਾਲ ਇਹ ਬਣ ਗਿਆ 112 ਬਟਾ 7। ਹੁਣ ਇਹਦੀ ਜੋ ਕੈਂਸਲ ਹੁੰਦੇ ਆ, ਕਟਿੰਗ ਕਰਨੀ ਆ ਅਸੀਂ, ਉਹ ਕਟਿੰਗ ਕਰ ਦਿਓ। 1 7 7, 1 7 7, ਠੀਕ ਹੈ। 1 7 7 ਹੀ ਬਣਿਆ ਨਾ। 4 ਦੇ ਪਹਿਲੇ 7 ਗੁਣਜ ਦੀ ਔਸਤ ਪਤਾ ਕਰਨੀ ਆ ਤਾਂ 1 7 7। ਉਸ ਤੋਂ ਬਾਅਦ ਦੇਖੋ 7 6 42, ਠੀਕ ਹੈ। ਡਿਵਾਈਡ ਕਰਕੇ ਦੇਖ ਲਿਓ ਤੁਸੀਂ, 7 ਤੇ 16 ਬਣੂਗਾ। ਤਾਂ ਆਪਸ਼ਨ ਇੱਥੇ ਮੇਰੇ ਕੋਲ ਰਾਈਟ ਆਨਸਰ ਹੈ ਜੀ C 16 ਆਪਸ਼ਨ, ਠੀਕ ਹੈ। ਅਗਲਾ ਪ੍ਰਸ਼ਨ, A ਇੱਕ ਕੰਮ ਨੂੰ 30 ਦਿਨਾਂ ਵਿੱਚ, B ਇੱਕ ਕੰਮ ਨੂੰ 45 ਦਿਨਾਂ ਵਿੱਚ ਪੂਰਾ ਕਰਦਾ। ਜੇਕਰ ਦੋਵੇਂ ਮਿਲ ਕੇ ਕੰਮ ਕਰਨ ਤਾਂ ਕਿੰਨੇ ਦਿਨਾਂ ਵਿੱਚ ਪੂਰਾ ਕਰਨਗੇ? ਹੁਣ A ਦਾ 1 ਦਿਨ ਦਾ ਕੰਮ ਕਿੰਨਾ ਹੋ ਗਿਆ? A ਦਾ 1 ਦਿਨ ਦਾ ਕੰਮ ਹੋ ਗਿਆ 1/30, B ਦਾ 1 ਦਿਨ ਦਾ ਕੰਮ ਹੋ ਗਿਆ 1/45। ਦੋਵਾਂ ਦਾ 1 ਦਿਨ ਦਾ ਕੰਮ ਕੱਢ ਲੈਂਦੇ ਆ। ਕਿਵੇਂ ਕੱਢਾਂਗੇ? ਪਲੱਸ ਕਰਕੇ, ਠੀਕ ਹੈ। ਦੋਵਾਂ ਦਾ 1 ਦਿਨ ਦਾ ਕੰਮ ਅਸੀਂ ਪਲੱਸ ਕਰਕੇ ਕੱਢਾਂਗੇ। 30 ਤੇ 45 ਦਾ ਐਲਸੀਅਮ ਕਿੰਨਾ ਹੁੰਦਾ? ਹਾਂਜੀ, 30 ਤੇ 45 ਦਾ ਐਲਸੀਅਮ ਦੱਸੋ ਜਲਦੀ ਨਾਲ ਕਿੰਨਾ ਹੋਊਗਾ? ਜਦੋਂ ਤੁਸੀਂ 30 ਤੇ 45 ਦਾ ਐਲਸੀਅਮ ਕਰੋਗੇ ਨਾ, ਵੱਡਾ ਨੰਬਰ ਦੇਖ ਲਿਆ ਕਰੋ ਕਿਹੜਾ ਵਾ। 45 ਆ। 45 ਦੂਣਾ ਕਿੰਨਾ ਹੁੰਦਾ? ਠੀਕ ਹੈ। 45 ਦੂਣਾ ਕਿੰਨਾ ਹੁੰਦਾ? 5 ਦੂਣੀ 10, 4 ਦੂਣੀ 8 ਤੇ 1 9, 90 ਹੁੰਦੇ ਆ। 30 ਦੇ ਪਹਾੜੇ ਵਿੱਚ 90 ਆਉਂਦਾ ਵਾ? ਹਾਂਜੀ ਬਿਲਕੁਲ ਆਉਂਦਾ ਵਾ। 30 30 90, ਠੀਕ ਹੈ। ਤੇ 45 ਦੂਣਾ 90, ਤਾਂ ਇੱਥੇ ਕੀ ਬਣ ਗਿਆ? 90 ਬਣ ਗਿਆ। ਮਤਲਬ ਮੈਂ ਇੱਥੇ 90 ਬਣਾਉਣ ਲਈ 3 ਨਾਲ ਮਲਟੀਪਲਾਈ ਕਰੂੰਗੀ, ਇੱਥੇ 90 ਬਣਾਉਣ ਲਈ 2 ਨਾਲ ਮਲਟੀਪਲਾਈ ਕਰੂੰਗੀ। ਪਰ ਜੇ ਹੇਠਾਂ ਕਰ ਰਹੀ ਹਾਂ ਤਾਂ ਉੱਪਰ ਵੀ ਕਰੂੰਗੀ। 1 ਜਾਂ 30 ਆ, ਵਿੱਚ ਪਲੱਸ ਦਾ ਸਾਈਨ ਆ, ਤੇ ਇੱਥੇ ਬਣ ਜਾਣਾ ਤੁਹਾਡੇ ਕੋਲੇ 1 ਦੂਣੀ 2 ਨੇ, 3 ਤੇ 2 5, 5/90 ਆ ਗਿਆ। 5/90। ਹੁਣ ਜਦੋਂ 5/90 ਆ ਗਿਆ ਤਾਂ ਆਪਾਂ ਨੂੰ ਪਤਾ ਵਾ ਕਿ 18 1 18, 18 5 90, ਠੀਕ ਹੈ।
5 एकम 5 18 5 90 ਹੁੰਦੇ ਆ ਨਾ, ਤਾਂ 18 ਦਿਨ ਆ ਗਏ। ਮਤਲਬ ਦੋਵੇਂ ਮਿਲ ਕੇ ਇੱਕ ਦਿਨ ਦੇ ਵਿੱਚ 18 ਕੰਮ ਪੂਰਾ ਕਰਨਗੇ ਤੇ 18 ਦਿਨਾਂ ਦੇ ਵਿੱਚ ਸਾਰਾ ਕੰਮ ਪੂਰਾ ਕਰਨਗੇ। ਆਪਸ਼ਨ ਸੀ ਇੱਥੇ ਰਾਈਟ ਆਨਸਰ। ਇੱਥੇ ਵੀ ਤਾਂ ਮੈਂ ਓਪੋਜ਼ਿਟ ਲਿਖੇ ਸੀ ਨਾ, ਟਾਈਮ ਐਂਡ ਵਰਕ ਇੱਕ ਦੂਜੇ ਦੇ ਓਪੋਜ਼ਿਟ ਹੁੰਦੇ ਆ। ਅਗਲਾ ਪ੍ਰਸ਼ਨ ਆ ਜੀ, ਸਾਇਆ ਕਿਰਤ ਖੇਤਰ ਦੀ ਭਿੰਨ ਪਤਾ ਕਰੋ। ਹਾਂਜੀ, ਸਾਇਆ ਕਿਰਤ ਮੈਂ ਤੁਹਾਡੇ ਸਾਹਮਣੇ ਆਕਿਰਤੀ ਬਣਾ ਦਿੰਨੀ ਆ। ਇਹ ਸਰਕਲ ਆ, ਇਹਦੇ ਵਿੱਚ ਤੁਸੀਂ ਇਹਦੀ ਭਿੰਨ ਪਤਾ ਕਰਨੀ ਆ ਸਾਇਆ ਕਿਰਤ ਦੀ। ਪਹਿਲਾਂ ਆਪਾਂ ਸਾਇਆ ਕਿਰਤ ਦੀ ਗੱਲ ਕਰੀਏ ਤਾਂ ਹਾਂਜੀ, ਇਹ ਜੋ ਤੁਹਾਨੂੰ ਸਰਕਲ ਦਿੱਤਾ ਹੋਇਆ ਇਹਦੇ ਵਿੱਚ ਕੁਝ ਸਾਇਆ ਕਿਰਤਾਂ ਅੱਖਰ ਆ, ਠੀਕ ਹੈ। ਇਸ ਤਰ੍ਹਾਂ ਇਹਦੇ 8 ਪਾਰਟਸ ਦੇ ਵਿੱਚ ਇਹਨੂੰ ਡਿਵਾਈਡ ਕੀਤਾ ਹੋਇਆ ਵਾ, ਠੀਕ ਹੈ। ਉਸ ਤੋਂ ਬਾਅਦ ਇਹਦੇ ਵਿੱਚ ਫਿਲ ਕੀਤਾ ਹੋਇਆ ਇਹ ਆ ਛਾਇਆ ਕਿਰਤ ਅੱਖਰ ਜਾਂ ਛਾਇਆ ਕਿਰਤ। ਤੁਹਾਡੇ ਸਾਹਮਣੇ ਇੱਕ ਸਰਕਲ ਜਿਹਦੇ ਵਿੱਚ ਤੁਸੀਂ ਦੱਸਣਾ ਕਿ ਸਰਕਲ ਦਾ ਕਿੰਨਾ ਹਿੱਸਾ ਸਾਇਆ ਕਿਰਤ ਕੀਤਾ ਹੋਇਆ। ਭਿੰਨ ਲਿਖਣੀ ਹੈ ਇਹਦੀ, ਸਾਇਆ ਕਿਰਤ ਦੀ ਲਿਖਣੀ ਆ। ਤਾਂ ਇਹਦੀ ਭਿੰਨ ਕੀ ਬਣੂਗੀ? ਦੇਖੋ ਹੁਣ ਟੋਟਲ ਸਰਕਲ ਕਿੰਨੇ ਆ? 1, ਠੀਕ ਹੈ। ਪਰ ਸਰਕਲ ਦੀ ਅਸੀਂ ਭਿੰਨ ਲਿਖਣੀ ਆ। ਪਹਿਲਾਂ ਤੁਸੀਂ ਦੇਖੋਗੇ ਕਿੰਨੇ ਪਾਰਟਸ ਵਿੱਚ ਡਿਵਾਈਡ ਹੋਇਆ। ਜਦੋਂ ਆਪਾਂ ਕਾਊਂਟ ਕਰਦੇ ਹਾਂ 1 2 3 4 5 6 7 8, ਤਾਂ ਹੇਠਾਂ ਤੁਸੀਂ 8 ਲਿਖ ਦੋਗੇ। ਉਹਨੇ ਸਾਇਆ ਕਿਰਤ ਦੀ ਬੋਲਿਆ ਤਾਂ ਤੁਸੀਂ ਦੇਖ ਲਓ ਫਿਲ ਕਿੰਨੇ ਹੋਇਆ ਵਿੱਚੋਂ 4, ਤਾਂ 4/8। 4/8 ਦੀ ਭਿੰਨ ਕਿਹੜੀ ਬਣ ਗਈ? 1/2 ਕੱਟ ਕੇ। ਤਾਂ ਆਪਸ਼ਨ ਏ ਇੱਥੇ ਰਾਈਟ ਆਨਸਰ ਹੈ। ਅਗਲਾ ਪ੍ਰਸ਼ਨ ਆ, ਇੱਕ ਮੇਜ਼ ਨੂੰ 2600 ਰੁਪਏ ਵਿੱਚ ਵੇਚ ਕੇ ਇੱਕ ਦੁਕਾਨਦਾਰ ਨੂੰ 30% ਦਾ ਲਾਭ ਹੁੰਦਾ ਹੈ। 30% ਦੀ ਹਾਨੀ ਕਮਾਉਣ ਲਈ ਉਸ ਨੂੰ ਉਹ ਮੇਜ਼ ਕਿੰਨੇ ਰੁਪਏ ਵਿੱਚ ਵੇਚਣਾ ਚਾਹੀਦਾ? ਹੁਣ ਇੱਕ ਮੇਜ਼ ਨੂੰ ਉਹਨੇ ਕਿੰਨੇ 'ਚ ਵੇਚਿਆ ਵਾ? ਪਹਿਲਾਂ ਤਾਂ ਉਹਨੇ 2600 'ਚ ਵੇਚਤਾ। ਇੱਥੇ ਉਹਦਾ ਸੇਲਿੰਗ ਪ੍ਰਾਈਸ ਕਿੰਨਾ ਬਣ ਗਿਆ? 2600 ਰੁਪਇਆ ਬਣ ਗਿਆ, ਠੀਕ ਹੈ। ਉਸ ਤੋਂ ਬਾਅਦ 30% ਉਹਨੂੰ ਕੀ ਹੁੰਦਾ? ਲਾਭ। ਜਦੋਂ ਹੁੰਦਾ 30% ਲਾਭ, ਤਾਂ ਲਾਭ ਦੇ ਲਈ ਮੈਂ ਤੁਹਾਨੂੰ ਸੇਲਿੰਗ ਪ੍ਰਾਈਸ ਦਾ ਫਾਰਮੂਲਾ ਲਿਖਾਇਆ ਹੋਇਆ। ਸੇਲਿੰਗ ਪ੍ਰਾਈਸ ਦਾ ਫਾਰਮੂਲਾ ਕੀ ਹੁੰਦਾ? 100 ਪਲੱਸ ਲਾਭ ਪ੍ਰਤੀਸ਼ਤ। 100 ਪਲੱਸ ਲਾਭ ਪ੍ਰਤੀਸ਼ਤ ਕਿੰਨਾ ਹੋ ਗਿਆ? 30। 130 ਹੀ ਬਣਿਆ ਨਾ, ਲਾਭ ਹੋਇਆ ਵਾ। ਜੇ ਹਾਨੀ ਹੋਊਗੀ ਘਟਾ ਦਾਂਗੇ, ਬਟਾ 100 ਹੀ ਲੱਗਣਾ, ਗੁਣਾ ਲੱਗਣਾ ਕੋਸਟ ਪ੍ਰਾਈਸ। ਇੱਥੇ ਅਸੀਂ ਕੋਸਟ ਪ੍ਰਾਈਸ ਪਤਾ ਕਰ ਲੈਂਦੇ ਹਾਂ। ਇੱਥੇ ਬਣ ਗਿਆ 2600 ਗੁਣਾ 100 ਤੇ 13 130 ਹੈ ਜਿਹੜਾ ਇੱਧਰ ਆ ਕੇ ਡਿਵਾਈਡ ਹੋ ਗਿਆ ਕਿਉਂਕਿ ਉਧਰ ਮਲਟੀਪਲਾਈ ਹੋ ਰਿਹਾ ਸੀ। 13 ਏਕਮ 13, 13 ਦੂਣਾ 26 ਬਣ ਗਿਆ 200 ਗੁਣਾ 10 ਇਹ ਪਿਆ ਵਾ, ਠੀਕ ਹੈ। ਤਾਂ ਕੋਸਟ ਪ੍ਰਾਈਸ ਦੀ ਵੈਲਿਊ ਆ ਗਈ ਇੱਥੇ ਜੀ ਕਿੰਨੀ ਆ ਗਈ? 2000। 200 ਗੁਣਾ 10 2000। ਹੁਣ ਮੈਨੂੰ ਕੋਸਟ ਪ੍ਰਾਈਸ ਦਾ ਪਤਾ ਲੱਗ ਗਿਆ। ਹੁਣ ਅਸੀਂ ਸੇਲਿੰਗ ਪ੍ਰਾਈਸ ਲੱਭਣਾ ਵਾ। ਸੇਲਿੰਗ ਪ੍ਰਾਈਸ ਕਦੋਂ ਲੱਭਣਾ ਵਾ? ਜਦੋਂ ਉਹਨੂੰ 30% ਦੀ ਹਾਨੀ ਹੋ ਜੇ। 30% ਹਾਨੀ ਜੇ ਕਰਨ ਦੇ ਲਈ ਉਹਨੂੰ ਵਸਤੂ ਨੂੰ ਕਿੰਨੇ ਤੇ ਵੇਚਣਾ ਚਾਹੀਦਾ ਸੀ? ਹੁਣ ਉਹ 130 ਮੈਂ ਮਾਈਨਸ ਕਰ ਦਿੰਦੀ ਹਾਂ। 100 ਚੋਂ 30 ਮਾਈਨਸ ਕੀਤੇ 70 ਬਟਾ 100 ਹੀ ਰੱਖਣਾ, ਗੁਣਾ ਕਰ ਦੇਣਾ ਤੁਸੀਂ ਕੋਸਟ ਪ੍ਰਾਈਸ ਨਾਲ ਜਿਹੜਾ ਕਿ ਤੁਹਾਡੇ ਕੋਲ ਇੱਥੇ 2000 ਆ। 2 0 ਨਾਲ 2 0 ਇਹਦੇ ਕੱਟ ਹੋ ਗਈਆਂ। 1 7 7 2 7 14 ਨਾਲ 2 0 ਆ ਤਾਂ 2 0 1400। ਮਤਲਬ ਜੇ ਉਹਨੂੰ 30% ਦੀ ਹਾਨੀ ਪਾਉਣੀ ਸੀ ਤਾਂ ਉਹਨੂੰ ਉਹ ਵਸਤੂ 1400 ਰੁਪਏ ਤੇ ਵੇਚਣੀ ਚਾਹੀਦੀ ਆ। ਆਪਸ਼ਨ ਬੀ ਇੱਥੇ ਰਾਈਟ ਆਨਸਰ ਹੈ 1400। ਅਗਲਾ ਪ੍ਰਸ਼ਨ, 1000 ਰੁਪਏ ਦੀ ਇੱਕ ਰਾਸ਼ੀ ਤੇ ਪ੍ਰਤੀ ਸਾਲ 25% ਸਧਾਰਨ ਵਿਆਜ ਤੇ ਵਿਆਜ ਵਜੋਂ 250 ਰੁਪਏ ਬਣਨ ਵਿੱਚ ਕਿੰਨਾ ਸਮਾਂ ਲੱਗੇਗਾ? ਹੁਣ ਦੇਖੋ ਇੱਥੇ ਮੂਲਧਨ ਕਿੰਨਾ? 1000 ਰੁਪਏ ਦੀ ਰਾਸ਼ੀ ਲਈ ਗਈ ਆ, ਜਾਣੀ ਕਿ ਪ੍ਰਿੰਸੀਪਲ ਮਤਲਬ ਮੂਲਧਨ 100 ਰੁਪਈਆ, ਠੀਕ ਹੈ। ਕਿੰਨੇ % ਤੇ ਲਿਆ ਗਿਆ? ਰੇਟ ਹਮੇਸ਼ਾ ਪਰਸੈਂਟੇਜ 'ਚ ਮਿਲੂਗਾ, 25% ਤੇ ਲਿਆ ਗਿਆ, ਠੀਕ ਹੈ। ਇੱਕ ਸਾਨੂੰ ਇੱਥੇ ਸਿੰਪਲ ਇੰਟਰਸਟ ਪਤਾ ਵਾ 250। ਦੇਖੋ ਹੁਣ ਤੁਸੀਂ ਕੀ ਕਰਨਾ? ਕੁਛ ਵੀ ਨਹੀਂ, ਮੂਲਧਨ ਦਾ ਫਾਰਮੂਲਾ ਪਹਿਲਾਂ ਤੁਸੀਂ ਸਿੰਪਲ ਇੰਟਰਸਟ ਦਾ ਫਾਰਮੂਲਾ ਲਿਖੋ। ਸਿੰਪਲ ਇੰਟਰਸਟ ਦਾ ਫਾਰਮੂਲਾ ਹੁੰਦਾ ਪ੍ਰਿੰਸੀਪਲ ਰੇਟ ਟਾਈਮ ਬਟਾ 100। ਹੁਣ ਤੁਹਾਨੂੰ ਇੱਥੇ ਪਤਾ ਲੱਗ ਗਿਆ ਕਿ ਤੁਹਾਨੂੰ ਟਾਈਮ ਨਹੀਂ ਦਿੱਤਾ ਹੋਇਆ, ਮਤਲਬ ਤੁਸੀਂ ਟਾਈਮ ਪਤਾ ਕਰਨਾ ਤੇ ਉਹਨੇ ਲਿਖਿਆ ਵੀ ਹੈ ਵੀ ਕਿੰਨਾ ਸਮਾਂ ਲੱਗੇਗਾ, ਅੰਦਾਜ਼ਾ ਲਾ ਸਕਦੇ ਹੋ ਨਾ। ਤਾਂ ਸਿੰਪਲ ਇੰਟਰਸਟ ਇੱਥੇ ਤੁਹਾਨੂੰ ਦਿੱਤਾ ਹੋਇਆ ਜੀ 250, ਪ੍ਰਿੰਸੀਪਲ ਤੁਹਾਨੂੰ ਦਿੱਤਾ ਹੋਇਆ 1000 ਗੁਣਾ ਰੇਟ ਤੁਹਾਨੂੰ ਦਿੱਤਾ ਹੋਇਆ 25%, ਟਾਈਮ ਅਸੀਂ ਪਤਾ ਕਰਨਾ ਬਟਾ 100, ਠੀਕ ਹੈ। 2 0 ਨਾਲ 2 0 ਤਾਂ ਕੱਟ ਹੀ ਹੋ ਗਈਆਂ। ਇੱਥੇ ਰਹਿ ਗਿਆ 250, 250 ਹੀ ਬਣ ਗਿਆ ਨਾ। 1 0 ਇਹ ਪਈ ਤੇ 25 ਇਹ ਪਿਆ 250। ਤੇ ਤੁਹਾਡੇ ਕੋਲ ਜੋ ਟਾਈਮ ਬਣਿਆ ਵਾ ਇੱਥੇ ਜੇ ਆਪਾਂ ਗੱਲ ਕਰੀਏ ਤਾਂ ਜਿਹੜਾ ਟਾਈਮ ਆ ਉਹ ਕਿੰਨਾ ਆਇਆ? 250 ਤਾਂ ਇੱਧਰ ਪਿਆ ਹੀ ਆ, ਆਹ ਪਿਆ। ਇਹ 250 ਇੱਧਰ ਗੁਣਾ ਹੋ ਰਿਹਾ, ਇੱਧਰ ਆ ਕੇ ਭਾਗ ਹੋ ਜਾਊਗਾ, ਠੀਕ ਹੈ। ਆਪਾਂ ਇੱਧਰ ਭਾਗ ਕਰ ਦਿੰਨੇ ਆ। 250 ਨਾਲ 250 ਕੱਟ ਆਨਸਰ ਆ ਜਾਣਾ 1/1 ਜਾਣੀ ਕਿ 1 ਸਾਲ ਦੇ ਵਿੱਚ 25% ਤੇ 250 ਰੁਪਏ ਵਿਆਜ ਬਣਿਆ। ਆਪਸ਼ਨ ਸੀ ਇੱਥੇ ਰਾਈਟ ਆਨਸਰ ਹੈ। ਅਗਲਾ ਪ੍ਰਸ਼ਨ ਆ ਜੀ,
4 ਅੰਕਾਂ ਦੀ ਵੱਡੀ ਤੋਂ ਵੱਡੀ ਸੰਖਿਆ ਪਤਾ ਕਰੋ ਜੋ 9 ਨਾਲ ਪੂਰੀ ਪੂਰੀ ਵੰਡੀ ਜਾਵੇ। ਹਾਂਜੀ 9 ਨਾਲ ਉਹ 4 ਅੰਕਾਂ ਦੀ ਸੰਖਿਆ ਪਤਾ ਕਰਨੀ ਆ ਜਿਹੜੀ 9 ਤੇ ਪੂਰੀ ਪੂਰੀ ਵੰਡੀ ਜਾਵੇ। ਪਹਿਲਾਂ ਤਾਂ ਤੁਸੀਂ ਦੇਖੋ ਅਸੀਂ 4 ਅੰਕਾਂ ਦੀ ਲੈਣੀ ਹੈ, 5 ਦੀ ਦਿੱਤੀ ਹੋਈ ਆ, ਇੱਥੋਂ ਤਾਂ ਆਪਸ਼ਨ ਏ ਹੀ ਰਿਜੈਕਟ ਹੋ ਗਈ। ਠੀਕ ਹੈ, ਵੰਡੀ ਤਾਂ ਜਾ ਰਹੀ ਆ ਪਰ ਕੰਡੀਸ਼ਨ ਨਹੀਂ ਨਾ ਫੋਲੋ ਕਰ ਰਹੀ, 4 ਅੰਕਾਂ ਦੀ ਲੈਣੀ ਆ। ਤਾਂ 4 ਅੰਕਾਂ ਦੀ ਹੁਣ ਉਹ ਸੰਖਿਆ ਪਤਾ, ਹੁਣ ਮੈਂ ਕੱਲੀ ਨੂੰ ਤਾਂ 9 ਤੇ ਡਿਵਾਈਡ ਕਰਕੇ ਨਹੀਂ ਦੇਖੂੰਗੀ ਨਾ, ਕਿੰਨਾ ਸਮਾਂ ਵੇਸਟ ਹੋਊਗਾ। ਤੁਸੀਂ ਕੀ ਕਰਨਾ, ਮੈਂ ਤੁਹਾਨੂੰ ਸਿਖਾਇਆ ਹੋਇਆ ਕਿ ਜਦੋਂ ਵੀ 9 ਆ ਜੇ 3 ਆ ਜੇ ਅੰਕਾਂ ਦਾ ਜੋੜ ਕਰੋ। ਜੇ ਅੰਕਾਂ ਦਾ ਜੋੜ 9 ਤੇ ਭਾਗ ਹੋ ਗਿਆ ਦੈਟ ਮੀਨਸ ਉਹ ਨੰਬਰ 9 ਤੇ ਭਾਗ ਹੋ ਗਿਆ। 9 9 18, 18 ਤੇ 7, 9 9 18, 18 ਤੇ 7 ਕਿੰਨੇ ਬਣਨਗੇ ਜੀ? 18 ਤੇ 7 ਬਣਨਗੇ 25। ਠੀਕ ਹੈ, 25 ਤੇ 1 26, 26 9 ਦੇ ਪਹਾੜੇ ਦੇ ਵਿੱਚ ਆਉਂਦਾ? ਨਹੀਂ ਆਉਂਦਾ, ਤਾਂ ਦੈਟ ਮੀਨਸ ਇਹ ਵੀ ਆਪਸ਼ਨ ਰਿਜੈਕਟ ਹੋ ਗਈ। ਤੁਸੀਂ ਡਿਵਾਈਡ ਕਰਕੇ ਵੀ ਦੇਖ ਸਕਦੇ ਹੋ, ਨਹੀਂ ਜਾਵੇਗਾ। ਠੀਕ ਹੈ, ਉਸ ਤੋਂ ਬਾਅਦ 9 9 18, 18 ਤੇ 9 27, 27 ਤੇ 1 28, 28 9 ਦੇ ਪਹਾੜੇ ਵਿੱਚ ਆਉਂਦਾ? ਨਹੀਂ ਆਉਂਦਾ, ਇਹ ਵੀ ਨਹੀਂ ਪੂਰਾ ਕੱਟਿਆ ਜਾਣਾ, ਤਾਂ ਆਪਸ਼ਨ ਡੀ ਸੀ ਵੀ ਇੱਥੇ ਗਲਤ ਹੋ ਗਈ। ਹੁਣ ਆਪਸ਼ਨ ਡੀ 9 9 18, 18 ਤੇ 8, ਹਾਂਜੀ 9 9 18, 18 ਤੇ 8 26, 26 ਤੇ 1 27, 27 ਆਉਂਦਾ 9 ਦੇ ਪਹਾੜੇ 'ਚ? ਹਾਂਜੀ ਆਉਂਦਾ। ਜੇ ਇਹਨਾਂ ਦਾ ਜੋੜ 9 ਤੇ ਪੂਰਾ ਡਿਵਾਈਡ ਹੋ ਜੇ ਨਾ ਤਾਂ ਦੈਟ ਮੀਨਸ ਉਹ ਨੰਬਰ 9 ਤੇ ਡਿਵਾਈਡ ਹੋ ਰਿਹਾ, ਤਾਂ ਆਪਸ਼ਨ ਡੀ ਇੱਥੇ ਰਾਈਟ ਆਨਸਰ ਹੈ। ਚਾਹੇ ਡਿਵਾਈਡ ਕਰਕੇ ਦੇਖ ਲੈਣਾ, ਪਰ ਪੇਪਰ 'ਚ ਇੰਨਾ ਸਮਾਂ ਨਹੀਂ, ਤੁਸੀਂ ਚਾਹੇ ਤਾਂ ਡਿਵਾਈਡ ਕਰਕੇ ਦੇਖ ਸਕਦੇ ਆ, ਪਰ ਦੇਖੋ ਉੱਥੇ ਇਦਾਂ ਡਿਵਾਈਡ ਨਹੀਂ ਹੋਊਗਾ ਨਾ ਕਿਉਂਕਿ ਸਮਾਂ ਘੱਟ ਹੁੰਦਾ ਸਾਡੇ ਕੋਲੇ, ਤਾਂ ਉੱਥੇ ਤੁਸੀਂ ਇਦਾਂ ਦੀਆਂ ਸ਼ਾਰਟ ਟ੍ਰਿਕ ਹੀ ਲਗਾਓਗੇ ਕਿ ਜਦੋਂ ਤੁਸੀਂ 9 ਤੇ ਡਿਵਾਈਡ ਕਰਨਾ ਹੋਵੇ ਜਾਂ 3 ਤੇ, ਤਾਂ ਤੁਸੀਂ ਅੰਕਾਂ ਦਾ ਜੋੜ ਕਰੋ, ਉਹ ਦੇਖ ਲਓ 9 ਤੇ ਡਿਵਾਈਡ ਹੁੰਦਾ। ਜੇ ਉਹ ਨਹੀਂ ਹੁੰਦਾ ਤਾਂ ਦੈਟ ਮੀਨਸ ਉਹ ਨੰਬਰ 9 ਨੂੰ ਡਿਵਾਈਡ 9 ਤੇ ਵੀ ਨਹੀਂ ਭਾਗ ਹੋਊਗਾ। ਅਗਲਾ ਪ੍ਰਸ਼ਨ ਆ, ਹਾਂਜੀ 25.5, 0.255, 0.0255 ਤੇ 255। ਤੁਸੀਂ ਇਹ ਜਿਹੜਾ ਨੰਬਰ ਆ ਇਹਦਾ ਜੋੜ ਕਰਨਾ ਵਾ ਤੇ ਆਨਸਰ ਦੱਸਣਾ ਕਿ ਇਹਦਾ ਕਿੰਨਾ ਬਣੂਗਾ। ਠੀਕ ਹੈ, 25.5 ਪਹਿਲਾ ਨੰਬਰ ਆ, 25.5 ਆ ਤਾਂ 37 ਤੋਂ ਬਾਅਦ ਡਾਟ ਪਾਇਆ ਨਾ, ਜਿਵੇਂ ਇੱਥੇ 38 ਤੋਂ ਬਾਅਦ ਪਾਇਆ। ਤਾਂ ਦੇਖੋ ਪਹਿਲਾ ਨੰਬਰ ਕਿੰਨਾ ਵਾ? 37.5 ਆ, ਸੌਰੀ 25.5 ਆ। ਠੀਕ ਹੈ, ਮੈਂ ਇਹ ਇਸ ਕਰਕੇ ਦਿਖਾ ਰਹੀ ਹਾਂ ਕਿਉਂਕਿ ਬਹੁਤ ਸਾਰੇ ਸਟੂਡੈਂਟਸ ਨੂੰ ਦਿੱਕਤ ਆਉਂਦੀ ਆ ਪੁਆਇੰਟ ਵਾਲੇ ਜੋੜਨ ਦੇ ਵਿੱਚ। ਠੀਕ ਹੈ, ਸੈਕਿੰਡ ਨੰਬਰ ਕੀ ਆ? 0.255। ਤੁਸੀਂ ਪੁਆਇੰਟ ਦੇ ਹੇਠਾਂ ਪੁਆਇੰਟ ਰੱਖਣਾ, ਉਸ ਤੋਂ ਬਾਅਦ ਵਾਲੇ ਨੰਬਰ ਲਿਖ ਲਓ। ਠੀਕ ਹੈ, ਉਸ ਤੋਂ ਪਹਿਲਾਂ ਵਾਲਾ ਵਾ ਜਿਹੜਾ ਜਿੰਨੇ ਵੀ ਨੰਬਰ ਦਿੱਤੇ ਆ ਉਹ ਲਿਖ ਲਓ, ਪੁਆਇੰਟ ਦੇ ਹੇਠਾਂ ਪੁਆਇੰਟ ਰੱਖਣਾ, ਬਸ ਇੰਨਾ ਧਿਆਨ ਦਿਓ। ਉਸ ਤੋਂ ਬਾਅਦ ਕੀ ਦਿੱਤਾ ਹੋਇਆ ਤੁਹਾਨੂੰ? 2.55। ਹਾਂਜੀ 2.55 ਹੈ ਇਸ ਦੇ ਵਿੱਚ, ਬਾਈ ਮਿਸਟੇਕ ਕਈ ਵਾਰ ਇਸ ਤਰ੍ਹਾਂ ਹੋ ਜਾਂਦਾ ਕਿ ਸਕਿਪ ਹੋ ਜਾਂਦਾ। ਠੀਕ ਹੈ, 2.55 ਵੀ ਜੋੜਨਾ ਵਾ, ਤੇ ਆਪਾਂ ਪਹਿਲਾਂ ਇਸ ਦੀ ਕੋਈ ਗੱਲ ਕਰਦੇ ਹਾਂ। 0.0255, ਫਿਰ ਤੁਹਾਨੂੰ ਦਿੱਤਾ ਹੋਇਆ 255, ਇਹਦੇ ਵਿੱਚ ਕੋਈ ਪੁਆਇੰਟ ਨਹੀਂਗਾ, 255 'ਚ ਤਾਂ ਕੋਈ ਪੁਆਇੰਟ ਨਹੀਂਗਾ ਨਾ, ਤਾਂ ਇਹਨੂੰ ਮੈਂ ਪੁਆਇੰਟ ਤੋਂ ਮੂਹਰੇ ਲਿਖਿਆ ਵਾ। ਫਿਰ ਤੁਹਾਨੂੰ ਦਿੱਤਾ ਹੋਇਆ 2.55 ਜਿਹੜਾ ਕਿ ਬਾਈ ਮਿਸਟੇਕ ਵਿੱਚ ਟਾਈਪ ਨਹੀਂ ਹੋਇਆ। ਤਾਂ ਦੇਖੋ ਜਿੱਥੇ ਕੁਛ ਨਹੀਂਗਾ ਉੱਥੇ 0 ਲਗਾ ਲਓ ਕਿਉਂਕਿ ਆਫਟਰ ਪੁਆਇੰਟ 0 ਦਾ ਕੋਈ ਵੀ ਮੀਨਿੰਗ ਨਹੀਂ ਹੁੰਦਾ। ਨੰਬਰ ਪੂਰੇ ਕਰ ਲਓ, ਲਗਾਉਣੀ ਤੁਹਾਡੀ ਮਰਜ਼ੀ ਆ, ਨਹੀਂ ਲਗਾਉਣੀ ਤਾਂ ਵੀ ਚੱਲ ਜੂਗਾ, ਤੁਸੀਂ ਡਾਇਰੈਕਟ ਇਹਨਾਂ ਨੂੰ ਐਡ ਕਰਨਾ। ਦੇਖੋ ਹੁਣ 5 ਇਹਨੂੰ ਐਡ ਕੀਤਾ, ਇੱਥੇ ਆ ਗਿਆ 5, ਆਪਾਂ ਅਲੱਗ ਸਾਫ ਲਿਖ ਲੈਂਦੇ ਹਾਂ। ਠੀਕ ਹੈ, ਅਲੱਗ ਕਰਕੇ, ਤਾਂ ਅਲੱਗ ਕਰਕੇ ਜਦੋਂ ਇਹਨੂੰ ਆਪਾਂ ਲਿਖਾਂਗੇ ਇੱਧਰ ਸਾਈਡ 'ਤੇ ਲਿਖ ਲੈਂਦੇ ਹਾਂ ਜੋੜ ਕਰਕੇ। ਤਾਂ ਸਭ ਤੋਂ ਪਹਿਲਾਂ ਦੇਖੋ ਜੀ ਇੱਥੇ ਤੁਹਾਡੇ ਕੋਲ ਬਣ ਜਾਣਾ 5 ਦਾ 5 ਹੀ, 5 5 10 0 ਆ ਗਿਆ। ਠੀਕ ਹੈ, ਉਸ ਤੋਂ ਬਾਅਦ ਤੁਸੀਂ ਇਹਨੂੰ ਐਡ ਕਰੋਗੇ, 5 5 10 0 ਆ ਗਿਆ, ਤੇ ਇੱਥੇ ਤੁਹਾਡੇ ਕੋਲ ਬਣ ਗਿਆ 13, ਹਾਸਿਲ ਗਿਆ 1, 5 ਤੇ 2 7, 7 5 12 ਤੇ 1 13, ਫਿਰ ਹਾਸਿਲ ਆ ਗਿਆ, ਫਿਰ ਪੁਆਇੰਟ ਦੇ ਹੇਠਾਂ ਪੁਆਇੰਟ। ਠੀਕ ਹੈ, 3305 ਬਣ ਰਿਹਾ। ਤੁਸੀਂ ਇੱਥੋਂ ਹੀ ਅੰਦਾਜ਼ਾ ਲਗਾ ਕੇ ਆਪਣੀ ਆਪਸ਼ਨਸ ਠੀਕ ਕਰ ਸਕਦੇ ਹੋ। ਅੱਗੇ 5 5 10 ਤੇ 2 12 ਤੇ 1 13, ਫਿਰ ਬਣ ਗਿਆ 3। ਠੀਕ ਹੈ, 5 ਤੇ 2 7 ਤੇ 1 8, ਤੇ ਉਸ ਤੋਂ ਬਾਅਦ 283.3305 ਬਣਿਆ, ਯਾਨੀ ਕਿ ਆਪਸ਼ਨ ਡੀ ਇੱਥੇ ਰਾਈਟ ਆਨਸਰ ਹੈ। ਅਗਲਾ ਪ੍ਰਸ਼ਨ, ਹਾਂਜੀ A ਅਤੇ B ਇੱਕ ਕੰਮ ਨੂੰ 20 ਦਿਨਾਂ ਵਿੱਚ ਪੂਰਾ ਕਰਦੇ ਆ। ਹੁਣ A ਤੇ B ਮਿਲ ਕੇ ਕੰਮ ਨੂੰ ਪੂਰਾ ਕਰ ਰਹੇ ਆ ਨਾ, ਕਿੰਨੇ ਦਿਨਾਂ ਵਿੱਚ ਕਰ ਰਹੇ ਆ? 20 ਦਿਨਾਂ ਵਿੱਚ, ਮਤਲਬ 1/20।
ठीक है। एक दिन का काम लिखिया ना मैं, क्योंकि टाइम एंड वर्क एक दूजे के ओपोजिट होंगे आ। बी ते सी एक दिन के 10 दिनों के काम पूरा करते हैं मिल के, बी ते सी, तो इन्हों का एक दिन का काम हो गया 1/10। सी ते ए एक काम नूं 12 दिनों के करते हैं। हुण सी ते ए जो मिलते हैं तो 12 दिन लगते हैं, ठीक है, दोनों काम करन च। तो जेकर सारे ही मिल जाण, तीनों ही मिल जाण, फिर किन्ने दिनां च काम होऊगा, क्योंकि यूनिटी वर्क आ जिहड़ा वो तां टीम वर्क आ जिहड़ा वो तां पहलां ही हो जाऊगा ना छेती। आपां की करदे आ, इक्वेशनां बन गईआं मेरे कोल 3, पहली दूजी तीजी, इन्हां नूं ऐड करो। ऐड करन दे लई की होऊगा A + B + C प्लस, देखो जदों आपां ना इहनूं ऐड करांगे, थोड़ा ध्यान दिओ इत्थे, ठीक है, जदों आपां इहनूं ऐड करदे आ तो A + B, फिर B + C दिता होया, फिर C + A दिता होया, तीनों इक्वेशनस ऐड करतीआं, ठीक है। बराबर वाले की बाद च गल करते हैं। बराबर तो बाद जिहड़े दिते हुए आपस च ऐड होणगे, जो पहलां दिते हो आपस च। देखो 2 B हो गईआं, 2 C हो गईआं ते 2 A हो गईआं। सारिਆਂ ਦੇ ਵਿੱਚੋਂ 2 मैं कॉमन कर लूँगी, इत्थे बन गया A + B + C, ਇਹ ਦੋ ਦੂਜੇ ਪਾਸੇ ਜਾ ਕੇ ਡਿਵਾਈਡ ਹੋਊਗਾ। ਇਹਦੀ ਗੱਲ ਕਰਦੇ ਹਾਂ ਹੁਣ ਆਪਾਂ ਥੋੜੀ ਬਾਅਦ ਵਿੱਚ। ਤਾਂ ਤੁਸੀਂ ਇੱਥੇ ਜ਼ਰੂਰ ਧਿਆਨ ਦਿਓ ਕਿ A ਤੇ B ਇੱਕ ਦਿਨ ਦੇ ਵਿੱਚ ਇੱਕ ਕੰਮ ਨੂੰ ਮਿਲ ਕੇ ਕਿੰਨੇ ਦਿਨਾਂ ਵਿੱਚ ਕਰਦੇ ਆ, 20 ਦਿਨਾਂ ਦੇ ਵਿੱਚ। ਹੁਣ ਤੁਹਾਡੇ ਕੋਲ ਬਣਿਆ ਸੀ 2A + B + C, ਠੀਕ ਹੈ ਜੀ। ਤਾਂ ਹੁਣ ਇਹਨਾਂ ਦਾ ਕੰਮ ਜੋੜਨਾ ਆਪਾਂ, ਮਤਲਬ 1/20, 1/10 ਤੇ 1/12। ਜਦੋਂ ਤੁਸੀਂ ਇਹਨਾਂ ਨੂੰ ਜੋੜੋਗੇ ਤਾਂ ਇਹ ਤੁਹਾਡੇ ਕੋਲੇ ਕੀ ਬਣੂਗਾ, देखो 20, 10 ਤੇ 12 ਦਾ ਐਲਸੀਅਮ ਕੀ ਬਣੂਗਾ 60। 60 ਐਲਸੀਅਮ ਬਣੂਗਾ, ਤੁਸੀਂ ਕਰਕੇ ਦੇਖ ਸਕਦੇ ਹੋ। ਇੱਥੇ 60 ਬਣਾਉਣ ਲਈ ਮੈਂ 3 ਨਾਲ ਮਲਟੀਪਲਾਈ ਕਰੂੰਗੀ, ਇੱਥੇ 60 ਬਣਾਉਣ ਲਈ 6 ਨਾਲ ਮਲਟੀਪਲਾਈ ਕਰੂੰਗੀ, ਇੱਥੇ 60 ਬਣਾਉਣ ਲਈ 5 ਨਾਲ ਕਰੂੰਗੀ। 6 5 11, 11 ਤੇ 3, 11 ਤੇ 3 ਕਿੰਨੇ ਹੁੰਦੇ ਆ 14, ਤੇ ਇਹ ਬਣ ਗਿਆ 14/60, ਠੀਕ ਹੈ। 14/60 ਨੂੰ ਮੈਂ 2 ਤੇ ਭਾਗ ਕਰੂੰਗੀ, ਇੱਥੇ ਆ ਜਾਣਾ 30 ਤੇ ਇੱਥੇ ਆ ਜਾਣਾ 7, ਕਿੰਨਾ ਬਣ ਗਿਆ 30, 7 30/60 7 ਬਣਿਆ ਨਾ। देखो ਜਦੋਂ मैं ਇਹਨੂੰ डिवाइड करूँगी ਤਾਂ ਇੰਨਾ ਹੀ ਬਣਿਆ ਨਾ 7/30। ਪਰ ਇਹ 2 ਆ ਜਿਹੜਾ, ਧਿਆਨ ਦਿਓ, ਜਿਹੜਾ 2 ਆ ਇਹ ਇੱਧਰ ਕੀ ਹੋ ਰਿਹਾ ਵਾ, ਇਹ 2 ਇੱਧਰ ਡਿਵਾਈਡ ਹੋ ਰਿਹਾ ਤੇ ਦੂਸਰੀ ਸਾਈਡ ਜਾ ਕੇ ਕੀ ਹੋਊਗਾ, ਮਲਟੀਪਲਾਈ ਹੋਊਗਾ। ਇੱਧਰ ਆ ਕੇ ਮਲਟੀਪਲਾਈ ਹੋ ਜਾਊਗਾ, ਜਾਨੀ ਕਿ ਇੱਧਰ ਸੌਰੀ ਮਲਟੀਪਲਾਈ ਹੋ ਰਿਹਾ, ਇੱਧਰ ਆ ਕੇ ਡਿਵਾਈਡ ਹੋ ਕੇ 30 ਨਾਲ ਗੁਣਾ ਹੋ ਜਾਊਗਾ 2, 30 ਦੂਣਾ ਹੁੰਦੇ ਆ 60। ਆਨਸਰ ਆ ਗਿਆ 7/60, ठीक है। 7/60 ਤਾਂ ਆ ਗਿਆ। ਪਰ ਤੁਸੀਂ ਦੇਖੋ ਕਿ ਆਪਾਂ टाइम एंड वर्क एक दूजे के ओपोजिट होंगे, उल्ट लैके कर रहे सी, तो यदा भी उल्ट कर्म करांगे ना 60/7, तो 60/7 आ जिहड़ा वो आंसर आ जाऊगा तुहाडे कोले, ऑप्शन डी। अगला प्रश्न है जी, वड्डी भिन्न दसो। हाँ जी, इन्हां दे विचों तुसीं दसनी है वड्डी भिन्न। वड्डी भिन्न दस्सण दे लई तुसीं लैणीआं पहलियां 2 भिन्नां, 7/60 ते 2/3। इहनूं मल्टीप्लाई करो, 6 × 18, जिहदा उपरला नंबर आ उहदे उपर ही लिख लो। ਇਹਨੂੰ ਮਲਟੀਪਲਾਈ ਕਰੋ, 7 दूनी 14। ਹੁਣ ਦੱਸੋ 14 ਵੱਡਾ ਕਿ 18? 18। ਜੇ ਵੱਡੀ ਪਿੰਨ ਦੱਸਣੀ ਆ ਤਾਂ 18 ਲੈ ਲਓ, ਜਾਨੀ ਕਿ 18 ਕਿਹਦੇ ਤੋਂ ਬਣਿਆ 6/7 ਤੋਂ ਇਹ ਪਿੰਨ ਲੈ ਲਓ, ਕਿਉਂਕਿ ਇਹਨਾਂ ਦੋਨਾਂ ਚੋਂ ਵੱਡੀ ਇਹ ਆ। ਜੇ ਛੋਟੀ ਦੱਸਣੀ ਆ ਤਾਂ 2/3 ਲਓਗੇ, ਠੀਕ ਹੈ। ਇਹਦਾ ਕੰਪੈਰੀਜ਼ਨ ਕਰੋ ਦੂਜੀ ਨਾਲ, ਜਿਹੜੀ ਤੀਜੀ ਆਪਸ਼ਨ ਆ, ਤੀਜੀ ਨਾਲ ਕਰਾਂਗੇ ਤਾਂ 6 21 ਛਿਕਾ ਕਿੰਨੇ ਹੁੰਦੇ ਆ, 21 ਛਿਕਾ ਹੁੰਦੇ ਆ ਜੀ 126, ਤੇ 20 7 ਹੁੰਦੇ ਆ 140। ਤਾਂ ਕਿਹੜਾ ਵੱਡਾ 140, ਮਤਲਬ ਕਿ ਕਿਹਦੇ ਤੋਂ ਬਣਿਆ 20/21 ਤੋਂ। ਇਹਦਾ ਕੰਪੈਰੀਜ਼ਨ ਅੱਗੇ ਕਰੋ 18/5 ਨਾਲ, 18/5 ਨਾਲ ਕੰਪੈਰੀਜ਼ਨ ਕਰੋਗੇ 20 5 100, ਇੱਧਰ ਤਾਂ ਬਣ ਗਿਆ 20, ਪਰ 21 ਨੂੰ ਤੁਸੀਂ 18 ਨਾਲ ਗੁਣਾ ਕਰੋਗੇ। ਜਦੋਂ ਤੁਸੀਂ 21 ਨੂੰ 18 ਨਾਲ ਗੁਣਾ ਕਰੋਗੇ ਤਾਂ ਇੱਥੇ ਕਰਕੇ ਦੇਖ ਲਓ 21 × 18। ਜਦੋਂ 21 ਨੂੰ 18 ਨਾਲ ਗੁਣਾ ਕਰੋਗੇ ਤਾਂ 8 दूनी 16, ਇੱਥੇ ਆ ਗਿਆ 21, ਇਹ ਬਣ ਗਿਆ 8 7 3 378 ਕ ਬਣ ਜਾਣਾ। ਤਾਂ ਆਪਸ਼ਨ ਕਿਹੜਾ ਰਾਈਟ ਹੋ ਗਿਆ 18/5, ਆਪਸ਼ਨ ਡੀ ਇੱਥੇ ਰਾਈਟ ਆਨਸਰ ਹੈ। ਅਗਲਾ ਪ੍ਰਸ਼ਨ, ਜੇ 20 ਔਰਤਾਂ 5 ਦਿਨਾਂ ਵਿੱਚ 2000 ਰੁਪਏ ਕਮਾਉਂਦੀਆਂ ਹਨ। ਹਾਂਜੀ, ਜੇ ਇੱਥੇ 20 ਔਰਤਾਂ ਵਾ 5 ਦਿਨਾਂ ਦੇ ਵਿੱਚ 2000 ਰੁਪਏ ਕਮਾਉਂਦੀਆਂ ਤਾਂ 30 ਔਰਤਾਂ 8 ਦਿਨਾਂ ਵਿੱਚ ਕਿੰਨੇ ਰੁਪਏ ਕਮਾਉਣਗੀਆਂ। देखो 20 औरतां, ठीक है, दिन हैगे 5, 2000 रुपया कमाउंदियां वा। जे आपां 10 औरतां की गल करिए, 10 औरतां किन्ने रुपए कमाउणगियां 5 दिनां विच, 10 औरतां किन्ने रुपए कमाउणगियां 5 दिनां दे विच, तां इह कमाउणगियां जी 10 औरतां 5 दिनां दे विच 1000 रुपया, 1000 रुपया ही कमाउणगियां ना, ध्यान दिओ 1000 रुपया कमाउणगियां, ठीक है। ते एक दिन विच किन्ने कमाउणगियां 10, एक हुण देखो 5 दिन 10 औरतां
1000 ਰੁਪਇਆ ਕਮਾਉਂਦੀਆਂ ਵਾ, ਠੀਕ ਹੈ। ਇੱਕ ਦਿਨ ਦੇ ਵਿੱਚ ਕਿੰਨੇ ਕਮਾਉਣਗੀਆਂ, ਧਿਆਨ ਦਿਓ, ਇੱਕ ਦਿਨ ਦੇ ਵਿੱਚ ਕਮਾਉਣਗੀਆਂ 200 ਰੁਪਇਆ, ਠੀਕ ਹੈ। ਇੱਕ ਦਿਨ ਵਿੱਚ 200 ਹੀ ਕਮਾਉਣਗੀਆਂ ਨਾ, ਤੁਸੀਂ ਆਪ ਹੀ ਦੇਖ ਸਕਦੇ ਹੋ। 20 ਔਰਤਾਂ ਵਾ, ਠੀਕ ਹੈ। 20 ਔਰਤਾਂ ਇੱਕ ਦਿਨ 'ਚ ਕਿੰਨੀ ਕਮਾਈ ਕਰਨਗੀਆਂ, 5 ਦਿਨਾਂ ਵਿੱਚ 5 ਦਿਨਾਂ ਵਿੱਚ 2000 ਕਮਾ ਰਹੀਆਂ। ਜੋ 5 ਦਿਨਾਂ ਵਿੱਚ 2000 ਕਮਾ ਰਹੀਆਂ ਤਾਂ ਇੱਕ ਦਿਨ ਵਿੱਚ ਕਿੰਨਾ ਕਮਾਉਣਗੀਆਂ, ਤਾਂ 20 ਔਰਤਾਂ ਇੱਕ ਦਿਨ ਦੇ ਵਿੱਚ 400 ਰੁਪਇਆ ਕਮਾਉਣਗੀਆਂ ਤੇ 10 ਔਰਤਾਂ ਕਿੰਨਾ ਕਮਾਉਣਗੀਆਂ, 200 ਰੁਪਇਆ ਕਮਾਉਣਗੀਆਂ। ਹੁਣ ਜੇ 10 ਔਰਤਾਂ ਇੱਕ ਦਿਨ ਦੇ ਵਿੱਚ 200 ਰੁਪਇਆ ਕਮਾ ਰਹੀਆਂ, ਧਿਆਨ ਦਿਓ, 10 ਔਰਤਾਂ ਇੱਕ ਦਿਨ ਵਿੱਚ 200 ਰੁਪਇਆ ਕਮਾ ਰਹੀਆਂ ਵਾ, ਤਾਂ 8 ਦਿਨਾਂ ਦੇ ਵਿੱਚ ਕਿੰਨਾ ਕਮਾਉਣਗੀਆਂ 10 ਔਰਤਾਂ, 8 ਦਿਨਾਂ ਦਾ ਕੱਢੋ, 8 ਦੂਣੀ 16, 1600 ਰੁਪਇਆ ਕਮਾਉਣਗੀਆਂ ਨਾ। ਧਿਆਨ ਦਿਓ, ਮੈਂ ਇੱਕ ਦਿਨ ਦੀ ਗੱਲ ਕਰ ਰਹੀ ਹਾਂ। 10 ਔਰਤਾਂ 5 ਦਿਨਾਂ ਦੇ ਵਿੱਚ 1000 ਰੁਪਇਆ ਕਮਾਉਂਦੀਆਂ, 10 ਔਰਤਾਂ ਦੀ ਗੱਲ ਹੋ ਰਹੀ ਹੈ ਇੱਥੇ, ਤਾਂ ਇੱਕ ਦਿਨ ਵਿੱਚ 200 ਰੁਪਇਆ ਕਮਾਉਣਗੀਆਂ, ਠੀਕ ਹੈ। 8 ਦਿਨਾਂ ਵਿੱਚ 1600 ਰੁਪਇਆ ਕਮਾਉਣਗੀਆਂ। ਹੁਣ 10 ਔਰਤਾਂ 8 ਦਿਨਾਂ ਦੇ ਵਿੱਚ 1600 ਕਮਾ ਰਹੀਆਂ ਵਾ, ਤਾਂ ਇਹ 30 ਔਰਤਾਂ ਵਾ, ਟੋਟਲ 30 ਔਰਤਾਂ ਵਾ ਨਾ, 30 ਔਰਤਾਂ ਵਾ, ਤਾਂ 30 ਔਰਤਾਂ ਕਿੰਨਾ ਕਮਾਉਣਗੀਆਂ, 16 30 48, 4800 ਰੁਪਇਆ ਕਮਾਉਣਗੀਆਂ। ਆਪਸ਼ਨ ਸੀ ਇੱਥੇ ਰਾਈਟ ਆਨਸਰ ਹੈ, ਠੀਕ ਹੈ। ਧਿਆਨ ਦਿਓ, ਕਿਉਂਕਿ ਮੈਂ 10 ਔਰਤਾਂ ਦਾ ਕੱਢਿਆ ਸੀ, 10 ਔਰਤਾਂ 8 ਦਿਨਾਂ ਦੇ ਵਿੱਚ 1600 ਰੁਪਇਆ ਕਮਾਉਂਦੀਆਂ ਵਾ, ਅਸੀਂ 30 ਦਾ ਕੱਢਣਾ ਵਾ, 10 ਹੋਰ ਪਾ ਦਿਓ, 16 ਕਿੰਨੇ ਹੋ ਗਏ 32, ਫਿਰ 10 ਹੋਰ ਪਾ ਦੋਗੇ, ਮਤਲਬ ਕਿ 1600 ਹੋਰ ਜੋੜ ਦੋਗੇ ਤਾਂ ਇਹ 48 ਬਣ ਜਾਊਗਾ। ਆਪਸ਼ਨ ਸੀ ਇੱਥੇ ਰਾਈਟ ਆਨਸਰ ਹੈ। ਅਗਲਾ ਪ੍ਰਸ਼ਨ, ਹਾਂਜੀ, ਅੱਗੇ ਸਾਡਾ ਰੀਜ਼ਨਿੰਗ ਦਾ ਜਿਹੜਾ ਪੋਰਸ਼ਨ ਆ ਉਹ ਸਟਾਰਟ ਹੋ ਚੁੱਕਿਆ ਵਾ। ਸਭ ਤੋਂ ਪਹਿਲਾਂ ਤੁਸੀਂ ਡਿਫਰੈਂਸ ਮੈਥਡ ਲਾਓਗੇ। 17 ਤੇ 23 ਦੇ ਵਿੱਚ ਜਿਹੜਾ ਡਿਫਰੈਂਸ ਆ ਇਹ ਹੈਗਾ ਵਾ 7 ਦਾ, ਨਹੀਂ 6 ਦਾ, ਠੀਕ ਹੈ। 17 23 ਚੋਂ 17 ਕੱਢੇ 6, ਫਿਰ ਉਸ ਤੋਂ ਬਾਅਦ 7 ਦਾ ਡਿਫਰੈਂਸ ਆ ਰਿਹਾ, ਫਿਰ 8 ਦਾ, ਸੇਮ ਇਸੇ ਤਰ੍ਹਾਂ ਅਗਲੇ ਨੰਬਰ ਦਾ 9 ਦਾ ਹੋਊਗਾ। ਦੇਖੋ 17 ਤੇ 6, 17 ਤੇ 6 23, 23 ਤੇ 7, 23 ਤੇ 7 30, 30 ਤੇ 8 38, 38 ਤੇ 9, 38 ਤੇ 9 47। ਆਪਸ਼ਨ ਬੀ ਇੱਥੇ ਰਾਈਟ ਆਨਸਰ ਹੈ, ਠੀਕ ਹੈ। ਅਗਲਾ ਪ੍ਰਸ਼ਨ ਹੈ ਜੀ, CB/X EDWV ਤੇ GFUT। ਤੁਸੀਂ ਦੇਖੋ C ਦਾ ਕੋਡ 3 ਆ, E ਦਾ ਕੋਡ ਪਹਿਲਾ ਡਿਜਿਟ ਲੈਂਦੇ ਆ। E ਦਾ ਕੋਡ ਕਿੰਨਾ ਵਾ 5, G ਦਾ ਕੋਡ ਕਿੰਨਾ ਵਾ, G ਦਾ ਕੋਡ ਹੁੰਦਾ ਜੀ 6, ਠੀਕ ਹੈ। G ਦਾ ਕੋਡ ਕਿੰਨਾ ਹੁੰਦਾ 6, ਨਹੀਂ D 6 ਨਹੀਂ, F ਦਾ ਹੁੰਦਾ 6, D ਦਾ 7 ਹੁੰਦਾ, ਸੌਰੀ 7। ਤਾਂ ਅਗਲਾ ਨੰਬਰ 3 5 7 9 ਹੀ ਹੋਊਗਾ। 9 ਤੇ ਕੀ ਹੁੰਦਾ I, ਮਤਲਬ I ਵਾਲੀ ਆਪਸ਼ਨ ਆਉਣੀ, ਪਰ I ਵਾਲੀਆਂ ਆਪਸ਼ਨ 2 ਪਈਆਂ ਵਾ। ਫਿਰ ਅੱਗੇ ਦੇਖੋ ਪਹਿਲਾਂ B, ਜਾਣੀ ਕਿ ਪਹਿਲਾਂ 2 ਆ, ਫਿਰ D, ਮੈਂ ਦੂਸਰਾ ਨੰਬਰ ਚੈੱਕ ਕਰ ਰਹੀ ਹਾਂ ਹਰੇਕ ਡਿਜਿਟ ਦਾ। D ਹੁੰਦਾ 4 ਤੇ, F ਹੁੰਦਾ 6 ਤੇ, ਅਗਲਾ ਨੰਬਰ 8 ਹੋਣਾ, 8 ਤੇ ਹੁੰਦਾ ਵਾ H। ਫਿਰ ਉਸ ਤੋਂ ਵੀ ਅਗਲਾ ਦੇਖ ਲਓ, ਕਿਉਂਕਿ ਨਹੀਂ ਪਤਾ ਲੱਗ ਰਿਹਾ, ਠੀਕ ਹੈ। ਤੁਸੀਂ ਦੇਖੋ U ਲਿਆ ਵਾ, ਠੀਕ ਹੈ। ਧਿਆਨ ਦਿਓ, U ਲਿਆ ਵਾ, U ਤੋਂ ਬਾਅਦ V ਛੱਡਤਾ, W ਲੈ ਲਿਆ, X ਛੱਡਤਾ, Y ਲੈ ਲਿਆ। ਤਾਂ ਸੇਮ ਇਦਾਂ ਹੀ U ਤੋਂ ਪਹਿਲਾਂ ਕਿਹੜਾ ਨੰਬਰ ਆਉਂਦਾ, U ਤੋਂ ਪਹਿਲਾਂ ਨੰਬਰ ਤਾਂ ਆਉਂਦਾ ਵਾ T, ਠੀਕ ਹੈ। T ਛੱਡ ਕੇ ਆਪਾਂ ਕਿਹੜਾ ਲੈ ਲੈਣਾ ਵਾ ਹੁਣ S ਲਵਾਂਗੇ, ਕਿਉਂਕਿ TR ਤਾਂ ਜਦੋਂ ਆਪਾਂ ਪੜ੍ਹਦੇ ਆ ਨਾ PQRST ਹੀ ਹੁੰਦਾ ਨਾ, RSTUV। ਦੇਖੋ ਹੁਣ ਇੱਕ ਛੱਡ ਕੇ ਲਿਆ ਗਿਆ ਨਾ, ਇਦਾਂ ਵੀ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ। ਇੱਕ ਤਾਂ ਕੋਡ ਵਾਲਾ, ਕੋਡ ਲਗਾ ਕੇ ਦੇਖ ਸਕਦੇ ਹੋ ਜੋ ਮੈਥਡ ਲੱਗ ਰਿਹਾ, ਠੀਕ ਹੈ, ਉਹ ਤਾਂ ਲੱਗ ਹੀ ਰਿਹਾ ਵਾ ਕੋਡ ਵਾਲਾ। ਪਰ ਤੁਸੀਂ ਇਦਾਂ ਵੀ ਸੋਚ ਸਕਦੇ ਹੋ ਕਿ V ਛੱਡ ਕੇ ਇਦਾਂ ਬਣ ਰਹੇ ਆ, ਤਾਂ ਮਤਲਬ ਜੇ ਪਹਿਲਾਂ ਇੱਥੋਂ ਆਪਾਂ ਸੋਚ ਲਈਏ ਤਾਂ ਪਹਿਲਾਂ ਕੀ ਬਣ ਰਿਹਾ, ਇੱਥੇ ਸਾਡੇ ਕੋਲ U ਤੋਂ ਪਹਿਲਾਂ ਕੀ ਆ T ਆਪਾਂ ਛੱਡ ਦੇਣੀ, S ਲੈ ਲੈਣੀ ਆ, ਤਾਂ S ਵਾਲੀ ਆਪਸ਼ਨ B ਆ, B ਆਪਸ਼ਨ ਰਾਈਟ ਬਣੂਗੀ, ਠੀਕ ਹੈ ਜੀ। ਇਸ ਮਤਲਬ ਇਹ ਵੀ ਮੈਥਡ ਲੱਗ ਰਿਹਾ T। ਅਗਲਾ ਪ੍ਰਸ਼ਨ, ਕਥਨ, ਹਾਂਜੀ ਕਥਨ ਆ ਗਏ। ਕੁਝ ਝੀਲਾਂ ਦਰਿਆ ਹਨ, ਕੁਝ ਝੀਲਾਂ ਵਾ ਜਿਹੜੀਆਂ ਕੀ ਨੇ ਦਰਿਆ ਵਾ, ਠੀਕ ਹੈ। ਇਹਨਾਂ ਦੇ ਵਿੱਚੋਂ ਕੁਝ ਝੀਲਾਂ ਵਾ ਜਿਹੜੀਆਂ ਕੀ ਨੇ ਦਰਿਆ ਵਾ, ਠੀਕ ਹੈ। ਕੁਝ ਦਰਿਆ ਵਾ ਜਿਹੜੇ ਉਹ ਕੀ ਆ ਤਲਾਬ ਆ, ਇਹਨਾਂ ਦੇ ਵਿੱਚੋਂ ਕੁਝ ਦਰਿਆ ਤਲਾਬ ਆ। ਆਪਾਂ ਬਣਾਉਂਦੇ ਆ ਸਟਰਕਚਰ ਥੋੜਾ ਇਸ ਤਰ੍ਹਾਂ ਕ੍ਰੀਏਟ ਕਰਕੇ, ਇਹ ਕੁਝ ਝੀਲਾਂ ਨੇ, ਇਹ ਕੁਝ ਇਹਦੇ ਵਿੱਚੋਂ ਦਰਿਆ ਬਣ ਰਹੇ ਨੇ, ਦਰਿਆ ਵੀ ਕੀ ਬਣ ਰਹੇ ਨੇ ਤਲਾਬ ਬਣ ਰਹੇ ਨੇ, ਫਿਰ ਕੁਝ ਤਲਾਬ ਅੱਗੇ ਮਹਾਸਾਗਰ ਬਣ ਰਹੇ ਨੇ, ਇਹੀ ਬਣ ਰਿਹਾ ਨਾ। ਦੇਖੋ ਹੁਣ ਇਹ ਸਟਰਕਚਰ, ਇਹ ਝੀਲਾਂ ਨੇ, ਛੱਜਾ ਪਾ ਦਿੰਨੀ ਆ, ਉਹ ਕਹਿੰਦਾ ਇਹ ਦਰਿਆ ਵਾ, ਇਹਦੇ ਵਿੱਚੋਂ ਜਿਹੜੇ ਕੁਝ ਆ ਉਹ ਝੀਲਾਂ ਨੇ, ਫਿਰ ਇਹਨੇ ਦਰਿਆ ਦੇ ਵਿੱਚੋਂ ਕੁਝ ਕੀ ਬਣ ਰਹੇ ਨੇ ਤਲਾਬ ਬਣ ਰਹੇ ਨੇ, ਫਿਰ ਇਹਨਾਂ ਤਲਾਬ ਦੇ ਵਿੱਚੋਂ ਕੁਝ ਮਹਾਸਾਗਰ ਬਣ ਰਹੇ ਨੇ। ਇੱਥੇ ਵੀ ਸਟਰਕਚਰ ਵੈਸੇ 2 ਕ੍ਰੀਏਟ ਹੋ ਸਕਦੇ ਆ,
ठीक है, 2 भी क्रिएट। हुण देखो उन्हें बोलिया कुछ तलाव झीलां हन, आ कुछ तलाव आ ते आ झीलां ने। इस स्ट्रक्चर तो देखो तुसीं कि ये दोने कुछ दरिया झीलां हन। दरिया एक झीलां वाला गोला वा जिहड़ा दरिया तलाव वाला वो ये पिया वा, झीलां आ पईयां वा, कोई रिलेशन तो बन नहीं रहा, विचाले तो दरिया आ गया ना, तो मतलब पहला छिट्टा तो गलत हो गया। दूजा कोई भी तलाव झील नहीं है। हुण कोई भी तलाव आ जिहड़ा आ तलाव आ जिहड़ा ये तलाव इत्थे तक पई आ, विचाले तो दरिया आ गया। कोई भी तलाव झील नहीं है तो ये बिल्कुल आ भी कोई भी तलाव झील तो है ही नहीं गा। तुसीं आप दे सकते हो कोई भी तलाव ही पए आ, झीलां इन्नी दूर पईयां, विचाले तो दरिया आ गया, तो बिल्कुल नहीं है, कोई भी तलाव झील है ही नहीं गा। तो ऑप्शन 2 इत्थे राइट आ, मतलब कि सिट्टा दूजा ही निकलता है, तो ऑप्शन बी राइट आ। ठीक है जी, अगला प्रश्न। हाँ जी देखो x प्लस वाई का अर्थ है x वाई की माँ है, यानी कि प्लस का अर्थ आ माँ, तो p माँ है क्यू दी। ठीक है, माँ माइनस नाल डिनोट करता। अगे x डिवाइड बाई का हुण तो सानू तो साइन की दिता होया, मैं ए ऑप्शन चैक कर रही हाँ। ए ऑप्शन दे विच अगे माइनस आ, माइनस का अर्थ आ इत्थे भैन, मतलब क्यू अगे भैन आ आर दी, आर दे अगे आर जिहड़ा वा ओह की है डिवाइड पाया, मतलब आर पिता वा, आर दे अगे बच्चे आ जिसका नाम आ एस। ठीक है, आर पिता वा तो प्लस नाल डिनोट कर दो। ठीक है जी, क्यू भैन सीगी तो माइनस नाल डिनोट कर दो। ठीक है, उस तो बाद देखो अगे गल करते हैं आपां एक्स माइनस वाई दी, तो एक्स गुणा दिता हुआ ना टी, गुणा का अर्थ आ भरा, इस दा भरा वा टी। उन्हें बोलिया कि किहदा अर्थ बन रहा कि क्यू टी दी माँ है, पर इत्थों तक क्यू भूआ बन गई ना, क्योंकि आर दी तां भैन आ। अगे बी ऑप्शन चैक करते हैं, बी ऑप्शन दे विच पी की बन रहा पी प्लस यानी कि पी माँ है एस दी, एस बन गया। ठीक है, उस तो बाद फिर अगे जिहड़ा क्यू एस आ वो किहदी माँ वा, क्यू दी माँ वा। ठीक है, बना लिया। ठीक है, क्यू दी माँ वा। ठीक है, पी माँ है एस दी, तो एस अगे क्यू दी माँ वा। तो उस तो बाद देखो क्यू अगे आर दी माँ वा, क्यू किहदी माँ वा, आर दी माँ वा, आर दी माँ वा, ते आर दी माँ वा क्यू, तो क्यू आर दी माँ वा, तो आर अगे की आ, आर भैन आ टी दी, आर की आ भैन आ टी दी, तो ये तो की बन गया एस क्यू की बन गई क्यू, जे आ देखो क्यू आर दी माँ है, आर भैन है टी दी, आप दोबारा बना लें आ, पी धी आ, पी आ जिहड़ी इहदी बेटी आ अगे एस। ठीक है, एस दी अगे बेटी आ क्यू, क्यू दी अगे बेटी आ आर, ते आर अगे भैन आ टी दी। ठीक है, तो इन्हां विचों किहदा रिश्ता बनता कि क्यू टी दी माँ है, तो ऑप्शन बी का बनता, बी का बन रहा ना क्यू टी दी माँ है। अगला प्रश्न, जेकर संख्या 64 95 73 281 के अंकों को वधदे क्रम में लिखा जाए, पहला वधदे क्रम में लिख लें। पहला असीं लिखते हैं 64 95 73 281 वधदे क्रम च लिखना। हुण इन्हां नूं जे वो कहता वधदे क्रम च लिखा जाए, पहला 1 फिर 2 फिर 3 फिर 4 तो फिर 5 फिर 6। ठीक है, वाधा क्रम ही है ना ये, फिर 7 तो फिर 8 तो फिर 9 वाधे क्रम च लिखता। तो किन्ने अंक अपने उस स्थान पर रहिंदे आ, तुसीं देख लो किन्ने अंक अपने स्थान पर हैगा, नहीं ये हैगा, नहीं अगे भी नहीं गा, ये भी नहीं गा, 8 आ कल्ला, 8 अपने स्थान पर रहा, तो 1 अंक रह गया। ऑप्शन ए इत्थे राइट आंसर है 1। अगला प्रश्न 13 18 25 30 37 42। हाँ जी, लड़ी पूरी करनी है। सब तो पहला तो डिफरेंस वाला मैथड ला लो जो लगता है, तो जे नहीं लग रहा तो फिर देखो तुसी किमें पूरी होगी। 13 ते 18 दे विच कितना डिफरेंस आ, 5 का। 13 ते 18 दे विच 5 का ही है ना। उस तो बाद 18 ते 25 दे विच देखिए तो 7 का बन रहा। ठीक है, 18 ते 25 च देखिए तो 7 का बन रहा, 25 ते 30 दे विच फिर 5 का, 30 ते 37 दे विच फिर 7 का। ठीक है, फिर 37 तो 42 फिर 5 का, फिर 7 का बनूगा, 5 7 5 7 5 7 इदा बन रहा। तो देखो हुण 13 + 5 18, 18 + 7 25, 25 + 5 30, 30 + 7 35, 35 + 5 42, 42 + 7 49। तो ऑप्शन बी इत्थे राइट आंसर है। अगला प्रश्न है जी, हाँ जी, इत्थे फिर पहला डिफरेंस चेक कर लेने आ। अगला लड़ी पूरी करनी आ, तो डिफरेंस मैथड ही ज़्यादातर फॉलो हो जाते हैं। 16 19 चों 16 कड्डे 3। ठीक है,
फिर 25 ਤੇ 19 ਦਾ ਡਿਫਰੈਂਸ ਆ ਜਿਹੜਾ ਉਹ 6 ਦਾ ਵਾ। ਫਿਰ 25 ਤੇ 34 ਦਾ ਦੇਖੀਏ ਤਾਂ ਇਹ 9 ਦਾ ਬਣ ਰਿਹਾ। ਫਿਰ 34 ਤੇ 46 ਦਾ ਦੇਖੀਏ ਤਾਂ 12 ਦਾ ਬਣ ਰਿਹਾ। ਮਤਲਬ 3 ਦਾ ਪਹਾੜਾ ਹੀ ਨਹੀਂ, 1 ਤੀਆ ਤੀਆ 2 ਤੀਏ 6 3 ਤੀਏ 9 4 ਤੀਏ 12, ਮਤਲਬ ਅਗਲਾ ਨੰਬਰ 15 ਆਊਗਾ। 5 ਤੀਏ 15। ਹੁਣ ਦੇਖੋ 16 ਤੇ 3 19, 19 ਤੇ 6 25, 25 ਤੇ 9 34, 34 ਤੇ 9 46, 46 ਤੇ 15 ਕਿੰਨੇ ਹੋਣਗੇ? 46 ਤੇ 15 ਕਿੰਨੇ ਹੋਣਗੇ? 6 5 11। ਠੀਕ ਹੈ, 4 ਤੇ 1 5 ਤੇ 1 6 61। 61 ਆਪਸ਼ਨ ਬੀ। ਹਾਂਜੀ, ਅਗਲਾ ਪ੍ਰਸ਼ਨ ਅਸੀਂ ਕਰਦੇ ਹਾਂ। ਕਥਨ ਦਿੱਤੇ ਹੋਏ ਆ, ਉਹਨੇ ਬੋਲਿਆ ਕੋਈ। ਹਾਂਜੀ, ਅੱਗੇ ਦੇਖੋ, ਪਹਿਲਾਂ ਅਸੀਂ ਜਦੋਂ ਕਥਨ ਦੇਖਦੇ ਹਾਂ ਤਾਂ ਕੋਈ ਵੀ ਮੇਜ਼ ਕੁਰਸੀ ਨਹੀਂ ਹੈ, ਤਾਂ ਆਪਾਂ ਬਣਾ ਲੈਂਦੇ ਹਾਂ। ਆਹ ਮੇਜ਼ ਪਈ ਆ, ਇਹਦੇ ਵਿੱਚੋਂ ਕੋਈ ਵੀ ਮੇਜ਼ ਆ ਜਿਹੜਾ ਉਹ ਕੁਰਸੀ ਨਹੀਂ ਗੀ। ਕੁਝ ਸੋਫੇ ਕੁਰਸੀ, ਹੁਣ ਕੁਝ ਕੁਰਸੀਆਂ ਵਾ ਜਿਹੜੀਆਂ ਉਹ ਸੋਫੇ ਹਨ। ਹੋ ਸਕਦਾ ਇਹਦਾ ਇਦਾਂ ਦਾ ਸਟਰਕਚਰ ਬਣੇ ਕਿ ਕੁਝ, ਕਿਉਂਕਿ ਕਿਤੇ ਵੀ ਉਹਨੇ ਇਹ ਨਹੀਂ ਨਾ ਲਿਖਿਆ ਕਿ ਜਿਹੜੇ ਸੋਫੇ ਆ ਉਹ ਮੇਜ਼ ਨਹੀਂ ਗੇ। ਹੋ ਸਕਦਾ ਉਹ ਮੇਜ਼ ਵੀ ਹੋਣ। ਇਹ ਮੇਜ਼ ਬਣ ਗਏ, ਇਹ ਸੋਫੇ ਬਣ ਗਏ, ਇਹ ਕੁਰਸੀ ਬਣ ਗਈ। ਠੀਕ ਹੈ, ਫਿਰ ਅਗਲੀ ਲਾਈਨ 'ਚ ਉਹਨੇ ਬੋਲਿਆ ਕਿ ਇਹ ਜਿਹੜੀਆਂ ਸਾਰੀਆਂ ਹੀ ਕੁਰਸੀਆਂ ਨੇ, ਸਾਰੇ ਸੋਫੇ ਆ ਉਹ ਕੀ ਨੇ? ਪਲੰਗ ਨੇ। ਸਾਰੇ ਸੋਫੇ ਕੀ ਨੇ? ਪਲੰਗ ਨੇ। ਤਾਂ ਇਹ ਸਾਰੇ ਸੋਫੇ ਦੇ ਲਈ ਜਿਹੜਾ ਸਟਰਕਚਰ ਆ ਉਹ ਇਹ ਬਣ ਸਕਦਾ ਨਾ, ਆਹ ਕਿ ਸਾਰੇ ਸੋਫੇ ਕੀ ਆ? ਪਲੰਗ। ਕੋਈ ਵੀ ਮੇਜ਼ ਕੁਰਸੀ ਨਹੀਂ ਹੈ, ਕੁਝ ਕੁਰਸੀਆਂ ਸੋਫੇ ਹਨ ਤੇ ਸਾਰੇ ਸੋਫੇ ਪਲੰਗ ਹਨ। ਦੋ ਸਟਰਕਚਰ ਬਣਨਗੇ ਨਾ। ਇੱਕ ਤਾਂ ਇਹ ਬਣ ਗਿਆ ਕਿ ਕਿਉਂਕਿ ਉਹਨੇ ਕਿਤੇ ਵੀ ਇਹ ਨਹੀਂ ਕਿਹਾ ਸੀਗਾ ਕਿ ਕੋਈ ਵੀ ਮੇਜ਼ ਆ ਜਿਹੜਾ ਉਹ ਸੋਫਾ ਨਹੀਂ ਗਾ ਜਾਂ ਪਲੰਗ ਨਹੀਂ ਗਾ, ਤਾਂ ਇਹ ਸਟਰਕਚਰ ਮੈਂ ਬਣਾਤਾ। ਆ ਹੈਗਾ ਪਲੰਗ ਵਾਲਾ। ਠੀਕ ਹੈ ਜੀ, ਪਲੰਗ ਪੱਪਾ। ਤਾਂ ਦੇਖੋ ਅੱਗੇ ਉਹਨੇ ਬੋਲਿਆ ਕਿ ਕੋਈ ਵੀ ਪਲੰਗ ਮੇਜ਼ ਨਹੀਂ ਹੈ। ਇਹਦੇ ਤੋਂ ਦੇਖੋ ਉਹਨੇ ਬੋਲਿਆ ਕੋਈ ਵੀ ਪਲੰਗ ਮੇਜ਼ ਨਹੀਂ ਗੇ। ਮੇਜ਼ ਤਾਂ ਮੈਂ ਤਾਂ ਬੋਲਤਾ ਕਿ ਜਦੋਂ ਸਟਰਕਚਰ ਬਣਿਆ, ਸਟਰਕਚਰ ਦੇ ਅਕੋਰਡਿੰਗ ਤਾਂ ਸਾਰੇ ਮੇਜ਼ ਹੀ ਪਲੰਗ ਬਣ ਰਹੇ ਆ। ਠੀਕ ਹੈ, ਮਤਲਬ ਕੁਝ ਮੇਜ਼ ਆ ਜਿਹੜੇ, ਕੋਈ ਵੀ ਪਲੰਗ ਮੇਜ਼ ਨਹੀਂ ਹੈ, ਮਤਲਬ ਕੁਝ ਕੁ ਪਲੰਗ ਆ ਜਿਹੜੇ ਉਹ ਮੇਜ਼ ਹੈਗੇ ਆ। ਇੰਨੇ ਕੁ ਪਲੰਗ ਜਿਹੜੇ ਪਏ ਆ ਉਹ ਮੇਜ਼ ਹੈਗੇ ਆ, ਤਾਂ ਮਤਲਬ ਇਹ ਗਲਤ ਹੋ ਗਿਆ। ਅੱਗੇ ਉਹਨੇ ਬੋਲਿਆ ਕੁਝ ਕੁਰਸੀਆਂ ਪਲੰਗ ਹਨ। ਕੁਝ ਕੁਰਸੀਆਂ ਪਲੰਗ ਹਨ ਜਦ ਕੁਝ ਸੋਫੇ ਪਲੰਗ ਹੋ, ਜਦ ਕੁਝ ਸੋਫੇ ਕੁਰਸੀਆਂ ਹੋ ਸਕਦੇ ਆ। ਸਾਰੇ ਸੋਫੇ ਪਲੰਗ ਹੀ ਆ ਤਾਂ ਫਿਰ ਕੁਰਸੀਆਂ ਵੀ ਤਾਂ ਪਲੰਗ ਹੋਣਗੀਆਂ। ਮਤਲਬ ਆਪਸ਼ਨ 2 ਇੱਥੇ ਰਾਈਟ ਆਨਸਰ ਹੈ। ਕੀ ਆ? ਕੁਝ ਕੁਰਸੀਆਂ ਪਲੰਗ ਹਨ। ਠੀਕ ਹੈ, ਤਾਂ ਆਪਸ਼ਨ 2 ਇੱਥੇ ਰਾਈਟ ਆਨਸਰ ਹੈ ਕਿ ਇਕੱਲਾ ਛਿੱਟਾ 2 ਹੀ ਫੋਲੋ ਕਰ ਰਿਹਾ। ਅਗਲਾ ਪ੍ਰਸ਼ਨ ਆ ਜੀ, ਏ ਬੀ ਇੱਕੋ। ਹਾਂਜੀ, ਅਗਲਾ ਸਵਾਲ ਆ, ਏ ਅਤੇ ਬੀ ਇੱਕੋ ਬਿੰਦੂ ਤੋਂ ਚੱਲਣਾ ਸ਼ੁਰੂ ਕਰਦੇ ਆ। ਇਹ ਦੱਖਣ ਵੱਲ 30 ਮੀਟਰ ਚੱਲਦਾ, ਫਿਰ ਪੱਛਮ ਵੱਲ ਮੁੜ ਕੇ 40 ਮੀਟਰ ਚੱਲਦਾ, ਫਿਰ ਉਹ ਆਪਣੇ ਖੱਬੇ ਮੁੜਦਾ 50 ਮੀਟਰ ਚੱਲਦਾ। ਉਸੇ ਸਮੇਂ ਬੀ ਦੱਖਣ ਵੱਲ 80 ਮੀਟਰ ਚੱਲਦਾ। ਏ ਦੇ ਸੰਦਰਭ ਵਿੱਚ ਬੀ ਆ ਜਿਹੜਾ ਹੁਣ ਕਿਹੜੀ ਦਿਸ਼ਾ ਦੇ ਵਿੱਚ ਆ? ਤਾਂ ਸਭ ਤੋਂ ਪਹਿਲਾਂ ਇਹਨੂੰ ਆਪਾਂ ਬਣਾ ਲੈਂਦੇ ਹਾਂ। ਬਣਾਉਣ ਦੇ ਲਈ ਕੀ ਕਰਾਂਗੇ ਕਿ ਅਸੀਂ ਏ ਤੇ ਬੀ ਆ ਜਿਹੜੇ ਇੱਕੋ ਬਿੰਦੂ ਤੋਂ ਚਲਾਉਣਾ ਸ਼ੁਰੂ ਕਰਦੇ ਹਾਂ। ਏ ਤੇ ਬੀ ਇੱਥੋਂ ਸੈਂਟਰ 'ਚੋਂ ਬਣਾ ਲੈਂਦੇ ਹਾਂ। ਏ ਆ ਜਿਹੜਾ 30 ਮੀਟਰ ਦੱਖਣ ਵੱਲ ਚੱਲਦਾ, 30 ਮੀਟਰ ਚੱਲਦਾ ਵਾ ਦੱਖਣ ਵੱਲ, ਤਾਂ ਇੱਥੇ ਮੈਂ ਲਿਖਤਾ 30 ਮੀਟਰ। ਇਹ 30 ਮੀਟਰ ਦੱਖਣ ਵੱਲ ਚੱਲ ਕੇ ਫਿਰ ਉਹ ਮੁੜਦਾ ਵਾ ਪੱਛਮ ਵੱਲ। ਪੱਛਮੀ ਡਾਇਰੈਕਸ਼ਨ ਹੁੰਦੀ ਹੈ, ਤਾਂ ਇੱਧਰ ਮੁੜ ਗਿਆ। ਠੀਕ ਹੈ, ਜੇ ਨਹੀਂ ਪਤਾ ਲੱਗਦਾ ਤਾਂ ਪਹਿਲਾਂ ਡਾਇਰੈਕਸ਼ਨਸ ਬਣਾ ਲਓ। ਆਹ ਡਾਇਰੈਕਸ਼ਨ ਬਣਾਤੀਆਂ ਮੈਂ। ਠੀਕ ਹੈ, ਇਹ ਹੁੰਦਾ ਪੂਰਬ, ਇਹ ਹੁੰਦਾ ਪੱਛਮ, ਇਹ ਹੁੰਦਾ ਉੱਤਰ ਤੇ ਇਹ ਹੁੰਦਾ ਦੱਖਣ। ਠੀਕ ਹੈ, ਨਾਲ ਦੀ ਨਾਲ ਕਾਪੀ 'ਤੇ ਲਿਖੀ ਚੱਲੋ ਕਿਉਂਕਿ ਅੱਗੇ ਦੇਖੋ। ਫਿਰ ਇਹ ਆ ਜਿਹੜਾ ਉਹ ਪੱਛਮ ਵੱਲ, ਆਹ ਬਿੰਦੂ 'ਤੇ ਖੜੇ ਆ ਮੰਨ ਲਓ ਏ ਤੇ ਬੀ। ਇਹ ਪੱਛਮ ਵੱਲ ਚੱਲਦਾ, ਦੱਖਣ ਵੱਲ ਚੱਲਦਾ 30 ਮੀਟਰ। ਦੇਖ ਸਕਦੇ ਹੋ ਤੁਸੀਂ 30 ਮੀਟਰ ਹੀ ਲਿਖਿਆ ਹੈ ਦੱਖਣ ਵੱਲ। ਉਸ ਤੋਂ ਬਾਅਦ ਉਹ ਪੱਛਮ ਵੱਲ ਮੁੜ ਜਾਂਦਾ ਤੇ ਪੱਛਮ ਵੱਲ ਆ ਗਿਆ। ਕਿੰਨਾ ਚੱਲਿਆ? 40 ਮੀਟਰ ਚੱਲਿਆ। ਠੀਕ ਹੈ, ਤੇ ਫਿਰ ਉਹ ਕਿੱਧਰ ਚੱਲਦਾ? ਖੱਬੇ। ਖੱਬੇ ਦੀ ਜਦੋਂ ਗੱਲ ਹੁੰਦੀ ਹੈ ਨਾ, ਖੱਬੇ ਮਤਲਬ ਕੀ ਹੈ? ਘੜੀ ਦੀ ਉਲਟ ਸੂਈ ਆ ਜਾਂਦੀ ਹੈ। ਘੜੀ ਦੀ ਉਲਟ ਸੂਈ ਹੋ ਗਈ ਇੱਧਰ ਨੂੰ। ਠੀਕ ਹੈ, ਇੱਧਰ ਉਹ ਚੱਲ ਪਿਆ 50 ਮੀਟਰ। ਕਿੰਨਾ ਚੱਲ ਗਿਆ? 50 ਮੀਟਰ। ਉਸੇ ਸਮੇਂ ਬੀ ਦੱਖਣ ਵੱਲ ਨੂੰ 80 ਮੀਟਰ ਚੱਲ ਪਿਆ। ਉਸੇ ਸਮੇਂ ਬੀ ਦੱਖਣ ਵੱਲ ਨੂੰ 80 ਚੱਲ ਗਿਆ। ਠੀਕ ਹੈ, 80 ਚੱਲ ਗਿਆ। ਬੀ ਇੱਥੋਂ ਲੈ ਕੇ ਇੱਥੇ ਤੱਕ 80 ਆ ਗਿਆ। ਠੀਕ ਹੈ, ਹੁਣ ਬੀ 80 ਚੱਲ ਗਿਆ, 30 ਤਾਂ ਇਹੀ ਸੀਗਾ, 30 ਤਾਂ ਆਹੀ ਹੋ ਗਿਆ। ਏ ਵਾਲਾ ਚੱਲਿਆ, 80 ਆ ਗਿਆ। ਠੀਕ ਹੈ, ਹੁਣ ਉਹਨੇ ਬੋਲਿਆ ਕਿ ਏ ਦੀ ਸਥਿਤੀ ਦੇ ਸੰਰੰਭ ਵਿੱਚ ਬੀ ਹੁਣ ਕਿੱਥੇ ਹੈ? ਹਾਂਜੀ, ਏ ਤਾਂ ਆ ਖੜਾ ਵਾ। ਏ ਦੀ ਸਥਿਤੀ ਦੇ ਵਿੱਚ ਬੀ ਕਿੱਧਰ ਆ? ਏ ਦੀ ਸਥਿਤੀ ਵਿੱਚ ਬੀ ਪੂਰਬ ਹੀ ਹੋਇਆ ਨਾ, ਬੀ ਪੂਰਬ ਵੱਲ ਨੂੰ ਆ। ਏ ਇੱਥੇ ਖੜਾ, ਏ ਦੀ ਸਥਿਤੀ ਦੇ ਵਿੱਚ ਬੀ ਪੂਰਬ ਵੱਲ ਨੂੰ ਹੋ ਗਿਆ ਨਾ, ਇੱਧਰ ਨੂੰ ਆ। ਤੇ ਕਿੰਨੀ ਕਿਲੋਮੀਟਰ ਆ? ਇਹ ਆਇਤ ਬਣ ਰਿਹਾ ਨਾ, ਆਇਤ ਦੀਆਂ ਆਮੋ ਸਾਹਮਣੇ ਦੀਆਂ ਭੁਜਾਵਾਂ ਬਰਾਬਰ ਹੁੰਦੀਆਂ। ਇਹ 30 ਆ, ਇਹ 30 ਆ। ਇੱਕ ਮਿੰਟ ਸਮਝਾਉਣੀ ਆ ਕਿ ਇਹ 30 ਆ। ਠੀਕ ਹੈ, ਆਹ 30 ਸੀਗਾ। 80 ਚ 30 ਕੱਢੇ 50, ਆ ਵੀ 50 ਆ ਗਿਆ। 40
तो इत्थे 40 हो गया। 40 मीटर दूर आ बी तो, पर बी ए है जिहड़ा वो बी ए दे पूरब वाल आ बी, ठीक है, बी ए दे पूरब वाल आ, बी ए दे पूरब वाल 40 मीटर है। तो इत्थों किहड़ी ऑप्शन बन रही है, क्योंकि ए दे पूरब वाल ही है ना, ए दे पूरब वाला ऑप्शन इत्थे डी बन रही है। ठीक है जी, अगला प्रश्न रमनीक जमात, हाँ जी, रमनीक जमात विचों खब्बे तो 17वें नंबर ते है, इत्थे 17वां, फिर ऑप्शन भी सही मिलूगी क्योंकि इत्थे 17 के हिसाब नाल सम पाया होया। रमनीक जमात विच खब्बे तो 17वें स्थान ते आ, सज्जे तो 49वें स्थान ते आ, तां जमात विच कुल किन्ने विद्यार्थी आ। हाँ जी, देखो हुण जदों भी एक बंदे की गल हो जाए ना ऑर्डर रैंकिंग दे विच, उहनूं तुसीं सेंटर च मान लो, जो खब्बे तो 17वें नंबर ते आ तां उहदे तो पहलां 16 बच्चे होणगे, जे वो सज्जे तो 49वें स्थान ते आ तां मतलब उहदे तो बाद 48 बच्चे होणगे, है ना, यही बनिया ना। खब्बे तो वो दिख रहा वा 16वें स्थान ते, 17वें ते, मतलब वो तो पहलां 16 होणगे, सज्जे तो दिख रहा 49वें ते, मतलब वो तो पहलां 48 होणगे। ठीक है जी, तो हुण कर लो ये टोटल किन्ना वा, सारे जोड़ लो, मैं पहले ही प्लस पाया सी। तो जमात विच टोटल किन्ने विद्यार्थी आ, 48 प्लस 1 49, 49 प्लस 16 करोगे 65, तो जमात विच टोटल 65 विद्यार्थी आ। ऑप्शन बी इत्थे राइट आंसर है। ठीक है जी, हाँ जी, हुण असीं करदे हां पंजाबी एलिजिबिलिटी टैसट, जिहड़ा कि 50 नंबर दा तुहाडा टैसट होना है, ते देखदे हां इस दे विच्चों तुहाडे किन्ने मार्क्स बनदे आ। ਤੇ ਐਂਡ ਤੇ ਜ਼ਰੂਰ ਦੱਸਣਾ ਕਿ ਤੁਸੀਂ ਇਸ ਟੈਸਟ ਨੂੰ ਕੁਆਲੀਫਾਈ ਕੀਤਾ ਕਿ ਨਹੀਂ, ਯਾਨੀ ਕਿ ਤੁਹਾਡੇ 25 ਨੰਬਰ ਜੇ ਬਣਦੇ ਆ, 25 ਨੰਬਰ ਵਾਲਾ ਇਸ ਟੈਸਟ ਦੇ ਵਿੱਚੋਂ ਪਾਸ ਆ, ਤੇ ਤੁਸੀਂ ਦੱਸਿਓ ਜ਼ਰੂਰ ਕਿ ਤੁਹਾਡੇ ਕਿੰਨੇ ਨੰਬਰ ਇਸ ਟੈਸਟ ਦੇ ਵਿੱਚੋਂ ਆਏ ਨੇ। ਠੀਕ ਹੈ, ਪੂਰੀ ਇਮਾਨਦਾਰੀ ਦੇ ਨਾਲ ਮੇਰੇ ਨਾਲ ਤੁਸੀਂ ਅਟੈਂਪਟ ਕਰੋਗੇ, ਕਿਉਂਕਿ ਪੰਜਾਬੀ ਐਲੀਜੀਬਿਲਿਟੀ ਟੈਸਟ ਪੇਪਰ ਮੇਨ ਦੇ ਨਾਲੋਂ ਵੀ ਜ਼ਿਆਦਾ ਇੰਪੋਰਟੈਂਟ ਆ ਤੁਹਾਡੇ ਲਈ। ਠੀਕ ਹੈ ਜੀ, ਤਾਂ ਹੁਣ ਆਪਾਂ ਜ਼ਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਅੱਜ ਦੀ ਇਹ ਵੀਡੀਓ ਸਟਾਰਟ ਕਰਦੇ। ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ। ਗੁਰੂ ਨਾਨਕ ਦੇਵ ਜੀ ਨੇ ਕਿਹੜਾ ਸ਼ਹਿਰ ਵਸਾਇਆ? ਹਾਂਜੀ, ਹਰੇਕ ਗੁਰੂ ਸਾਹਿਬਾਨ ਨੇ ਇੱਕ ਇੱਕ ਸਿਟੀ ਦੀ ਜਿਹੜੀ ਸਥਾਪਨਾ ਵਾ ਉਹ ਕੀਤੀ ਸੀ, ਤੇ ਇੱਕ ਇੱਕ ਜਾਣੀ ਕਿ ਆਪਾਂ ਕਹਿ ਸਕਦੇ ਹਾਂ ਕਿ ਪੱਕਾ ਹੀ ਹੈ ਕਿ ਇੱਕ ਘੱਟੋ ਘੱਟ ਇੱਕ ਤਾਂ ਕੀਤਾ ਹੀ ਗਿਆ ਵਾ, ਸ਼ਹਿਰ ਸਥਾਪਿਤ ਕੀਤਾ ਗਿਆ ਸੀ। ਤੇ ਉਸ ਨਾਲ ਰਿਲੇਟਡ ਤੁਹਾਨੂੰ ਕਿਸੇ ਵੀ ਗੁਰੂ ਸਾਹਿਬਾਨ ਦੇ ਨਾਲ ਰਿਲੇਟਡ ਪੁੱਛਿਆ ਜਾ ਸਕਦਾ ਵਾ। ਤੇ ਗੁਰੂ ਨਾਨਕ ਦੇਵ ਜੀ ਨੇ ਕਿਹੜਾ ਸ਼ਹਿਰ ਵਸਾਇਆ? ਤਾਂ ਇਹ ਤੁਸੀਂ ਆਪ ਦੱਸ ਸਕਦੇ ਹੋ, ਜਿਹੜਾ ਕਰਤਾਰਪੁਰ ਪਾਕਿਸਤਾਨ ਦੇ ਵਿੱਚ ਆ, ਉਸ ਦੀ ਸਥਾਪਨਾ ਕੀਤੀ ਹੈ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ। ਆਪਸ਼ਨ ਊੜਾ ਇਸ ਦਾ ਰਾਈਟ ਆਨਸਰ ਹੈ ਕਰਤਾਰਪੁਰ। ਕਰਤਾਰਪੁਰ ਸਾਹਿਬ ਜੋ ਕਿ ਪਾਕਿਸਤਾਨ ਵਿੱਚ ਆ, ਠੀਕ ਹੈ, ਇਸ ਦੀ ਸਥਾਪਨਾ ਕੀਤੀ ਆ ਗੁਰੂ ਨਾਨਕ ਦੇਵ ਜੀ ਨੇ। ਤੇ ਇੱਕ ਕਰਤਾਰਪੁਰ ਆਪਣੇ ਜਲੰਧਰ ਵਾਲੀ ਸਾਈਡ ਆਉਂਦਾ ਵਾ, ਇਹ ਕਰਤਾਰਪੁਰ ਦੀ ਸਥਾਪਨਾ ਕੀਤੀ ਹੈ ਆਪਣੇ ਜੋ ਪੰਜਾਬ ਦੇ ਵਿੱਚ ਕਰਤਾਰਪੁਰ ਆ, ਇਸ ਦੀ ਸਥਾਪਨਾ ਕੀਤੀ ਆ ਸਿੱਖਾਂ ਦੇ 5ਵੇਂ ਗੁਰੂ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ। ਠੀਕ ਹੈ, ਇਸ ਗੱਲ ਦਾ ਤੁਸੀਂ ਧਿਆਨ ਰੱਖਣਾ। ਹਾਂਜੀ, ਪਹਿਲੇ ਗੁਰੂ ਸਾਹਿਬਾਨ ਆ ਸ਼੍ਰੀ ਗੁਰੂ ਨਾਨਕ ਦੇਵ ਜੀ, ਇਹਨਾਂ ਨੇ ਕਰਤਾਰਪੁਰ ਸਾਹਿਬ ਦੀ ਸਥਾਪਨਾ ਕੀਤੀ। ਦੂਸਰੇ ਗੁਰੂ ਆ ਆਪਣੇ ਸ਼੍ਰੀ ਗੁਰੂ ਅੰਗਦ ਦੇਵ ਜੀ, ਇਹਨਾਂ ਨੇ ਖੰਡੂਰ ਸਾਹਿਬ ਦੀ ਸਥਾਪਨਾ ਕੀਤੀ ਆ। ਤੀਸਰੇ ਗੁਰੂ ਆ ਸ਼੍ਰੀ ਗੁਰੂ ਅਮਰਦਾਸ ਜੀ, ਇਹਨਾਂ ਨੇ ਗੋਇੰਦਵਾਲ ਦੀ ਸਥਾਪਨਾ ਕੀਤੀ ਆ। ਚੌਥੇ ਗੁਰੂ ਆ ਸ਼੍ਰੀ ਗੁਰੂ ਰਾਮਦਾਸ ਜੀ, ਇਹਨਾਂ ਨੇ ਰਾਮਦਾਸਪੁਰਾ ਜਾਣੀ ਕਿ ਅੰਮ੍ਰਿਤਸਰ ਦੀ ਸਥਾਪਨਾ ਕੀਤੀ। ਪੰਜਵੇਂ ਗੁਰੂ ਆ ਸ਼੍ਰੀ ਗੁਰੂ ਅਰਜਨ ਦੇਵ ਜੀ, ਇਹਨਾਂ ਨੇ ਤਰਨਤਾਰਨ, ਕਰਤਾਰਪੁਰ ਅਤੇ ਹਰਗੋਬਿੰਦਪੁਰ ਦੀ ਸਥਾਪਨਾ ਕੀਤੀ ਹੈ। ਠੀਕ ਹੈ, ਇਹ ਤੁਸੀਂ ਯਾਦ ਰੱਖਣਾ। ਛੇਵੇਂ ਗੁਰੂ ਆ ਸ਼੍ਰੀ ਗੁਰੂ ਹਰਗੋਬਿੰਦ ਜੀ, ਤਾਂ ਸ਼੍ਰੀ ਗੁਰੂ ਹਰਗੋਬਿੰਦ ਜੀ ਨੇ ਕੀਰਤਪੁਰ ਦੀ ਸਥਾਪਨਾ ਕੀਤੀ ਹੈ। ਇਸ ਤੋਂ ਬਾਅਦ ਜੇਕਰ ਆਪਾਂ ਗੱਲ ਕਰੀਏ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ, ਉਹਨਾਂ ਨੇ ਚੱਕ ਨਾਨਕੀ ਦੀ ਸਥਾਪਨਾ ਕੀਤੀ ਹੈ, ਜਾਣੀ ਕਿ ਅਨੰਦਪੁਰ ਸਾਹਿਬ ਮੱਖੋਵਾਲ ਦੀ ਸਥਾਪਨਾ ਕੀਤੀ ਸੀ। ਇਸ ਤਰ੍ਹਾਂ ਇਹ ਇੰਪੋਰਟੈਂਟ ਗੁਰੂ ਸਾਹਿਬਾਨ ਦੇ ਜਿਹੜੇ MCQ ਅਲੱਗ-ਅਲੱਗ ਕੰਪੀਟੀਟਿਵ ਐਗਜ਼ਾਮ ਦੇ ਵਿੱਚ ਕਿਸੇ ਵੀ ਗੁਰੂ ਸਾਹਿਬਾਨ ਨਾਲ ਪੁੱਛੇ ਜਾਂਦੇ ਆ ਕਿ ਇਹਨਾਂ ਨੇ ਕਿਹੜਾ ਸ਼ਹਿਰ ਵਸਾਇਆ ਜਾਂ ਕਿਹੜੇ ਗੁਰੂ ਸਾਹਿਬਾਨ ਨੇ ਕਿਹੜਾ ਸ਼ਹਿਰ ਵਸਾਇਆ, ਜਿਵੇਂ ਮੈਂ ਤੁਹਾਨੂੰ MCQ ਪਾਇਆ। ਠੀਕ ਹੈ, ਇਸ ਤਰ੍ਹਾਂ ਤਾਂ ਤੁਸੀਂ ਧਿਆਨ ਰੱਖਣਾ, ਰਿਵਾਈਜ਼ ਕਰਦੇ ਰਹਿਣਾ ਨਾਲ ਦੀ ਨਾਲ। ਨੈਕਸਟ ਹੈ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਕਦੋਂ ਹੋਇਆ? ਹਾਂਜੀ, ਗੁਰੂ ਨਾਨਕ ਦੇਵ ਜੀ ਦਾ ਜਨਮ ਕਦੋਂ ਹੋਇਆ? ਆਲਮੋਸਟ ਅਸੀਂ ਹਰੇਕ ਕਲਾਸ ਦੇ ਵਿੱਚ ਪੈਰਾਗ੍ਰਾਫ ਕਰਦੇ ਹਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ। ਠੀਕ ਹੈ, ਹਰੇਕ ਵਾਰ ਅਸੀਂ ਕੀਤਾ ਵਾ, ਹਰੇਕ ਕਲਾਸ 'ਚ ਕੀਤਾ ਵਾ। ਤਾਂ ਪਹਿਲੇ ਗੁਰੂ ਸਾਹਿਬਾਨ ਦੇ ਨਾਲ ਰਿਲੇਟਡ ਸਾਨੂੰ ਸਭ ਨੂੰ ਪਤਾ ਹੀ ਹੁੰਦਾ ਮੋਸਟਲੀ ਕਿ ਇਹਨਾਂ ਦਾ ਜਨਮ ਕਦੋਂ ਹੋਇਆ, ਜੋਤੀ ਜੋਤ ਸਮਾਂ ਕੀ ਸੀਗਾ। ਠੀਕ ਹੈ, ਇਸ ਤਰ੍ਹਾਂ। ਤੇ ਹੁਣ ਗੁਰੂ ਨਾਨਕ ਦੇਵ ਜੀ ਦਾ ਜਨਮ ਕਦੋਂ ਹੋਇਆ ਸੀ? ਤਾਂ ਗੁਰੂ ਨਾਨਕ ਦੇਵ ਜੀ ਦਾ ਜਨਮ ਹੋਇਆ ਸੀ ਜੀ, ਜਿਹੜੇ ਵੀ ਸਟੂਡੈਂਟਸ ਨੂੰ ਪਤਾ ਜਲਦੀ ਨਾਲ ਕਮੈਂਟ ਬਾਕਸ ਦੇ ਵਿੱਚ ਲਿਖਣ, ਕਿਉਂਕਿ ਆਪਾਂ ਤੁਹਾਨੂੰ ਪਤਾ ਹੈ ਕਿ
बहुत सारे स्टूडेंट्स फिर मैंने बोल भी दिंदे कि मैडम तुसीं आंसर जल्दी दस दिंदे हो। तो हाँ जी, श्री गुरु नानक देव जी का जन्म होया सी 1469 ईस्वी नूं, ठीक है। राय भोए की तलवंडी जिहड़ी कि हुण पाकिस्तान आ, तो पाकिस्तान दे विच ननकाना साहिब दे विच होया सी। ऑप्शन इत्थे राइट आंसर है जी तुहाडे कोले ऑप्शन डी, यानी कि ऑप्शन सस्सा, ठीक है। नैक्सट है गुरु नानक देव जी दीयां किन्नियां सिੱਖਿਆਵਾਂ हन। हाँ जी, गुरु नानक देव जी दीयां 3 सिੱਖਿਆਵਾਂ ने, ठीक है। ਕਿਹੜੀਆਂ ਕਿਹੜੀਆਂ ਨੇ? किरत करनी, नाम जपना, वंड के छकना। ऑप्शन नंबर ऊड़ा इस दा राइट आंसर है, वेरी इंपॉर्टेंट। गुरु नानक देव जी दीयां 3 सिੱਖਿਆਵਾਂ हन। नैक्सट है 12वां बाणी ਕਿਹੜੇ गुरु जी दी है। हाँ जी, 12वां ਜਿਹੜੀ 12वां तुखारी राग ਦੇ ਵਿੱਚ ਲਿਖੀ ਗਈ ਆ, ਇਹ ਕਿਹੜੇ ਗੁਰੂ ਸਾਹਿਬਾਨ ਦੀ ਬਾਣੀ ਆ। ਦੇਖੋ ਗੁਰੂ ਨਾਨਕ ਦੇਵ ਜੀ ਨੇ ਸਭ ਤੋਂ ਪਹਿਲਾਂ ਜਪਜੀ ਸਾਹਿਬ ਦੀ ਰਚਨਾ ਕੀਤੀ, ਜਿਹੜੀ ਕਿ ਕਿਸੇ ਵੀ ਰਾਗ ਦੇ ਵਿੱਚ ਨਹੀਂ ਲਿਖੀ ਗਈ। ਜਪਜੀ ਸਾਹਿਬ ਦੇ ਵਿੱਚ 38 ਪੌੜੀਆਂ, 5 ਖੰਡ, 2 ਸ਼ਲੋਕ ਆ। ਤੇ ਆਸਾਂ ਦੀ ਬਾਰ ਉਸ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਨੇ ਆਸਾਂ ਦੀ ਬਾਰ ਦੀ ਰਚਨਾ ਕੀਤੀ। ਇਸ ਦੇ ਵਿੱਚ 24 ਪੌੜੀਆਂ ਵਾ ਤੇ ਅੰਮ੍ਰਿਤ ਵੇਲੇ ਪਾਠ ਕੀਤਾ ਜਾਂਦਾ ਵਾ। ਉਸ ਤੋਂ ਬਾਅਦ ਸਿੱਧ ਗੋਸ਼ਟ ਦੀ ਬਾਣੀ ਦੀ ਰਚਨਾ ਕੀਤੀ, ਫਿਰ ਏਕ ਓਮਕਾਰ ਦੀ ਰਚਨਾ ਕੀਤੀ, ਫਿਰ 12ਵਾਂ ਤੁਖਾਰੀ ਰਾਗ ਦੇ ਵਿੱਚ ਰਚਨਾ ਕੀਤੀ। ਉਸ ਤੋਂ ਬਾਅਦ ਪੱਟੀ ਬਾਣੀ ਦੀ ਰਚਨਾ ਕੀਤੀ। ਤੇ ਇਹ ਬਾਣੀ ਆ ਜਿਹੜੀ ਪੱਟੀ, ਇਹ ਅੱਖਰਾਂ ਦੇ ਨਾਲ ਸੰਬੰਧਿਤ ਆ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ 974 ਸ਼ਬਦ ਐਡ ਨੇ, ਠੀਕ ਹੈ। ਇਹ ਵੀ ਤੁਸੀਂ ਯਾਦ ਰੱਖਣਾ। ਨੈਕਸਟ ਹੈ ਗੁਰੂ ਨਾਨਕ ਦੇਵ ਜੀ ਦੀ ਪਹਿਲੀ ਉਦਾਸੀ ਦਾ ਸਮਾਂ ਦੱਸੋ। हाँ जी, गुरु नानक देव जी ने उदासियां कीतियां सी, जिवें कि तुहानूं पता है गुरु नानक देव जी ने 4 उदासियां कीतियां सी, ठीक है। ते वो 4 उदासियां दे विचों पहली उदासी हुई सी पूर्व दिशा दे वल। ते पहली उदासी दा समां सी जी 1499 तो 1509। ऑप्शन नंबर ऊड़ा इज द राइट आंसर, ठीक है। पहली उदासी दे विच गुरु जी शहादपुर ते कुरुक्षेत्र, पानीपत, दिल्ली, हरिद्वार, गोरखमता, बनारस, बंगाल, असम, जगन्नाथपुरी, ठीक है, आगरा, गुरुग्राम, संगरूर, जमुनानगर गए सीगे, ठीक है। ये तुसीं याद रखना। नैक्सट है जी मल, पर ਆਪਾਂ ਨੂੰ ਦੂਜੀ ਉਦਾਸੀ ਵੀ ਤਾਂ ਪੁੱਛਿਆ ਜਾ ਸਕਦਾ ਕਿ ਕਿਹੜੀ ਦਿਸ਼ਾ ਦੇ ਵੱਲ ਹੋਈ। ਦੱਖਣ ਵੱਲ ਹੋਈ। ਤੀਜੀ ਕਿੱਧਰ ਹੋਈ? ਉੱਤਰ ਦਿਸ਼ਾ ਦੇ ਵੱਲ। ਸਭ ਤੋਂ ਚੌਥੀ ਹੋਈ ਸੀ ਪੱਛਮ ਵੱਲ, ਠੀਕ ਹੈ। ਇਸ ਗੱਲ ਦਾ ਧਿਆਨ ਰੱਖਣਾ, ਕਿਸੇ ਵੀ ਉਦਾਸੀ ਬਾਰੇ ਆ ਸਕਦਾ ਕਿ ਕਿਹੜੀ ਦਿਸ਼ਾ ਦੇ ਵਿੱਚ ਕਿੰਨਵੀਂ ਉਦਾਸੀ ਹੋਈ ਸੀ। ਤਾਂ ਮੱਲ ਅਖਾੜੇ ਦੀ ਸਥਾਪਨਾ ਕਿਹੜੇ ਗੁਰੂ ਸਾਹਿਬਾਨ ਨੇ ਕਰਵਾਈ? ਹਾਂਜੀ, ਮੱਲ ਅਖਾੜੇ ਦੀ ਸਥਾਪਨਾ ਕਰਵਾਈ ਸੀ ਸਿੱਖਾਂ ਦੇ ਦੂਜੇ ਗੁਰੂ ਸ੍ਰੀ ਗੁਰੂ ਅੰਗਦ ਦੇਵ ਜੀ ਨੇ। श्री गुरु अंगद देव जी सिखा के दूजे गुरु है, इन्होंने मल अखाड़े की स्थापना की सी, ठीक है जी। नैक्सट है किहड़े गुरु साहिबान की बाणी केवल सलोकां दे विच दर्ज है। हाँ जी, गुरु ग्रंथ साहिब जी दे विच किहड़े गुरु साहिबान की बाणी केवल सलोकां दे विच दर्ज है, ये तुहानूं पुछया जा रहा है, ठीक है। तो सलोकां दे विच बाणी दर्ज है जी श्री गुरु अंगद देव जी की। ऑप्शन ऊड़ा इज द राइट आंसर। श्री गुरु अंगद देव जी के टोटल 62 श्लोक श्री गुरु ग्रंथ साहिब जी के दर्ज आ, ये भी तुसीं याद रखना, ठीक है। तो श्री गुरु अंगद देव जी की जे आपां गल करिए, इन्हां नूं गुरमुखी लिपि के पितामह भी मन्निया जांदा वा। ते इन्हां दे 62 श्लोक आ। इन्हां दी जिहड़ी रचना वा ओह किहड़ी आ? हाँ जी, इन्हां ने किहड़ी रचना कीती सीगी, ये तुहानूं पता होना जरूरी आ। जल्दी नाल कमेंट बॉक्स दे विच लिखो जिहड़े स्टूडेंट्स नूं पता। इन्हां ने लिखी सीगी जी बायोग्राफी ऑफ गुरु नानक देव जी, ठीक है। नैक्सट है गुरु अंगद देव जी के समय केड़ा बादशाह सी। हाँ जी, गुरु अंगद देव जी के समकालीन मुगल बादशाह कौन सीगे? तो गुरु अंगद देव जी के समकालीन मुगल बादशाह सी हमांजू। ऑप्शन नंबर आड़ा इज द राइट आंसर, ठीक है जी। नैक्सट है सिख धर्म दे विच विरध गुरु केड़े होए सन। हाँ जी, सिख धर्म दे विच विरध अवस्था दे विच किहड़े गुरु साहिबान बने सी विरध अवस्था दे विच? तां ये बने सीगे श्री गुरु अमरदास जी। ऑप्शन सस्सा इज द राइट आंसर। विरध अवस्था दे विच होण करके ही इन्हां ने मंजी प्रथा की स्थापना की सी, ठीक है। ये तुसीं याद रखना। ते मंजी प्रथा की स्थापना दे विच इन्हां ने 22 मंजियां स्थापित कीतियां सीगीआं
ਤਾਂ ਜੋ ਉਹ 22 ਮੰਜੀਦਾਰ ਆ ਜਿਹੜੇ ਅੱਗੇ ਸਿੱਖ ਧਰਮ ਦਾ ਪ੍ਰਚਾਰ ਕਰ ਸਕਣ। ਨੈਕਸਟ ਹੈ ਪੰਗਤ ਅਤੇ ਸੰਗਤ ਪ੍ਰਥਾ ਦੀ ਸ਼ੁਰੂਆਤ ਕਿਹੜੇ ਗੁਰੂ ਸਾਹਿਬਾਨ ਨੇ ਕਰਵਾਈ? ਹਾਂਜੀ, ਪੰਗਤ ਅਤੇ ਸੰਗਤ ਪ੍ਰਥਾ ਦੀ ਸ਼ੁਰੂਆਤ ਕਰਵਾਈ ਸੀ ਗੁਰੂ ਅਮਰਦਾਸ ਜੀ ਨੇ। ਠੀਕ ਹੈ, ਆਪਸ਼ਨ ਊੜਾ ਇਜ਼ ਦਾ ਰਾਈਟ ਆਂਸਰ। ਗੁਰੂ ਨਾਨਕ ਦੇਵ ਜੀ ਨੇ ਸੰਗਤ ਅਤੇ ਪੰਗਤ ਦੀ ਪ੍ਰਥਾ ਸ਼ੁਰੂ ਕੀਤੀ ਸੀ। ਠੀਕ ਹੈ, ਪਰ ਗੁਰੂ ਅਮਰਦਾਸ ਜੀ ਨੇ ਪੰਗਤ ਅਤੇ ਸੰਗਤ ਕਿ ਸੰਗਤ ਤੋਂ ਪਹਿਲਾਂ ਪੰਗਤ ਸ਼ੁਰੂ ਕਰ ਦਿੱਤੀ ਸੀ। ਠੀਕ ਹੈ, ਆਪਸ਼ਨ ਊੜਾ ਇਸ ਦਾ ਰਾਈਟ ਆਂਸਰ ਹੈ। ਗੁਰੂ ਅਮਰਦਾਸ ਜੀ ਬੋਲਣਾ ਸੀ, ਮੈਨੂੰ ਲੱਗਦਾ ਮੈਂ ਗਲਤੀ ਨਾਲ ਨਾਮ ਗਲਤ ਬੋਲਤਾ। ਨੈਕਸਟ ਹੈ ਮਸੰਦ ਪ੍ਰਥਾ ਦੀ ਸ਼ੁਰੂਆਤ ਕਿਸ ਨੇ ਕਰਵਾਈ? ਹਾਂਜੀ, ਮਸੰਦ ਪ੍ਰਥਾ ਜਿਹੜੀ ਕਿ ਬਹੁਤ ਇੰਪੋਰਟੈਂਟ ਤੇ ਫੇਮਸ ਵੀ ਆਪਣੇ ਸਿੱਖ ਧਰਮ ਦੇ ਵਿੱਚ ਕੰਪੀਟੀਟਿਵ ਐਗਜ਼ਾਮਾਂ ਦੇ ਵਿੱਚ ਫੇਮਸ ਮੰਨੀ ਜਾਂਦੀ ਹੈ। ਮਸੰਦ ਪ੍ਰਥਾ ਦੇਖੋ ਇਸ ਦੀ ਸ਼ੁਰੂਆਤ ਕੀਤੀ ਸੀ ਸ਼੍ਰੀ ਗੁਰੂ ਰਾਮਦਾਸ ਜੀ ਨੇ ਤੇ ਇਸ ਨੂੰ ਅੱਗੇ ਜਾ ਕੇ ਖਤਮ ਕਰ ਦਿੱਤਾ ਸੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ। ਆਪਸ਼ਨ ਨੰਬਰ ਸੱਸਾ ਇਜ਼ ਦਾ ਰਾਈਟ ਆਂਸਰ, ਕਿਉਂਕਿ ਇਸ ਦੇ ਵਿੱਚ ਨਾ ਥੋੜੇ ਬਹੁਤੇ ਸਮਾਜਿਕ ਕੁਰੀਤੀਆਂ ਆ ਗਈਆਂ ਸੀਗੀਆਂ, ਜਾਣੀ ਕਿ ਇਹਦਾ ਗਲਤ ਫਾਇਦਾ ਉਠਾਉਣ ਲੱਗ ਗਏ ਸੀ ਕੁਝ ਲੋਕ। ਤਾਂ ਮਸੰਦ ਪ੍ਰਥਾ ਦੀ ਸ਼ੁਰੂਆਤ ਖਤਮ ਕਰਤੀ ਸੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਤੇ ਮਸੰਦ ਪ੍ਰਥਾ ਦੀ ਸ਼ੁਰੂਆਤ ਕੀਤੀ ਕਿਹਨਾਂ ਨੇ ਸੀ? ਸ਼੍ਰੀ ਗੁਰੂ ਰਾਮਦਾਸ ਜੀ ਨੇ। ਆਪਸ਼ਨ ਇੱਥੇ ਸੱਸਾ ਰਾਈਟ ਆਂਸਰ ਹੈ। ਸ਼੍ਰੀ ਗੁਰੂ ਰਾਮਦਾਸ ਜੀ ਸਿੱਖਾਂ ਦੇ ਚੌਥੇ ਗੁਰੂ ਸਨ ਤੇ ਇਹਨਾਂ ਨੇ ਹੀ ਅੰਮ੍ਰਿਤਸਰ ਦੇ ਆਪਾਂ ਕਹਿ ਸਕਦੇ ਹਾਂ ਅੰਮ੍ਰਿਤਸਰ ਸ਼ਹਿਰ ਦੀ ਸਥਾਪਨਾ ਕੀਤੀ ਸੀ। ਠੀਕ ਹੈ, ਕਦੋਂ ਕੀਤੀ ਸੀ? 1577 ਈਸਵੀ ਦੇ ਵਿੱਚ। ਇਹ ਵੀ ਨਾ ਭੁੱਲਿਓ ਕਿਉਂਕਿ ਬਹੁਤ ਇੰਪੋਰਟੈਂਟ ਹੈ ਸਨ ਤੁਹਾਡੇ ਲਈ। 1577 ਦੇ ਵਿੱਚ ਇਹਨਾਂ ਨੇ ਸ਼ੁਰੂਆਤ ਅੰਮ੍ਰਿਤਸਰ ਦੀ ਸਥਾਪਨਾ ਕੀਤੀ ਸੀ। ਅੰਮ੍ਰਿਤਸਰ ਦਾ ਪੁਰਾਣਾ ਨਾਮ ਆ ਰਾਮਦਾਸਪੁਰਾ ਜਾਂ ਚੱਕ ਗੁਰੂ ਕਾ ਬੋਲ ਦਿੱਤਾ ਜਾਂਦਾ, ਚੱਕ ਗੁਰੂ ਕਾ। ਨੈਕਸਟ ਹੈ ਜੀ ਗੁਰੂ ਰਾਮਦਾਸ ਜੀ ਦੀ ਪਤਨੀ ਦਾ ਨਾਮ ਦੱਸੋ। ਹਾਂਜੀ, ਇਹ ਬਹੁਤ ਇੰਪੋਰਟੈਂਟ MCQ ਆ। ਗੁਰੂ ਰਾਮਦਾਸ ਜੀ ਦੀ ਪਤਨੀ ਦਾ ਨਾਮ ਦੱਸਣਾ ਵਾ ਤਾਂ ਗੁਰੂ ਰਾਮਦਾਸ ਜੀ ਦੀ ਪਤਨੀ ਦਾ ਨਾਮ ਸੀ ਜੀ ਬੀਬੀ ਭਾਨੀ ਜੀ। ਬੀਬੀ ਭਾਨੀ ਜੀ ਸ਼੍ਰੀ ਗੁਰੂ ਰਾਮਦਾਸ ਜੀ ਦੀ ਪਤਨੀ ਦਾ ਨਾਮ ਸੀ, ਇੱਥੇ ਬੇਬੇ ਭਾਨੀ ਲਿਖਿਆ। ਠੀਕ ਹੈ, ਬੀਬੀ ਭਾਨੀ ਜੀ। ਆਪਸ਼ਨ ਊੜਾ ਇਜ਼ ਦਾ ਰਾਈਟ ਆਂਸਰ। ਤੇ ਬੀਬੀ ਭਾਨੀ ਜੀ ਸ਼੍ਰੀ ਗੁਰੂ ਅਮਰਦਾਸ ਜੀ ਦੀ ਪੁੱਤਰੀ ਸੀ, ਇਹ ਵੀ ਤੁਸੀਂ ਧਿਆਨ 'ਚ ਰੱਖਣਾ। ਹਾਂਜੀ, ਨੈਕਸਟ ਆਪਾਂ ਗੱਲ ਕਰਦੇ ਹਾਂ ਗੁਰੂ ਅਮਰਦਾਸ ਜੀ ਨੇ ਅੰਮ੍ਰਿਤਸਰ ਦੀ ਜ਼ਮੀਨ ਕਿਹੜੇ ਬਾਦਸ਼ਾਹ ਤੋਂ ਖਰੀਦੀ ਸੀ? ਹਾਂਜੀ, ਗੁਰੂ ਅਮਰਦਾਸ ਜੀ ਨੇ ਅੰਮ੍ਰਿਤਸਰ ਦੀ ਜ਼ਮੀਨ ਕਿਹੜੇ ਬਾਦਸ਼ਾਹ ਤੋਂ ਖਰੀਦੀ ਸੀ? ਤਾਂ ਗੁਰੂ ਅਮਰਦਾਸ ਜੀ ਨੇ ਅੰਮ੍ਰਿਤਸਰ ਦੀ ਜ਼ਮੀਨ ਖਰੀਦੀ ਸੀ ਜੀ ਅਕਬਰ ਤੋਂ। ਆਪਸ਼ਨ ਊੜਾ ਇਜ਼ ਦਾ ਰਾਈਟ ਆਂਸਰ। ਨੈਕਸਟ ਹੈ ਜੀ ਸੁਖਮਨੀ ਸਾਹਿਬ ਬਾਣੀ ਦਾ ਰਾਗ ਕਿਹੜਾ ਹੈ? ਹਾਂਜੀ, ਸੁਖਮਨੀ ਸਾਹਿਬ ਬਾਣੀ ਦਾ ਰਾਗ ਕਿਹੜਾ ਹੈ? ਸੁਖਮਨੀ ਸਾਹਿਬ ਸਿੱਖਾਂ ਦੇ ਪੰਜਵੇਂ ਗੁਰੂ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਰਚਨਾ ਵਾ, ਜਿਹੜੀ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਭ ਤੋਂ ਲੰਬੀ ਰਚਨਾ ਵਾ। ਠੀਕ ਹੈ, ਲੰਬੀ ਬਾਣੀ ਆ। ਤਾਂ ਸੁਖਮਨੀ ਸਾਹਿਬ ਬਾਣੀ ਦਾ ਜਿਹੜਾ ਰਾਗ ਆ ਉਹ ਕਿਹੜਾ ਹੈ? ਤਾਂ ਇਹ ਤੁਹਾਨੂੰ ਪੁੱਛਿਆ ਜਾ ਰਿਹਾ ਹੈ। ਸੁਖਮਨੀ ਸਾਹਿਬ ਬਾਣੀ ਦਾ ਰਾਗ ਆ ਜੀ ਗੌੜੀ ਰਾਗ। ਆਪਸ਼ਨ ਸੱਸਾ ਇਜ਼ ਦਾ ਰਾਈਟ ਆਂਸਰ। ਨੈਕਸਟ ਹੈ ਹਰਮੰਦਰ ਸਾਹਿਬ ਦੀ ਸਥਾਪਨਾ ਕਿਹੜੇ ਗੁਰੂ ਨੇ ਕਰਵਾਈ? ਹਾਂਜੀ, ਹਰਮੰਦਰ ਸਾਹਿਬ ਦੀ ਸਥਾਪਨਾ ਕਿਹੜੇ ਗੁਰੂ ਨੇ ਕਰਵਾਈ? ਸ਼੍ਰੀ ਗੁਰੂ ਅਰਜਨ ਦੇਵ ਜੀ ਨੇ। ਆਪਸ਼ਨ ਊੜਾ ਇਜ਼ ਦਾ ਰਾਈਟ ਆਂਸਰ। ਤੇ ਹਰਮੰਦਰ ਸਾਹਿਬ ਦਾ ਨੀਂਹ ਪੱਥਰ ਕਿਸ ਨੇ ਰੱਖਿਆ? ਸੂਫੀ ਸੰਤ ਮੀਆਂ ਮੀਰ ਜੀ ਨੇ। ਠੀਕ ਹੈ, ਤੇ ਇਸ ਤੋਂ ਇਲਾਵਾ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਜੇ ਗੱਲ ਕਰੀਏ, ਇਹਨਾਂ ਨੇ ਆਦਿ ਗ੍ਰੰਥ ਦਾ ਸੰਕਲਨ ਕਰਵਾਇਆ। ਠੀਕ ਹੈ, ਆਦਿ ਗ੍ਰੰਥ ਦਾ ਸੰਕਲਨ ਕਰਵਾਇਆ। ਨੈਕਸਟ ਹੈ ਆਦਿ ਗ੍ਰੰਥ ਵਿੱਚ ਕਿਹੜੇ ਗੁਰੂ ਦੀ ਬਾਣੀ ਸਭ ਤੋਂ ਜ਼ਿਆਦਾ ਹੈ? ਹਾਂਜੀ, ਸਭ ਤੋਂ ਜ਼ਿਆਦਾ ਬਾਣੀ ਪਹਿਲਾਂ ਮੈਂ ਤੁਹਾਨੂੰ ਦੱਸਦੀ ਹਾਂ ਸਭ ਤੋਂ ਘੱਟ ਬਾਣੀ। ਠੀਕ ਹੈ, ਕਿਉਂਕਿ ਘੱਟ ਬਾਣੀ ਨਾਲ ਵੀ ਰਿਲੇਟਡ ਆ ਸਕਦਾ ਨਾ। ਆਦਿ ਗ੍ਰੰਥ ਵਿੱਚ ਸਭ ਤੋਂ ਘੱਟ ਬਾਣੀ ਆ ਸ਼੍ਰੀ ਗੁਰੂ ਅੰਗਦ ਦੇਵ ਜੀ ਦੀ, ਸਭ ਤੋਂ ਜ਼ਿਆਦਾ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ। ਆਪਸ਼ਨ ਸੱਸਾ ਇਜ਼ ਦਾ ਰਾਈਟ ਆਂਸਰ। ਠੀਕ ਹੈ, ਇੱਥੇ ਜੇ ਹੁਣ ਆਪਾਂ ਆਦਿ ਗ੍ਰੰਥ ਦੀ ਗੱਲ ਕਰੀਏ ਤਾਂ ਆਦਿ ਗ੍ਰੰਥ ਦੇ ਵਿੱਚ ਆਦਿ ਗ੍ਰੰਥ ਦੇ ਅੰਗ ਕਿੰਨੇ ਆ? ਅੰਗ ਦਾ ਮਤਲਬ ਹੁੰਦਾ ਪੰਨੇ। ਠੀਕ ਹੈ, ਆਦਿ ਗ੍ਰੰਥ ਦੇ ਅੰਗ ਕਿੰਨੇ ਆ? 1430। ਤੇ ਆਦਿ ਗ੍ਰੰਥ ਦਾ ਪਹਿਲਾ ਪ੍ਰਕਾਸ਼ ਹਰਮੰਦਰ ਸਾਹਿਬ ਵਿੱਚ ਕਦੋਂ ਰੱਖਿਆ ਗਿਆ ਸੀਗਾ? ਤਾਂ ਇਹ 1604 ਈਸਵੀ ਦੇ ਵਿੱਚ। ਹਰਮੰਦਰ ਸਾਹਿਬ ਦੇ ਪਹਿਲੇ ਆਪਾਂ ਕਹਿ ਸਕਦੇ ਆਦਿ ਗ੍ਰੰਥ ਦੇ ਪਹਿਲੇ ਗ੍ਰੰਥੀ ਕੌਣ ਬਣੇ ਸੀ? ਬਾਬਾ ਬੁੱਢਾ ਜੀ। ਠੀਕ ਹੈ, ਇਸ ਗੱਲ ਦਾ ਵੀ ਤੁਸੀਂ ਧਿਆਨ ਰੱਖਣਾ ਤੇ ਇਹ ਤੁਹਾਨੂੰ ਪਤਾ ਹੋਣਾ ਚਾਹੀਦਾ। ਆਦਿ ਗ੍ਰੰਥ ਦੇ ਵਿੱਚ ਕਿੰਨੇ ਭਗਤਾਂ ਦੀ ਬਾਣੀ ਆ? ਦੇਖੋ 6 ਗੁਰੂ ਸਾਹਿਬਾਨ ਦੀ ਬਾਣੀ ਆ। ਠੀਕ ਹੈ, 15 ਭਗਤਾਂ ਦੀ ਬਾਣੀ ਆ, 11 ਭੱਟਾਂ ਦੀ ਬਾਣੀ ਆ, ਇਹ ਵੀ ਤੁਸੀਂ ਯਾਦ ਰੱਖਣਾ। ਠੀਕ ਹੈ, ਕਿਸੇ ਦਿਨ ਆਪਾਂ ਅਲੱਗ ਤੋਂ ਟੌਪਿਕ ਬਣਾਵਾਂਗੇ ਆਦਿ ਗ੍ਰੰਥ ਦੇ ਨਾਲ ਰਿਲੇਟਡ। ਠੀਕ ਹੈ, ਤੇ ਮੈਂ ਇੱਕ ਰੀਲ ਵੀ ਪਾਈ ਸੀ, ਤੁਸੀਂ ਉਹ ਵੀ ਦੇਖ ਸਕਦੇ ਹੋ।
ਸ਼ਾਰਟ ਦੇ ਵਿੱਚ ਹੀ ਆ ਤੇ ਉਸ ਦੇ ਵਿੱਚ ਸਾਰੀ ਡਿਟੇਲ ਤੁਹਾਨੂੰ ਮਿਲ ਜਾਵੇਗੀ। ਹਾਂਜੀ, ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਕਿੱਥੇ ਹੋਈ? ਸ਼੍ਰੀ ਗੁਰੂ ਤੇਗ ਬਹਾਦਰ ਜੀ ਨੂੰ ਸ਼ਹੀਦ ਕੀਤਾ ਗਿਆ ਸੀਗਾ ਤੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਜਿਹੜੀ ਸ਼ਹੀਦੀ ਆ ਉਹ ਕਿੱਥੇ ਹੋਈ, ਤੁਹਾਨੂੰ ਇਹ ਪੁੱਛਿਆ ਜਾ ਰਿਹਾ। ਸਭ ਤੋਂ ਪਹਿਲਾਂ ਤਾਂ ਦੇਖੋ, ਕਸ਼ਮੀਰੀ ਪੰਡਤਾਂ ਦੀ ਰੱਖਿਆ ਲਈ ਗੁਰੂ ਜੀ ਆਪਣੀ ਕੁਰਬਾਨੀ ਦੇਣ ਦੇ ਲਈ ਦਿੱਲੀ ਗਏ ਸੀਗੇ ਔਰੰਗਜ਼ੇਬ ਦੇ ਕੋਲ, ਠੀਕ ਹੈ। ਤਾਂ ਔਰੰਗਜ਼ੇਬ ਨੇ ਕਿਹਾ ਕਿ ਤੇਰੇ 'ਚ ਇਸ ਤਰ੍ਹਾਂ ਦਾ ਕੀ ਜਾਦੂ ਆ ਜੋ ਤੂੰ ਇਹਨਾਂ ਦੀ ਰੱਖਿਆ ਕਰਨ ਲਈ ਆਇਆ। ਗੁਰੂ ਜੀ ਨੂੰ ਇਸ ਤਰ੍ਹਾਂ ਬੋਲਿਆ ਸੀ ਉਹ। ਤਾਂ ਗੁਰੂ ਜੀ ਨੇ ਬੋਲਿਆ ਕਿ ਤੁਸੀਂ ਮੈਨੂੰ ਇੱਕ ਕਾਪੀ ਪੈਨ ਦਿਓ। ਤਾਂ ਜਦੋਂ ਗੁਰੂ ਜੀ ਨੇ ਲਿਖ ਕੇ ਕੁਛ ਆਪਣੇ ਗਲ ਦੇ ਵਿੱਚ ਪਾ ਲਿਆ ਤੇ ਫਿਰ ਗੁਰੂ ਜੀ ਨੇ ਬੋਲਿਆ ਕਿ ਹੁਣ ਤੁਸੀਂ ਮੇਰਾ ਸਿਰ ਕੱਟੋਗੇ, ਮੇਰਾ ਸੀਸ ਆ ਜਿਹੜਾ ਉਹ ਮੇਰੀ ਧੜ ਨਾਲੋਂ ਅਲੱਗ ਨਹੀਂ ਹੋਊਗਾ। ਤਾਂ ਉਸ ਸਮੇਂ ਔਰੰਗਜ਼ੇਬ ਦੇ ਹੁਕਮਾਂ ਤੇ ਜਲਾਲੂਦੀਨ ਜਲਾਦ ਸੀਗਾ ਜਿਹੜਾ, ਉਹ ਕੁਹਾੜਾ ਲੈ ਕੇ ਆਇਆ ਤੇ ਉਹਨੇ ਗੁਰੂ ਜੀ ਦਾ ਸਿਰ ਕੱਟਣ ਦੀ ਜਦੋਂ ਕੋਸ਼ਿਸ਼ ਕੀਤੀ ਤਾਂ ਸਿਰ ਧੜ ਨਾਲੋਂ ਅਲੱਗ ਹੋ ਗਿਆ। ਤੇ ਜੋ ਉਹਨਾਂ ਨੇ ਬਾਅਦ ਚ ਪਰਚੀ ਖੋਲ ਕੇ ਪੜ੍ਹਿਆ ਤਾਂ ਉਹਦੇ ਉੱਤੇ ਲਿਖਿਆ ਸੀ ਕਿ ਮੈਂ ਆਪਦਾ ਸੀਸ ਦੇ ਦਿੱਤਾ, ਆਪਦਾ ਸਿਰ ਦੇ ਦਿੱਤਾ, ਪਰ ਆਪਣਾ ਸਿੱਖੀ ਸਿਦਕ ਨਹੀਂ ਜਾਣ ਦਿੱਤਾ, ਮਤਲਬ ਆਪਦਾ ਧਰਮ ਨਹੀਂ ਗਵਾਇਆ, ਠੀਕ ਹੈ। ਤਾਂ ਜਿਹੜਾ ਜਲਾਲੂਦੀਨ ਸੀਗਾ ਉਹ ਸਮਾਣਾ ਦਾ ਸੀਗਾ ਰਹਿਣ ਵਾਲਾ, ਇਹ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ। ਤੇ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਕਿੱਥੇ ਹੋਈ? ਦਿੱਲੀ ਦੇ ਚਾਂਦਨੀ ਚੌਕ ਦੇ ਵਿੱਚ। ਆਪਸ਼ਨ ਊ ਇਜ਼ ਦਾ ਰਾਈਟ ਆਨਸਰ, ਠੀਕ ਹੈ, ਇਹ ਤੁਸੀਂ ਯਾਦ ਰੱਖਣਾ। ਨੈਕਸਟ ਆਪਾਂ ਕਰਦੇ ਹਾਂ ਇਹਨਾਂ ਦੇ ਨਾਲ ਹੀ ਰਿਲੇਟਡ ਇੱਕ MCQ ਆ ਕਿ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਤੋਂ ਬਾਅਦ ਉਹਨਾਂ ਦਾ ਸੀਸ ਚੁੱਕ ਕੇ ਕੌਣ ਲੈ ਕੇ ਆਇਆ ਸੀ ਦਿੱਲੀ ਤੋਂ ਅਨੰਦਪੁਰ ਸਾਹਿਬ? ਤਾਂ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਤੋਂ ਬਾਅਦ ਉਹਨਾਂ ਦਾ ਪਵਿੱਤਰ ਸੀਸ ਚੁੱਕ ਕੇ ਲੈ ਕੇ ਆਏ ਸੀਗੇ ਅਨੰਦਪੁਰ ਸਾਹਿਬ ਦਿੱਲੀ ਤੋਂ ਭਾਈ ਜੇਤਾ ਜੀ। ਆਪਸ਼ਨ ਨੰਬਰ ਆੜਾ ਇਜ਼ ਦਾ ਰਾਈਟ ਆਨਸਰ। ਭਾਈ ਜੇਤਾ ਜੀ ਉਹਨਾਂ ਦਾ ਸੀਸ ਚੁੱਕ ਕੇ ਲੈ ਕੇ ਆਏ ਸੀ ਤੇ ਭਾਈ ਜੇਤਾ ਜੀ ਨੂੰ ਫਿਰ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਸੀ ਰੰਗਰੇਟਾ ਗੁਰੂ ਕਾ ਬੇਟਾ। ਰੰਗਰੇਟਾ ਭਾਈ ਜੇਤਾ ਜੀ ਦੀ ਜਾਤ ਸੀ ਤੇ ਗੁਰੂ ਕਾ ਬੇਟਾ ਕਹਿਣ ਦਾ ਮਤਲਬ ਸੀ ਕਿ ਤੂੰ ਹੀ ਗੁਰੂ ਦਾ ਅਸਲੀ ਬੇਟਾ ਵਾ ਜਿਹੜਾ ਇੰਨੀ ਹਿੰਮਤ ਕਰਕੇ ਉਹਨਾਂ ਦਾ ਪਵਿੱਤਰ ਸੀਸ ਅਨੰਦਪੁਰ ਸਾਹਿਬ ਲੈ ਕੇ ਆਇਆ। ਤੇ ਜਿੱਥੇ ਅਨੰਦਪੁਰ ਸਾਹਿਬ ਦੇ ਵਿੱਚ ਗੁਰੂ ਜੀ ਦੇ ਪਵਿੱਤਰ ਸੀਸ ਦਾ ਸੰਸਕਾਰ ਹੋਇਆ ਉੱਥੇ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਅਨੰਦਪੁਰ ਸਾਹਿਬ ਬਣਿਆ ਹੋਇਆ ਤੇ ਜਿੱਥੇ ਗੁਰੂ ਜੀ ਨੂੰ ਦਿੱਲੀ ਦੇ ਵਿੱਚ ਸ਼ਹੀਦ ਕੀਤਾ ਗਿਆ ਉੱਥੇ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਦਿੱਲੀ ਬਣਿਆ ਹੋਇਆ, ਠੀਕ ਹੈ। ਤੇ ਫਿਰ ਉਸ ਤੋਂ ਬਾਅਦ ਜੋ ਗੁਰੂ ਜੀ ਦੀ ਧੜ ਰਹਿ ਗਈ ਸੀ ਤਾਂ ਗੁਰੂ ਜੀ ਦੀ ਧੜ ਨੂੰ ਲੱਖੀ ਸ਼ਾਹ ਨੇ ਆਪਣੀ ਝੋਪੜੀ ਦੇ ਵਿੱਚ ਲੈ ਗਿਆ ਸੀ ਤੇ ਡਰ ਦੇ ਕਾਰਨ ਉਹਨੇ ਆਪਣੀ ਝੋਪੜੀ ਨੂੰ ਹੀ ਅੱਗ ਲਗਾ ਦਿੱਤੀ ਸੀ। ਉਹਨਾਂ ਨੇ ਪਵਿੱਤਰ ਧੜ ਦਾ ਸੰਸਕਾਰ ਆ ਜਿਹੜਾ ਉੱਥੇ ਕੀਤਾ ਸੀ। ਉੱਥੇ ਬਣਿਆ ਹੋਇਆ ਜੀ ਗੁਰਦੁਆਰਾ ਰਕਾਬਗੰਜ ਸਾਹਿਬ ਜਿਹੜੇ ਕਿ ਸਰਦਾਰ ਬੰਗੇਲ ਸਿੰਘ ਨੇ ਬਣਵਾਈ ਸੀ, ਇਹ ਵੀ ਤੁਹਾਨੂੰ ਪੁੱਛਿਆ ਜਾ ਸਕਦਾ। ਨੈਕਸਟ ਹੈ ਜਫਰਨਾਮਾ ਕਿੱਥੇ ਲਿਖਿਆ ਗਿਆ ਸੀ? ਹਾਂਜੀ, ਫਿਰ ਔਰੰਗਜ਼ੇਬ ਦੇ ਇੰਨੇ ਜ਼ੁਲਮਾਂ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਨੇ ਜਫਰਨਾਮਾ ਲਿਖਿਆ ਸੀ ਜਿਸ ਦੇ ਵਿੱਚ ਔਰੰਗਜ਼ੇਬ ਵੱਲੋਂ ਕੀਤੇ ਗਏ ਦੁਸ਼ਟ ਕਰਮ ਉਹਨਾਂ ਨੂੰ ਲਿਖਿਆ ਗਿਆ ਸੀਗਾ, ਠੀਕ ਹੈ। ਜਫਰਨਾਮਾ ਕਿੱਥੇ ਲਿਖਿਆ ਗਿਆ ਸੀਗਾ? ਗੁਰੂ ਗੋਬਿੰਦ ਸਿੰਘ ਜੀ ਨੇ ਫਾਰਸੀ ਭਾਸ਼ਾ ਦੇ ਵਿੱਚ ਲਿਖਿਆ ਸੀ ਜਫਰਨਾਮਾ ਤੇ ਲਿਖਿਆ ਗਿਆ ਸੀ ਜੀ ਦੀਨਾ ਕਾਂਗੜ ਦੇ ਵਿੱਚ, ਠੀਕ ਹੈ, ਜਾਂ ਦੀਨੇ ਕਾਂਗੜ ਚ। ਆਪਸ਼ਨ ਸੱਸਾ ਇਜ਼ ਦਾ ਰਾਈਟ ਆਨਸਰ। ਨੈਕਸਟ ਹੈ ਜੀ, ਹਾਂਜੀ, ਤੁਹਾਨੂੰ ਇਹ ਪੁੱਛਿਆ ਜਾ ਸਕਦਾ ਕਿ ਜਫਰਨਾਮਾ ਜਾਂ ਜਫਰਨਾਮਾ ਦੀ ਬਾਣੀ ਦੀ ਭਾਸ਼ਾ ਕਿਹੜੀ ਸੀ? ਤਾਂ ਉਹ ਸੀ ਫਾਰਸੀ। ਮੈਂ ਤੁਹਾਨੂੰ ਆਲਰੇਡੀ ਦੱਸ ਚੁੱਕੀ ਹਾਂ ਪਰ ਇੱਕ ਵਾਰ ਤੁਸੀਂ ਧਿਆਨ 'ਚ ਰੱਖਣਾ। ਗੁਰੂ ਗੋਬਿੰਦ ਸਿੰਘ ਜੀ ਦੀ ਸਵੈ ਜੀਵਨੀ ਦਾ ਨਾਮ ਦੱਸੋ? ਹਾਂਜੀ, ਗੁਰੂ ਗੋਬਿੰਦ ਸਿੰਘ ਜੀ ਦੀ ਸਵੈ ਜੀਵਨੀ ਦਾ ਨਾਮ ਆ ਬਚਿੱਤਰ ਨਾਟਕ। ਆਪਸ਼ਨ ਆੜਾ ਇਜ਼ ਦਾ ਰਾਈਟ ਆਨਸਰ। ਨੈਕਸਟ ਹੈ ਗੁਰੂ ਗੋਬਿੰਦ ਸਿੰਘ ਜੀ ਦੇ ਗ੍ਰੰਥ ਦਾ ਨਾਮ ਦੱਸੋ? ਹਾਂਜੀ, ਗੁਰੂ ਗੋਬਿੰਦ ਸਿੰਘ ਜੀ ਦੇ ਗ੍ਰੰਥ ਦਾ ਨਾਮ ਦੱਸਣਾ ਤੁਸੀਂ। ਤਾਂ ਗੁਰੂ ਗੋਬਿੰਦ ਸਿੰਘ ਜੀ ਦੇ ਗ੍ਰੰਥ ਦਾ ਨਾਮ ਆ ਜੀ ਦਸਮ ਗ੍ਰੰਥ। ਆਪਸ਼ਨ ਈ ਇਜ਼ ਦਾ ਰਾਈਟ ਆਨਸਰ। ਹਾਂਜੀ, ਨੈਕਸਟ ਆਪਾਂ ਕਰਦੇ ਹਾਂ ਗੁਰਮੁਖੀ। ਹਾਂਜੀ, ਹੁਣ ਪੰਜਾਬੀ ਭਾਸ਼ਾ ਦੇ ਨਾਲ ਸੰਬੰਧਿਤ ਪ੍ਰਸ਼ਨ ਅਸੀਂ ਕਰਨ ਜਾ ਰਹੇ ਹਾਂ ਤੁਹਾਡੇ ਸਿਲੇਬਸ ਦੇ ਅਕੋਰਡਿੰਗ। ਗੁਰਮੁਖੀ ਵਿੱਚ ਜਿਨ੍ਹਾਂ ਅੱਖਰਾਂ ਦੀ ਵਰਤੋਂ ਪੈਰ ਵਿੱਚ ਕੀਤੀ ਜਾਂਦੀ ਹੈ ਉਹ ਕਿਹੜੇ ਹਨ ਇਹਨਾਂ ਦੇ ਵਿੱਚੋਂ? ਹਾਂਜੀ, ਉਹ ਅੱਖਰ ਦੱਸਣੇ ਆ ਤੁਸੀਂ ਜਿਨ੍ਹਾਂ ਅੱਖਰਾਂ ਦੀ ਵਰਤੋਂ ਪੈਰ ਵਿੱਚ ਕੀਤੀ ਜਾਂਦੀ ਆ। ਪੈਰ ਵਿੱਚ ਅਸੀਂ ਦੇਖੋ ਕਿਹੜੇ ਅੱਖਰ ਵਰਤਦੇ ਹਾਂ, ਜਿਹੜੇ ਅੱਖਰਾਂ ਨੂੰ ਅਸੀਂ ਪੈਰ 'ਚ ਪਾਉਂਦੇ ਹਾਂ ਨਾ, ਕਿਸੇ ਵੀ ਅੱਖਰ ਦੇ ਪੈਰ 'ਚ ਪਾਉਂਦੇ ਹਾਂ ਤਾਂ ਉਹਨਾਂ ਨੂੰ ਅਸੀਂ ਦੁੱਤ ਅੱਖਰ ਬੋਲਦੇ ਹਾਂ। ਤੁਹਾਨੂੰ ਇਹ ਵੀ ਆ ਸਕਦਾ ਸੀ ਕਿ ਉਹਨਾਂ ਨੂੰ ਕੀ ਬੋਲਦੇ ਆ? ਦੁੱਤ ਅੱਖਰ। ਦੁੱਤ ਅੱਖਰ ਉਹ ਹੁੰਦੇ ਆ ਜਿਹੜੇ ਪੈਰਾਂ 'ਚ ਪਾਏ ਜਾਂਦੇ ਆ। ਪੈਰਾਂ 'ਚ ਅਸੀਂ ਕੀ ਪਾਉਂਦੇ ਆ? ਤੁਸੀਂ ਆਪਣੇ ਆਨਸਰ ਸੋਚੋ, ਉਨੀ ਦੇਰ ਮੈਂ ਤੁਹਾਨੂੰ ਲਿਖ ਕੇ ਦੱਸਦੀ ਹਾਂ, ਠੀਕ ਹੈ। ਪੈਰ ਦੇ ਵਿੱਚ ਜਿਹੜੇ ਆਪਾਂ ਅੱਖਰ ਪਾਉਂਦੇ ਆ ਤਾਂ ਇਹ ਦੇਖੋ ਪੈਰ ਦੇ ਵਿੱਚ ਕਿਹੜੇ ਅੱਖਰ ਪਾਏ ਆ ਮੈਂ? ਇੱਕ ਰਾਰਾ, ਇੱਕ ਵਾਵਾ ਤੇ ਇੱਕ ਹਾਹਾ। ਰਾਰਾ, ਵਾਵਾ ਤੇ ਹਾਹਾ ਕਿਹੜੀਆਂ ਕਿਹੜੀਆਂ ਆਪਸ਼ਨਸ ਨੇ?
ਇੱਥੇ ਆਪਸ਼ਨ ਆਪਾਂ ਤੁਸੀਂ ਇੱਕ ਟਿਕ ਕਰਨੀ ਆ ਤੇ ਇੱਥੇ ਮੈਂ ਫੁੱਫਾ ਬਣਾ ਦਿੰਨੀ ਆ, ਠੀਕ ਹੈ, ਕਿਉਂਕਿ ਦੋ ਆਪਸ਼ਨ ਇੱਕੋ ਜਿਹੀਆਂ ਟਿਕ ਟਾਈਪ ਹੋਈਆਂ ਤਾਂ ਹਾਂਜੀ ਆਪਸ਼ਨ ਇੱਥੇ A ਰਾਈਟ ਆ। ਨੈਕਸਟ ਆਪਾਂ ਗੱਲ ਕਰਦੇ ਹਾਂ ਹੇਠ ਲਿਖਿਆਂ ਵਿੱਚੋਂ ਠੀਕ ਸਮਾਸੀ ਸ਼ਬਦ ਚੁਣੋ। ਹਾਂਜੀ ਸਮਾਸੀ ਸ਼ਬਦ ਕਿਹੜੇ ਹੁੰਦੇ ਆ? ਸਮਾਸੀ ਸ਼ਬਦ ਉਹ ਹੁੰਦੇ ਆ ਜਿਨ੍ਹਾਂ ਦੇ ਆਪਾਂ ਜਦੋਂ ਅੱਗੇ ਕੋਈ ਸ਼ਬਦ ਹੋਰ ਲਗਾ ਦਿੰਨੇ ਆ ਜੋੜ ਨਹੀਂ ਪਾ ਕੇ ਤਾਂ ਉਹ ਸ਼ਬਦ ਦਾ ਜਿਹੜਾ ਮੀਨਿੰਗ ਆ ਚੇਂਜ ਹੋ ਜਾਂਦਾ, ਠੀਕ ਹੈ। ਇਹ ਵੈਸੇ ਤਾਂ ਇਹ ਕਈ ਵਾਰ ਇਦਾਂ ਹੁੰਦਾ ਕਿ ਵਿਰੋਧੀ ਸ਼ਬਦ ਹੁੰਦੇ ਆ ਜਿਹੜੇ ਉਹਨਾਂ ਨੂੰ ਵੀ ਅਸੀਂ ਸਮਾਸੀ ਬੋਲ ਦਿੰਨੇ ਆ, ਇੱਕ ਦੂਜੇ ਦੇ ਉਹ ਵਿਰੋਧ 'ਚ ਲਿਖੇ ਜਾਂਦੇ ਆ ਜਾਂ ਜਿਨ੍ਹਾਂ ਦੇ ਵਿੱਚ ਜੋੜ ਨਹੀਂ ਪਾ ਦਿੱਤੀ ਜਾਂਦੀ ਆ ਉਹਨਾਂ ਨੂੰ ਅਸੀਂ ਸਮਾਸੀ ਬੋਲ ਦਿੰਨੇ ਆ। ਪਰ ਐਕਚੁਅਲ ਮੀਨਿੰਗ ਜੋ ਐਕਚੁਅਲ ਡੈਫੀਨੇਸ਼ਨ ਆ ਇਹਨਾਂ ਆਪਸ਼ਨ ਨੂੰ ਦੇਖ ਕੇ ਤਾਂ ਫਿਰ ਅਸੀਂ ਐਕਚੁਅਲ ਡੈਫੀਨੇਸ਼ਨ ਤੇ ਹੀ ਜਾਵਾਂਗੇ ਕਿ ਸਮਾਸੀ ਸ਼ਬਦ ਉਹ ਹੁੰਦੇ ਆ ਜਿਨ੍ਹਾਂ ਦੇ ਮੂਹਰੇ ਅਸੀਂ ਜਦੋਂ ਕੋਈ ਹੋਰ ਅੱਖਰ ਲਗਾ ਦਈਏ ਜੋੜ ਨਹੀਂ ਪਾ ਕੇ ਤਾਂ ਉਹ ਸ਼ਬਦ ਦਾ ਮੀਨਿੰਗ ਹੀ ਚੇਂਜ ਹੋ ਜੇ। ਤਾਂ ਤੁਸੀਂ ਦੇਖੋ ਹੁਣ ਜਦੋਂ ਆਪਾਂ ਖਬਰੀ ਸ਼ਬਦ ਲਿਆ, ਇੱਕ ਖਬਰੀ ਦਾ ਜਿਹੜਾ ਅਲੱਗ ਮੀਨਿੰਗ ਆ, ਪਰ ਜਦੋਂ ਮੈਂ ਇਹਦੇ ਅੱਗੇ ਖੁਸ਼ ਲਗਾ ਦਿੱਤਾ ਜੋੜ ਨਹੀਂ ਪਾ ਕੇ ਤਾਂ ਇਹ ਬਣ ਗਿਆ ਇੱਕ ਸਮਾਸੀ ਸ਼ਬਦ, ਇੱਕ ਨਵਾਂ ਸ਼ਬਦ ਕ੍ਰੀਏਟ ਹੋ ਗਿਆ ਜਿਹਦਾ ਇੱਕ ਹੋਰ ਮੀਨਿੰਗ ਬਣ ਗਿਆ, ਯਾਨੀ ਕਿ ਖੁਸ਼ ਖਬਰੀ ਇੱਕ ਨਵੇਂ ਸ਼ਬਦ ਦੀ ਉਤਪਤੀ ਹੋਈ ਹੈ ਇਹਦੇ ਤੋਂ, ਠੀਕ ਹੈ। ਖੁਸ਼ ਖਬਰੀ ਤੇ ਖਬਰੀ ਦੋਨਾਂ 'ਚ ਕਿੰਨਾ ਮੀਨਿੰਗ ਆ? ਖੁਸ਼ ਖਬਰੀ ਦਾ ਮਤਲਬ ਕੀ ਹੋ ਗਿਆ ਕਿ ਕੋਈ ਖੁਸ਼ੀ ਵਾਲੀ ਗੱਲ ਆ, ਤਾਂ ਆਪਸ਼ਨ ਡੀ ਇਸ ਦਾ ਰਾਈਟ ਆ, ਠੀਕ ਹੈ। ਕਈ ਜਗ੍ਹਾ ਤੇ ਸਾਨੂੰ ਹੋ ਸਕਦਾ ਇਦਾਂ ਦੀਆਂ ਆਪਸ਼ਨਸ ਨਾ ਮਿਲਣ ਕਿ ਨਵਾਂ ਸ਼ਬਦ ਕ੍ਰੀਏਟ ਨਹੀਂ ਹੋਇਆ ਤਾਂ ਉਸ ਸਮੇਂ ਅਸੀਂ ਜੋ ਵਿਰੋਧੀ ਸ਼ਬਦ ਆ ਇਹ ਵੀ ਸਾਡੇ ਠੀਕ ਹੋਣਗੇ। ਰਾਈਟ ਆਨਸਰ ਵੈਰੀ, ਮਿੱਤਰ, ਵੈਰੀ, ਦੁਸ਼ਮਣ, ਠੀਕ ਹੈ, ਸੱਚ, ਝੂਠ, ਇਦਾਂ ਦੇ ਸ਼ਬਦ ਆ ਜਿਹੜੇ ਉਹਨੂੰ ਵੀ ਅਸੀਂ ਠੀਕ ਕਰ ਦਿੰਦੇ ਹਾਂ ਕਿਉਂਕਿ ਜਿਨ੍ਹਾਂ ਦੇ ਵਿੱਚ ਜੋੜ ਨਹੀਂ ਪਾਈ ਜਾਂਦੀ ਨਾ। ਸਮਾਸੀ ਸ਼ਬਦ ਦੀ ਡੈਫੀਨੇਸ਼ਨ ਦੇ ਵਿੱਚ ਜੋੜ ਨਹੀਂ ਮੇਨ ਸ਼ਬਦ ਆ, ਜੋੜ ਨਹੀਂ, ਇਹਨੂੰ ਜੋੜ ਨਹੀਂ ਬੋਲਦੇ ਆ ਅਸੀਂ ਜੋ ਘਟਾਓ ਪਾਈ ਆ। ਨੈਕਸਟ ਹੈ ਹੇਠ ਲਿਖਿਆਂ ਵਿੱਚੋਂ ਕਿਹੜੀ ਪੜਨਾਮ ਦੀ ਕਿਸਮ ਨਹੀਂ ਹੈ? ਹਾਂਜੀ ਪੜਨਾਮ 6 ਤਰ੍ਹਾਂ ਦੇ ਹੁੰਦੇ ਆ, ਠੀਕ ਹੈ। ਤਾਂ ਪੜਨਾਮ ਦੀ ਕਿਸਮ ਆ ਜਿਹੜੀ ਇਹਨਾਂ ਦੇ ਵਿੱਚੋਂ ਕਿਹੜੀ ਕਿਸਮ ਆ ਜਿਹੜੀ ਪੜਨਾਮ ਦੀ ਨਹੀਂ ਗੀ? ਦੇਖੋ ਪੜਨਾਮ ਹੁੰਦੇ ਆ ਪੁਰਖਵਾਚਕ ਪੜਨਾਮ, ਨਿਸ਼ਚੈਵਾਚਕ ਪੜਨਾਮ, ਪ੍ਰਸ਼ਨਵਾਚਕ ਪੜਨਾਮ, ਪਰ ਕਦੇ ਵੀ ਤੁਸੀਂ ਭਾਵਵਾਚਕ ਪੜਨਾਮ ਸੁਣਿਆ? ਭਾਵਵਾਚਕ ਨਾਮ ਹੁੰਦਾ ਨਾ ਕਿ ਪੜਨਾਮ, ਤਾਂ ਆਪਸ਼ਨ ਇੱਥੇ ਡੀ ਰਾਈਟ ਆਨਸਰ ਹੈ ਕਿ ਭਾਵਵਾਚਕ ਪੜਨਾਮ ਆ ਜਿਹੜਾ ਇਹ ਪੜਨਾਮ ਦੀ ਕਿਸਮ ਨਹੀਂ ਹੈ। ਨੈਕਸਟ ਹੈ ਜੀ ਹੇਠ ਲਿਖੇ ਸ਼ਬਦਾਂ ਵਿੱਚੋਂ ਕਿਹੜਾ ਠੀਕ ਹੈ? ਹਾਂਜੀ ਅਸੀਂ ਜਦੋਂ ਹੇਠਾਂ ਵਾਲੇ ਸ਼ਬਦਾਂ ਨੂੰ ਦੇਖਦੇ ਹਾਂ ਜੋ ਸਾਨੂੰ 4 ਆਪਸ਼ਨਾਂ ਦਿਖ ਰਹੀਆਂ ਤਾਂ ਸਾਨੂੰ ਪਤਾ ਲੱਗ ਰਿਹਾ ਕਿ ਉਹਨੇ ਝਾੜੂ ਪਾਉਣ ਦੀ ਕੋਸ਼ਿਸ਼ ਕੀਤੀ ਆ। ਇਹਨਾਂ ਆਪਸ਼ਨਾਂ ਨੂੰ ਨਾ ਦੇਖਦੇ ਹੋਏ ਤੁਸੀਂ ਆਪਣਾ ਝਾੜੂ ਆ ਜਿਹੜਾ ਅਲੱਗ ਪਾਉਣਾ ਵਾ, ਠੀਕ ਹੈ। ਜਦੋਂ ਅਸੀਂ ਝਾੜੂ ਨਾ ਅਲੱਗ ਪਾਵਾਂਗੇ ਤਾਂ ਕਦੇ ਵੀ ਗਲਤੀ ਨਹੀਂ ਹੁੰਦੀ। ਜਦੋਂ ਇਹਨਾਂ ਆਪਸ਼ਨਾਂ ਨੂੰ ਦੇਖ ਕੇ ਅਸੀਂ ਝਾੜੂ ਪਾਉਂਦੇ ਆ ਤਾਂ ਇਹਨਾਂ ਦੇ ਵਿੱਚ ਇਦਾਂ ਦੇ ਅੱਖਰ ਹੁੰਦੇ ਆ, ਜੋ ਵੀ ਅੱਖਰ ਲਿਖਿਆ ਵਾ ਇੱਥੇ ਤਾਂ ਚਲੋ ਮੈਂ ਝਾੜੂ ਲਿਖਤਾ ਉੱਥੇ ਉਹ ਕੁਛ ਵੀ ਲਿਖ ਸਕਦਾ, ਠੀਕ ਹੈ। ਤਾਂ ਇਹਨਾਂ ਦੇ ਵਿੱਚ ਇੱਕ ਮੀਨਿੰਗ ਹੁੰਦਾ ਕਿ ਜਦੋਂ ਅਸੀਂ ਆਪਸ਼ਨ ਨੂੰ ਦੇਖਦੇ ਆ ਅਸੀਂ ਪਜ਼ਲ ਹੁੰਨੇ ਆ। ਤੁਸੀਂ ਆਪਸ਼ਨ ਨੂੰ ਨਹੀਂ ਦੇਖਣਾ, ਬਸ ਇੰਨਾ ਦੇਖੋ ਕਿ ਝਾੜੂ ਪਾਉਣ ਦੀ ਕੋਸ਼ਿਸ਼ ਕੀਤੀ, ਉਹਨੂੰ ਆਪ ਪਾਓ ਤਾਂ ਇਹ ਬਣ ਗਿਆ ਜੀ ਝਾੜੂ, ਠੀਕ ਹੈ। ਤਾਂ ਇਹ ਝਾੜੂ ਜੋ ਆਪਸ਼ਨ ਏ ਦੇ ਵਿੱਚ ਪਿਆ ਵਾ ਸੇਮ ਉਹ ਤੁਸੀਂ ਆਪਸ਼ਨ ਟਿਕ ਕਰ ਦਿਓ। ਮੋਸਟਲੀ ਅਸੀਂ ਆਪਸ਼ਨ ਨੂੰ ਦੇਖ ਕੇ ਪਜ਼ਲ ਹੋ ਜਾਂਦੇ ਆ ਪਰ ਇਹਨੂੰ ਆਪ ਕਰਨ ਦੀ ਕੋਸ਼ਿਸ਼ ਕਰਿਓ। ਨੈਕਸਟ ਹੈ ਹੇਠ ਲਿਖਿਆਂ ਵਿੱਚੋਂ ਕਿਹੜਾ ਅਨੁਨਾਸਕੀ ਵਿਅੰਜਨ ਨਹੀਂ ਹੈ? ਹਾਂਜੀ ਅਨੁਨਾਸਕੀ ਵਿਅੰਜਨ ਆ ਜਿਹੜਾ ਉਹ ਨਹੀਂ ਹੈ ਇਹਨਾਂ ਦੇ ਵਿੱਚੋਂ। ਵੈਸੇ ਤਾਂ ਇਹਦੇ ਵਿੱਚ ਮੈਨੂੰ ਤਾਂ 2 ਦਿਖ ਰਹੇ ਆ ਤੇ ਆਪਾਂ ਇੱਥੇ ਨਾ ਇਹ ਸੀਗਾ ਨਈਆਂ ਸੀਗਾ, ਇਹ ਨਈਆਂ ਹੁੰਦਾ ਨਾ ਵਾਵੇ ਵਰਗਾ ਇੱਕ, ਉਹ ਨਈਆਂ, ਠੀਕ ਹੈ। ਹੇਠ ਲਿਖਿਆਂ ਵਿੱਚੋਂ ਕਿਹੜਾ ਅਨੁਨਾਸਕੀ ਵਿਅੰਜਨ ਨਹੀਂ ਗਾ? ਅਨੁਨਾਸਕੀ ਵਿਅੰਜਨ ਉਹ ਹੁੰਦੇ ਆ ਜਿਨ੍ਹਾਂ ਨੂੰ ਉਚਾਰਨ ਸਮੇਂ ਆਵਾਜ਼ ਨੱਕ ਵਿੱਚੋਂ ਬਾਹਰ ਆਉਂਦੀ ਆ, ਠੀਕ ਹੈ, ਨੱਕ ਵਿੱਚੋਂ ਬਾਹਰ ਆਉਂਦੀ ਆ ਤੇ ਉਹ ਹੈਗੇ ਆ ਜੀ ਇੱਥੇ ਆਪਾਂ ਨੰਨੇ ਦੇ ਨਾਲ ਨਾਣਾ ਵੀ ਪਾ ਲੈਂਦੇ ਆ। ਤਾਂ ਇਹਨਾਂ ਦੇ ਵਿੱਚੋਂ ਤੁਸੀਂ ਦੱਸੋ ਕਿ ਕਿਹੜਾ ਅਨੁਨਾਸਕੀ ਵਿਅੰਜਨ ਨਹੀਂ ਹੈ? ਜਦੋਂ ਅਸੀਂ ਆੜਾ ਬੋਲਦੇ ਆ ਆਵਾਜ਼ ਸਾਡੇ ਨੱਕ ਵਿੱਚੋਂ ਬਾਹਰ ਨਹੀਂ ਆ ਰਹੀ, ਪਰ ਜਦੋਂ ਅਸੀਂ ਮੰਮਾ ਬੋਲਦੇ ਆ ਮੰਮਾ ਇਦਾਂ ਲੱਗਦਾ ਨਾ ਜਿਵੇਂ ਨੱਕ 'ਚ ਬੋਲ ਰਹੇ ਹੁੰਦੇ ਆ, ਨ ਦੀ ਆਵਾਜ਼ ਆ ਰਹੀ ਆ। ਤਾਂ ਆਪਸ਼ਨ ਏ ਆੜਾ ਇੱਥੇ ਮਤਲਬ ਇਹ ਆਪਸ਼ਨ ਰਾਈਟ ਆਨਸਰ ਹੈ ਕਿ ਇਹ ਆ ਜਿਹੜਾ ਅਨੁਨਾਸਕੀ ਵਿਅੰਜਨ ਨਹੀਂ ਹੈ, ਬਾਕੀ ਅਨੁਨਾਸਕੀ ਆ। ਨੈਕਸਟ ਹੈ ਜੀ ਬੱਚੇ ਹਾਕੀ ਖੇਡ ਰਹੇ ਹਨ, ਬਾਗ ਵਿੱਚ ਕਿਹੜਾ ਸ਼ਬਦ ਹੈ? ਹਾਂਜੀ ਬੱਚੇ ਹਾਕੀ ਖੇਡ ਰਹੇ ਹਨ, ਬੱਚੇ ਹੁਣ ਹਾਕੀ ਖੇਡ ਰਹੇ ਆ, ਇਸ ਬਾਗ ਦੇ ਵਿੱਚ ਸ਼ਬਦ ਕਰਤਾ ਕਿਹੜਾ ਵਾ? ਕਰਤਾ ਕੌਣ ਹੈ? ਕਰਤਾ ਕਿਹਨੂੰ ਬੋਲੋਗੇ ਇਹਦੇ ਵਿੱਚ? ਕਰਤਾ ਕੀ ਹੁੰਦਾ? ਜਿਹੜਾ ਕੰਮ ਕਰ ਰਿਹਾ। ਤਾਂ ਹੁਣ ਕੰਮ ਕੌਣ ਕਰ ਰਿਹਾ? ਬੱਚੇ, ਬੱਚੇ ਹੀ ਹਾਕੀ ਖੇਡ ਰਹੇ ਆ ਨਾ, ਤਾਂ ਰਾਈਟ ਆਨਸਰ ਕੀ ਹੋਊਗਾ? ਬੱਚੇ, ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ। ਨੈਕਸਟ ਹੈ ਜੀ ਬਿਆਸ ਨਦੀ ਕਿਸ ਤਰ੍ਹਾਂ ਦਾ ਨਾਮ ਹੈ? ਹਾਂਜੀ ਬਿਆਸ, ਦੇਖੋ ਜਦੋਂ ਤਾਂ ਆਪਾਂ ਨਦੀ ਪਾ ਦੇਵਾਂਗੇ ਤਾਂ ਇੱਕ ਆਮ ਨਾਮ ਹੋ ਗਿਆ, ਠੀਕ ਹੈ। ਨਦੀ ਕੀ ਆ? ਇੱਕ ਆਮ ਨਾਮ ਹੋ ਗਿਆ, ਪਰ ਜਦੋਂ ਮੈਂ ਸਤਲੁਜ, ਰਾਵੀ ਜਾਂ ਬਿਆਸ ਲਗਾਤਾ ਮੂਰੇ
ਤਾਂ ਇਹ ਕੀ ਬਣ ਗਿਆ, ਕਿਸੇ ਨਦੀ ਦੇ ਖਾਸ ਨਾਮ ਬਣ ਗਏ। ਤਾਂ ਨਦੀ ਕਿਹੜਾ, ਹੁਣ ਬਿਆਸ ਨਦੀ ਹੈ ਜਿਹੜਾ, ਇਹ ਕਿਹੜਾ ਨਾਮ ਆ, ਇਹ ਹੈਗਾ ਜੀ ਖਾਸ ਨਾਮ। ਖਾਸ ਨਾਮ ਆਪਸ਼ਨ ਬੀ ਦੇ ਵਿੱਚ ਪਿਆ ਵਾ, ਠੀਕ ਹੈ, ਖਾਸ ਨਾਮ। ਨੈਕਸਟ ਹੈ ਖੇਰੂ ਖੇਰੂ ਹੋ ਜਾਣਾ, ਮੁਹਾਵਰੇ ਦਾ ਅਰਥ ਦੱਸੋ। ਹਾਂਜੀ, ਖੇਰੂ ਖੇਰੂ ਹੋ ਜਾਣਾ, ਮੁਹਾਵਰੇ ਦਾ ਅਰਥ ਜਲਦੀ ਨਾਲ ਸੋਚੋ ਆਪਣੀ ਆਪਸ਼ਨ ਜੀ ਕਿਹੜੀ ਆ। ਖੇਰੂ ਖੇਰੂ ਹੋ ਜਾਣਾ ਮਤਲਬ ਆਪਣੇ ਕੋਲੇ ਆਪਾਂ ਬੋਲਦੇ ਨੇ ਨਾ ਸਭ ਕੁਝ ਖੇਰੂ ਖੇਰੂ ਹੋ ਗਿਆ, ਮਤਲਬ ਕੁਛ ਵੀ ਚੱਜ ਦਾ ਨਹੀਂ ਬਚਿਆ, ਸਭ ਕੁਝ ਤਬਾਹ ਹੋ ਗਿਆ। ਆਪਸ਼ਨ ਏ ਇਜ਼ ਦਾ ਰਾਈਟ ਆਨਸਰ। ਨੈਕਸਟ ਹੈ ਜੀ ਹੇਠ ਲਿਖੇ ਲਗਾ ਅਤੇ ਲਗਾਖਰਾਂ ਵਿੱਚ ਲਗਾ ਦੱਸੋ। ਹਾਂਜੀ, ਲਗਾ ਅਤੇ ਲਗਾਖਰ ਲਿਖੇ ਹੋਏ ਆ ਕੰਨਾ, ਸ਼ਿਹਾਰੀ, ਵਿਹਾਰੀ, ਬਿੰਦੀ, ਟਿੱਪੀ, ਲਾ, ਠੀਕ ਹੈ। ਇਹਨਾਂ ਦੇ ਵਿੱਚ ਤੁਸੀਂ ਦੱਸਣੀਆਂ ਵਾ ਲਗਾ ਅਤੇ ਲਗਾਖਰਾਂ ਦੇ ਵਿੱਚੋਂ ਲਗਾ ਦੱਸਣੀਆਂ ਵਾ, ਕੱਲੀ ਲਗਾ। ਲਗਾ ਕਿਹੜੀ ਹੁੰਦੀ ਆ, ਕੰਨਾ ਹੋ ਗਈ, ਠੀਕ ਹੈ, ਸ਼ਿਹਾਰੀ ਹੋ ਗਈ ਤੇ ਉਸ ਤੋਂ ਬਾਅਦ ਬਿਹਾਰੀ ਹੋ ਗਈ। ਜਿਹੜੀ ਬਿੰਦੀ, ਟਿੱਪੀ ਤੇ ਲਾਮ ਆ, ਆਪਾਂ ਬੋਲ ਸਕਦੇ ਹਾਂ ਕਿ ਜਿਹੜੀ ਬਿੰਦੀ, ਟਿੱਪੀ ਆ, ਇੱਕ ਮਿੰਟ ਮੈਂ ਤੁਹਾਨੂੰ ਦੱਸ ਦਿੰਦੀ ਹਾਂ ਕਿ ਲਗਾਖਰ ਕਿਹੜੇ ਹੁੰਦੇ ਆ। ਦੇਖੋ ਲਗਾ ਜਿਹੜੀਆਂ ਹੁੰਦੀਆਂ, ਇਹ ਲਗਾਖਰ ਆ ਜਿਹੜੇ, ਜੇ ਆਪਾਂ ਲਗਾਖਰ ਦੀ ਗੱਲ ਕਰੀਏ ਤਾਂ ਲਗਾਖਰ ਹੁੰਦੇ ਆ ਜੀ ਬਿੰਦੀ, ਬਿੰਦੀ, ਟਿੱਪੀ ਤੇ ਆਦਿਕ, ਇਹ ਹੁੰਦੇ ਆ ਲਗਾਖਰ, ਠੀਕ ਹੈ। ਹੁਣ ਆਪਾਂ ਕੀ ਦੱਸਣੀਆਂ ਵਾ, ਲਗਾ ਦੱਸਣੀਆਂ ਵਾ, ਤੇ ਇਹਨਾਂ ਤੋਂ ਬਿਨਾ ਜੋ ਵੀ ਹੈਗੀਆਂ, ਮਤਲਬ ਜਿਹੜੀ ਵੀ ਆਪਸ਼ਨ ਦੇ ਵਿੱਚ ਇਹਨਾਂ ਤੋਂ ਬਿਨਾ ਲਿਖੇ ਹੋਏ ਅੱਖਰ ਉਹ ਕੀ ਹੋਣਗੇ, ਉਹ ਲਗਾ ਹੋਣਗੀਆਂ। ਲਗਾ ਕੀ ਹੁੰਦੀਆਂ, ਕੰਨਾ, ਵਿਹਾਰੀ, ਸਿਹਾਰੀ, ਔਂਕੜ, ਦੁਲੈਂਕੜ, ਠੀਕ ਹੈ, ਹੌੜਾ, ਕਨੌੜਾ, ਇਦਾਂ ਦੀਆਂ। ਤਾਂ ਇਹ ਸਾਰੀਆਂ ਲਗਾ ਹੁੰਦੀਆਂ ਤੇ ਲਗਾਖਰ ਆ ਜਿਹੜੇ ਉਹ ਤਿੰਨ ਹੀ ਹੁੰਦੇ ਆ, ਬਿੰਦੀ, ਟਿੱਪੀ ਤੇ ਆਦਿਕ। ਇਸ ਗੱਲ ਦਾ ਧਿਆਨ ਰੱਖਣਾ। ਆਪਸ਼ਨ ਇੱਥੇ ਰਾਈਟ ਆਨਸਰ ਹੈ। ਨੈਕਸਟ ਹੈ ਜੀ ਸੁਨਿਆਰ। ਸੁਨਿਆਰ, ਚਮਤਕਾਰ ਅਤੇ ਦਤਾਰ, ਇਸ ਦੇ ਵਿੱਚ ਕਿਹੜਾ ਪਿਛੇਤਰ ਹੈ। ਹਾਂਜੀ, ਪਿਛੇਤਰ ਦੇਖੋ ਤਿੰਨ ਸ਼ਬਦ ਲਿਖੇ ਹੋਏ ਆ ਤੇ ਇਹਨਾਂ ਦੇ ਵਿੱਚ ਪਿਛੇਤਰ ਦੇਖੋ ਕਿਹੜਾ ਬਣ ਰਿਹਾ। ਜਦੋਂ ਸਾਡੇ ਕੋਲੇ ਤਿੰਨ ਸ਼ਬਦ ਆ ਜਾਣ ਤਾਂ ਸੁਨਿਆਰ, ਸੁਨਿਆਰ ਕਿਹੜੇ ਦੋ ਸ਼ਬਦਾਂ ਤੋਂ ਬਣਿਆ, ਸੁਨ ਪਲੱਸ ਆਰ, ਠੀਕ ਹੈ। ਉਸ ਤੋਂ ਬਾਅਦ ਆ ਗਿਆ ਚਮਤਕਾਰ, ਚਮਤਕਾਰ, ਚਮਤ, ਠੀਕ ਹੈ, ਕਾਰ, ਪਰ ਕਾਰ ਵੀ ਦੋ ਸ਼ਬਦਾਂ ਤੋਂ ਬਣਿਆ। ਅੱਗੇ ਕਾਰ ਕਿਹਦੇ ਤੋਂ ਬਣਿਆ ਵਾ, ਕਾਰ, ਕ ਪਲੱਸ ਆੜੇ ਕੰਨਾ ਪਲੱਸ ਰ, ਠੀਕ ਹੈ, ਇਹ ਕਿਹਦੇ ਤੋਂ ਬਣ ਗਿਆ, ਆਰ। ਦੇਖੋ ਇਹ ਵੀ ਤਾਂ ਦੋ ਇਹਨਾਂ ਤੋਂ ਬਣੇ ਨਾ, ਕੱਕਾ ਪਲੱਸ ਆੜੇ ਕੰਨਾ ਰਾਰਾ, ਇਹਦਾ ਮਤਲਬ ਕਿ ਪਿਛੇਤਰ ਇਹਦੇ ਚ ਵੀ ਕੀ ਹੋ ਗਿਆ, ਆਰ। ਫਿਰ ਦਤਾਰ, ਦਾਤ, ਪਹਿਲਾਂ ਤਾਂ ਦਾਤ ਹੀ ਬਣਿਆ ਨਾ, ਦਾਤ, ਦਾਤ ਪਲੱਸ ਆਰ ਬਣਾਂਗੇ, ਫਿਰ ਨਵਾਂ ਸ਼ਬਦ ਕ੍ਰੀਏਟ ਹੋ ਗਿਆ ਦਾਤਾਰ, ਇਹ ਤੁਸੀਂ ਦੇਖ ਸਕਦੇ ਹੋ, ਠੀਕ ਹੈ। ਤਾਂ ਹੁਣ ਪਿਛੇਤਰ ਕਿਹੜਾ ਵਾ ਇਹਨਾਂ ਦੇ ਵਿੱਚ, ਪਿਛੇਤਰ ਆ ਬੀ, ਠੀਕ ਹੈ ਜੀ। ਨੈਕਸਟ MCQ ਅਸੀਂ ਕਰਦੇ ਹਾਂ, ਪੰਜਾਬੀ ਵਰਣਮਾਲਾ ਵਿੱਚ ਕਿੰਨੇ ਵਿਅੰਜਨ ਅੱਖਰ ਹੁੰਦੇ ਹਨ। ਹਾਂਜੀ, ਦੇਖੋ ਤੁਸੀਂ ਪੰਜਾਬੀ ਵਰਣਮਾਲਾ ਦੀ ਜੇ ਆਪਾਂ ਗੱਲ ਕਰੀਏ, ਪੰਜਾਬੀ ਵਰਣਮਾਲਾ ਦੇ ਵਿੱਚ ਊੜਾ, ਆੜਾ, ਈੜੀ, ਇਹ ਹੁੰਦੇ ਆ ਸਵਰ, ਠੀਕ ਹੈ, ਸਵਰ। ਉਸ ਤੋਂ ਬਾਅਦ ਪੰਜਾਬੀ ਵਰਣਮਾਲਾ ਦੇ ਵਿੱਚ ਸੱਸੇ ਤੋਂ ਡਾੜੇ ਤੱਕ, ਧਿਆਨ ਦਿਓ ਮੈਂ ਸੱਸੇ ਤੋਂ ਡਾੜੇ ਤੱਕ ਬੋਲ ਰਹੀ ਹਾਂ, ਠੀਕ ਹੈ, ਉਹ ਸਾਰੇ ਵਿਅੰਜਨ ਹੁੰਦੇ ਆ ਸੱਸੇ ਤੋਂ ਡਾੜੇ ਤੱਕ। ਤੇ ਸੱਸੇ ਤੋਂ ਡਾੜੇ ਤੱਕ ਕਿੰਨੇ ਹੋਣਗੇ, ਦੇਖੋ 35 ਚੋਂ ਮੈਂ 3 ਕੱਢਤੇ, ਇਹ ਕਿੰਨੇ ਰਹਿ ਗਏ, 35 ਚੋਂ 3 ਕੱਢਤੇ 33, ਤੇ ਇੱਕ ਤਾਂ ਆਪਸ਼ਨ ਹੋ ਸਕਦੀ ਹੈ ਤੁਹਾਨੂੰ ਉੱਥੇ 33 ਦੀ। ਹੁਣ ਆਪਸ਼ਨਾਂ ਇਦਾਂ ਵੀ ਆ ਸਕਦੀਆਂ, ਇਹ ਤੁਹਾਨੂੰ ਦੱਸਣ ਦੇ ਲਈ ਸਪੈਸ਼ਲੀ ਐਡ ਕੀਤੀਆਂ ਗਈਆਂ ਵਾ, ਠੀਕ ਹੈ। ਆਪਸ਼ਨਾਂ ਜਿਵੇਂ ਮੈਂ ਲਿਖੀਆਂ ਇਦਾਂ ਵੀ ਆ ਸਕਦੀਆਂ। ਤਾਂ ਤੁਸੀਂ ਦੇਖੋ 6 ਅੱਖਰ ਨਵੇਂ ਵੀ ਤਾਂ ਐਡ ਕੀਤੇ ਗਏ ਆ ਨਾ, ਉਹਨਾਂ ਨੂੰ ਜਦੋਂ ਮੈਂ ਐਡ ਕਰੂੰਗੀ ਗਿਣਤੀ ਕਿੰਨੀ ਹੋ ਗਈ, ਗਿਣਤੀ ਹੋ ਗਈ 39। 6 ਜਦੋਂ ਮੈਂ ਐਡ ਕੀਤੇ ਤਾਂ ਇਹ ਗਿਣਤੀ ਹੋ ਗਈ 39। 39 ਗਿਣਤੀ ਹੋਣ ਤੋਂ ਬਾਅਦ ਅੰਗਰੇਜ਼ੀ ਵਰਣਮਾਲਾ ਵਿੱਚ 35 ਚੋਂ 3 ਕੱਢੇ, ਇੱਥੇ 32 ਆਉਣਾ ਸੀ, ਸੌਰੀ ਮੈਂ ਗਲਤ ਬੋਲ ਦਿੱਤਾ, ਇੱਥੇ 32, ਠੀਕ ਹੈ। 35 ਚੋਂ 3, ਕਿਉਂਕਿ 35 ਅੱਖਰ ਹੁੰਦੇ ਆ ਟੋਟਲ, ਆਪਣੇ ਕੋਲ 35 ਅੱਖਰ ਹੀ ਸੀ ਨਾ ਪਹਿਲਾਂ ਦੀ ਗੱਲ ਕਰੀਏ, ਪਹਿਲਾਂ ਸਮਿਆਂ ਦੇ ਵਿੱਚ 3 ਤਾਂ ਉਹਦੇ ਵਿੱਚੋਂ ਸਵਰ ਨਿਕਲ ਗਏ। ਸਵਰ ਉਹ ਹੁੰਦੇ ਆ ਜਿਨ੍ਹਾਂ ਨੂੰ ਬੋਲਣ ਸਮੇਂ ਆਪਣੇ ਸਰੀਰ ਦਾ ਕੋਈ ਵੀ ਅੰਗ ਆ ਜਿਹੜਾ ਰੁਕਾਵਟ ਨਹੀਂ ਪਾਉਂਦਾ, ਨਾ ਜੀਭ ਨਾ ਬੁੱਲ, ਠੀਕ ਹੈ। ਪਰ ਵਿਅੰਜਨ ਉਹ ਹੁੰਦੇ ਆ ਜਿਨ੍ਹਾਂ ਨੂੰ ਬੋਲਣ ਦੇ ਸਮੇਂ, ਉਚਾਰਨ ਦੇ ਸਮੇਂ ਸਾਡੇ ਜਿਹੜੇ ਅੰਗ ਆ ਉਹ ਰੁਕਾਵਟ ਪਾਉਂਦੇ ਆ, ਜਿਵੇਂ ਪੱਪਾ, ਫੱਫਾ, ਬੱਬਾ, ਭੱਬਾ ਹੀ ਲਗਾ ਲਓ, ਬੋਲ ਕੇ ਦੇਖੋ ਆਪਣੇ ਬੁੱਲ ਜਿਹੜੀ ਹਵਾ ਨੂੰ ਰੋਕਦੇ ਆ, ਰੁਕਾਵਟ ਪਾਉਂਦੇ ਆ, ਤਾਂ ਇਹਨਾਂ ਨੂੰ ਅਸੀਂ ਵਿਅੰਜਨ ਬੋਲ ਦਿੰਦੇ ਆ। ਇਹ ਵਿਅੰਜਨ ਸੱਸੇ ਤੋਂ ਡਾੜੇ ਤੱਕ ਸੀਗੇ, ਇਹ 3 ਕੱਢੇ ਕਿੰਨੇ ਰਹਿ ਗਏ 32। 6 ਅੱਖਰ ਬਾਅਦ ਵਿੱਚ ਐਡ ਹੋਏ ਆ ਪੰਜਾਬੀ ਵਰਣਮਾਲਾ ਦੇ ਵਿੱਚ, ਹੁਣ ਟੋਟਲ 41 ਅੱਖਰ ਆ, ਪਰ ਜਦੋਂ ਇਹ 6 ਹੋ ਗਏ ਤਾਂ 38 ਅੱਖਰ ਰਹਿ ਗਏ। ਤਾਂ ਆਪਸ਼ਨ ਸੀ ਇੱਥੇ ਰਾਈਟ ਆਨਸਰ ਹੈ। ਨੈਕਸਟ ਹੈ ਜੀ
ਕਿਹੜਾ ਸ਼ਬਦ ਸੁਆਮੀ ਸ਼ਬਦ ਦਾ ਸਮਾਨਾਰਥਿਕ ਨਹੀਂ ਹੈ? ਹਾਂਜੀ ਸੁਆਮੀ ਸ਼ਬਦ ਦਾ ਸਮਾਨਾਰਥਿਕ ਨਹੀਂ ਹੈ। ਸਮਾਨਾਰਥਿਕ ਦਾ ਮਤਲਬ ਹੁੰਦਾ ਸੇਮ ਮੀਨਿੰਗ, ਠੀਕ ਹੈ, ਸੇਮ ਮੀਨਿੰਗ ਹੋਣਾ, ਇਹ ਹੁੰਦਾ ਸਮਾਨਾਰਥਿਕ ਸ਼ਬਦ ਦਾ ਮੀਨਿੰਗ, ਠੀਕ ਹੈ। ਇੱਥੇ ਚਾਹੇ ਆਪਾਂ ਪਤੀ ਕਹਿ ਲਈਏ, ਚਾਹੇ ਆਪਾਂ ਘਰ ਵਾਲਾ ਕਹਿ ਲਈਏ, ਠੀਕ ਹੈ, ਤਾਂ ਸੇਮ ਮੀਨਿੰਗ ਹੋ ਗਿਆ ਨਾ। ਚਾਹੇ ਆਪਾਂ ਕਈ ਚਲੋ ਹਰੇਕ ਅਲੱਗ-ਅਲੱਗ ਲੈਂਗੁਏਜ 'ਚ ਬੋਲਦੇ ਆ, ਤਾਂ ਇੱਥੇ ਤਾਂ ਸੇਮ ਮੀਨਿੰਗ ਹੋ ਗਿਆ ਨਾ। ਸਮਾਨਾਰਥਕ ਦਾ ਮਤਲਬ ਹੁੰਦਾ ਕਿ ਸੇਮ ਮੀਨਿੰਗ ਹੋਣਾ ਕਿਸੇ ਸ਼ਬਦ ਦਾ। ਹੁਣ ਸੁਆਮੀ ਦਾ ਕਿਹੜਾ ਸਮਾਨਾਰਥਿਕ ਨਹੀਂ ਹੈ? ਤਾਂ ਇਹ ਤੁਸੀਂ ਦੱਸਣਾ, ਇਹ ਨਹੀਂਗਾ ਚੇਲਾ। ਆਪਸ਼ਨ ਡੀ ਇਜ਼ ਦਾ ਰਾਈਟ ਆਂਸਰ। ਨੈਕਸਟ ਹੈ, ਕਾਲ ਕਿੰਨੇ ਤਰ੍ਹਾਂ ਦੇ ਹੁੰਦੇ ਹਨ? ਹਾਂਜੀ ਕਾਲ ਕੀ ਹੁੰਦਾ? ਸਮਾਂ ਕਿੰਨੇ ਤਰ੍ਹਾਂ ਦਾ ਹੁੰਦਾ? ਇੱਕ ਬੀਤ ਚੁੱਕਿਆ, ਜਿਹੜਾ ਬੀਤ ਚੁੱਕਿਆ ਸਮਾਂ ਉਹਨੂੰ ਕਿ ਅਸੀਂ ਬੋਲ ਦਿੰਨੇ ਆ ਅਤੀਤ, ਠੀਕ ਹੈ। ਇੱਕ ਸਮਾਂ ਜਿਹੜਾ ਚੱਲ ਰਿਹਾ ਇਹਨੂੰ ਕੀ ਬੋਲ ਦਿੰਨੇ ਆ ਅਸੀਂ, ਠੀਕ ਹੈ, ਇਹਨੂੰ ਬੋਲ ਦਿੰਨੇ ਆ ਵਰਤਮਾਨ ਕਾਲ। ਤੇ ਜਿਹੜਾ ਆਉਣ ਵਾਲਾ ਸਮਾਂ ਇਹਨੂੰ ਕੀ ਬੋਲ ਦਿੰਨੇ ਆ? ਭਵਿੱਖ ਕਾਲ। ਤੇ ਕਿੰਨੇ ਇੱਕ ਤਰ੍ਹਾਂ ਦਾ ਹੋ ਗਿਆ ਸਮਾਂ? 3 ਤਰ੍ਹਾਂ ਦਾ। ਆਪਸ਼ਨ ਸੀ ਇਸ ਦਾ ਰਾਈਟ ਆਂਸਰ ਹੈ, ਠੀਕ ਹੈ ਜੀ। ਨੈਕਸਟ ਹੈ, ਹੇਠ ਲਿਖਿਆਂ ਵਿੱਚੋਂ ਕਿਹੜਾ ਮੁੱਖ ਤੌਰ ਤੇ ਪੰਜਾਬੀ ਵਿਆਕਰਨ ਦਾ ਭਾਗ ਨਹੀਂ ਹੈ? ਹਾਂਜੀ ਪੰਜਾਬੀ ਵਿਆਕਰਨ ਦਾ ਭਾਗ ਇਹਨਾਂ ਦੇ ਵਿੱਚੋਂ ਕਿਹੜਾ ਵਾ ਜਿਹੜਾ ਨਹੀਂ ਗਾ? ਤਾਂ ਪੰਜਾਬੀ ਵਿਆਕਰਨ ਦੇ ਵਿੱਚ ਸਭ ਤੋਂ ਪਹਿਲਾਂ ਸਾਡੇ ਕੋਲ ਕੀ ਆਏ ਸੀਗੇ? ਅੱਖਰ ਆਏ ਸੀ, ਠੀਕ ਹੈ, ਊੜਾ ਆੜਾ ਈੜੀ। ਫਿਰ 2 ਜਾਂ 2 ਤੋਂ ਵੱਧ ਅੱਖਰਾਂ ਨੂੰ ਜੋੜ ਕੇ ਸ਼ਬਦ ਬਣੇ। ਫਿਰ 2 ਜਾਂ 2 ਤੋਂ ਵੱਧ ਸ਼ਬਦਾਂ ਨੂੰ ਜੋੜ ਕੇ ਵਾਕ ਬਣੇ, ਠੀਕ ਹੈ। ਪਹਿਲਾਂ ਅੱਖਰ ਆਏ, ਅੱਖਰਾਂ ਤੋਂ ਪਹਿਲਾਂ ਸਾਡੇ ਕੋਲ ਕੀ ਲੈਟਰਸ ਆਏ ਸੀ, ਠੀਕ ਹੈ, ਮਤਲਬ ਆਪਾਂ ਊੜਾ ਆੜਾ ਈੜੀ ਸੱਸਾ ਜਿਹਨੂੰ ਬੋਲਦੇ ਆ, ਵਰਨਮਾਲਾ ਆਈ। ਫਿਰ ਉਹਨਾਂ ਤੋਂ 2 ਜਾਂ 2 ਤੋਂ ਵੱਧ ਅੱਖਰ ਜੋੜ ਕੇ 2 ਜਾਂ 2 ਤੋਂ ਵੱਧ ਸ਼ਬਦ ਜੋੜ ਕੇ ਅਸੀਂ ਅੱਖਰ ਬਣਾਏ, ਉਹਨਾਂ ਤੋਂ ਕੁਝ ਅਰਥ ਬਣੇ, ਅਰਥਾਂ ਤੋਂ ਬਾਅਦ ਸ਼ਬਦ ਬਣੇ, ਸ਼ਬਦਾਂ ਤੋਂ ਬਾਅਦ ਅਸੀਂ ਮਤਲਬ 2 ਜਾਂ 2 ਤੋਂ ਵੱਧ ਸ਼ਬਦ ਜੋੜੇ ਤਾਂ ਵਾਕ ਬਣਿਆ। ਫਿਰ ਵਾਕਾਂ ਦੇ ਵੀ ਕੋਈ ਅਰਥ ਬਣੇ, ਠੀਕ ਹੈ। ਤਾਂ ਆਪਸ਼ਨ A B C ਇਹ ਕੀ ਆ? ਇਹ ਹੈਗੇ ਆ ਪੰਜਾਬੀ ਵਿਆਕਰਨ ਦੇ ਭਾਗ, ਪਰ ਲਿਪੀ ਬੋਧ ਪੰਜਾਬੀ ਵਿਆਕਰਨ ਦਾ ਭਾਗ ਨਹੀਂਗਾ। ਆਪਸ਼ਨ ਇੱਥੇ ਡੀ ਰਾਈਟ ਆਂਸਰ ਹੈ। ਨੈਕਸਟ ਹੈ ਜੀ, ਮੀਰਾ ਬੁੱਧੀਮਾਨ ਹੈ, ਵਾਕ ਵਿੱਚ ਬੁੱਧੀਮਾਨ ਕੀ ਆ? ਜੇ ਮੀਰਾ ਦੀ ਗੱਲ ਕਰੀਏ ਤਾਂ ਇਹ ਨਾਮ ਆ, ਠੀਕ ਹੈ, ਪਰ ਉਹ ਬੁੱਧੀਮਾਨ ਆ, ਮਤਲਬ ਮੀਰਾ ਦੀ ਆਪਾਂ ਕੀ ਦੱਸ ਰਹੇ ਹਾਂ? ਵਿਸ਼ੇਸ਼ਤਾ ਦੱਸ ਰਹੇ ਹਾਂ। ਜਦੋਂ ਜਿਹੜੇ ਵਾਕ ਨਾਮ ਜਾਂ ਜਿਹੜੇ ਸ਼ਬਦ ਨਾਮ ਜਾਂ ਪੜਨਾਮ ਦੇ ਨਾਲ ਆ ਕੇ ਉਹਨਾਂ ਦੀ ਵਿਸ਼ੇਸ਼ਤਾ ਦੱਸਦੇ ਆ, ਉਹਨਾਂ ਨੂੰ ਅਸੀਂ ਵਿਸ਼ੇਸ਼ਣ ਬੋਲ ਦਿੰਨੇ ਆ। ਤਾਂ ਆਪਸ਼ਨ ਏ ਇੱਥੇ ਰਾਈਟ ਆਂਸਰ ਹੈ ਕਿ ਮੀਰਾ ਵਿਸ਼ੇਸ਼ਣ ਮਤਲਬ ਬੁੱਧੀਮਾਨ ਇੱਕ ਵਿਸ਼ੇਸ਼ਣ ਆ। ਨੈਕਸਟ ਹੈ, ਹੇਠ ਲਿਖਿਆਂ ਵਿੱਚੋਂ ਕਿਹੜਾ 29 ਦਾ ਸਮਾਨਾਰਥਿਕ ਨਹੀਂ ਹੈ? ਹਾਂਜੀ 29 ਮੈਂ ਤੁਹਾਨੂੰ ਦੱਸ ਚੁੱਕੀ ਹਾਂ। 29 ਦਾ ਕੀ ਮਤਲਬ ਹੁੰਦਾ ਵਾ? 29 ਦਾ ਮਤਲਬ ਹੁੰਦਾ ਵਾ ਵਾਧਾ, ਤਰੱਕੀ, ਠੀਕ ਹੈ, ਵਿਕਾਸ, ਚੜ੍ਹਤ, ਹਨਾ। ਤੇ ਆਪਸ਼ਨ ਫਿਰ ਇੱਥੇ ਕਿਹੜੀ ਰਾਈਟ ਆਊਗੀ? ਘਾਟਾ 29 ਦਾ ਸਮਾਨਾਰਥਿਕ ਨਹੀਂਗਾ, ਸੇਮ ਮੀਨਿੰਗ ਚਾਹੀਦਾ ਸਾਨੂੰ। ਨੈਕਸਟ ਹੈ ਜੀ, ਹਾਂਜੀ ਇੱਥੇ ਹੈ ਭੱਦੀ ਦਾ ਕੀ ਅਰਥ ਹੈ? ਹਾਂਜੀ ਭੱਦੀ ਦਾ ਕੀ ਅਰਥ ਹੁੰਦਾ ਵਾ? ਦੇਖੋ ਘਟੀਆ, ਸੋਹਣਾ, ਕਰੂਪ ਜਾਂ ਨਿਕੰਮਾ। ਭੱਦੀ ਦਾ ਅਰਥ ਹੁੰਦਾ ਵਾ ਜੀ ਇੱਥੇ ਕਰੂਪ। ਆਪਸ਼ਨ ਸੀ ਇਜ਼ ਦਾ ਰਾਈਟ ਆਂਸਰ। ਨੈਕਸਟ ਹੈ, ਕਰਤਰੀ ਵਾਚਕ, ਹਾਂਜੀ ਕਰਤਰੀ ਵਾਚਕ ਵਾਕ ਚੁਣੋ। ਦੇਖੋ ਵਾਕ ਦੀਆਂ ਅਲੱਗ-ਅਲੱਗ ਕਿਸਮਾਂ ਹੁੰਦੀਆਂ ਨੇ, ਇਹ ਕਿਉਂਕਿ ਜ਼ਰੂਰੀ ਨਹੀਂ ਕੁਝ ਸਾਰੀਆਂ ਚੀਜ਼ਾਂ ਸਾਨੂੰ ਸਾਡੇ ਸਿਲੇਬਸ ਦੇ ਵਿੱਚੋਂ ਹੀ ਮਿਲਣ। ਕੁਝ ਚੀਜ਼ਾਂ ਪੰਜਾਬੀ ਵਿਆਕਰਨ ਦੇ ਰੂਲ ਦੇ ਮੁਤਾਬਿਕ ਸ਼ਬਦ ਬੋਧ ਦੇ ਵਿੱਚ ਆਉਂਦੀਆਂ ਨੇ। ਸ਼ਬਦ ਬੋਧ ਤੁਹਾਡਾ ਤੀਜਾ ਟੌਪਿਕ ਆ। ਤੇ ਕਰਤਰੀ ਵਾਚਕ ਵਾਕ ਆ, ਇਹਦੇ ਵਿੱਚ ਕਿਹੜਾ ਵਾ? ਕਰਤਰੀ ਵਾਚਕ ਵਾਕ ਆ ਜੀ, ਮੈਂ ਰੋਟੀ ਖਾ ਰਿਹਾ ਹਾਂ, ਠੀਕ ਹੈ, ਮੈਂ ਰੋਟੀ ਖਾ ਰਿਹਾ ਗਾ, ਮਤਲਬ ਸਧਾਰਨ ਜਾਂ ਵਾਕ ਆ ਨਾ, ਸਧਾਰਨ ਵਾਕ। ਤਾਂ ਆਪਸ਼ਨ ਏ ਸਧਾਰਨ ਵਾਕ, ਮਿਸ਼ਰਤ ਵਾਕ, ਸੰਯੁਕਤ ਵਾਕ ਤੁਸੀਂ ਇਹ ਸੁਣੇ ਹੋਣੇ ਆ। ਤਾਂ ਇਹ ਹੈਗਾ ਕਰਤਰੀ ਵਾਕ, ਮੈਂ ਰੋਟੀ ਖਾ ਰਿਹਾ ਹਾਂ। ਨੈਕਸਟ ਹੈ ਜੀ, ਜਿਸ ਨੂੰ ਜਾਣਿਆ ਜਾ ਸਕੇ ਇੱਕ ਸ਼ਬਦ ਲਿਖੋ। ਹਾਂਜੀ ਜਿਸ ਨੂੰ ਜਾਣਿਆ ਜਾ ਸਕੇ, ਜਿਹਨੂੰ ਜਾਣਿਆ ਜਾ ਸਕੇ ਮਤਲਬ ਇਹ ਬਹੁਤੇ ਸ਼ਬਦ ਆ, ਤੁਸੀਂ ਉਹਦੀ ਜਗ੍ਹਾ ਤੇ ਇੱਕ ਸ਼ਬਦ ਲਿਖ ਦਿਓ। ਤਾਂ ਜਿਹਨੂੰ ਜਾਣਿਆ ਜਾ ਸਕੇ ਉਹਨੂੰ ਬੋਲਦੇ ਆ ਆਰੂਖ। ਆਪਸ਼ਨ ਏ ਇਜ਼ ਦਾ ਰਾਈਟ ਆਂਸਰ। ਨੈਕਸਟ ਹੈ ਜੀ, ਨਿਖੇਧੀ ਕਰਨਾ ਦਾ ਵਿਰੋਧੀ ਸ਼ਬਦ ਲਿਖੋ। ਨਿਖੇਧੀ ਕਰਨਾ, ਇਹਦਾ ਵਿਰੋਧ ਕਰਨਾ, ਇਹਦਾ ਵਿਰੋਧੀ ਸ਼ਬਦ ਕੀ ਹੋਊਗਾ? ਨਿਖੇਧੀ ਦਾ ਇੱਕ ਤਾਂ ਹੁੰਦਾ ਨਿਖੇਧੀ ਕਰਨਾ, ਠੀਕ ਹੈ, ਤੇ ਇਹਦਾ ਵਿਰੋਧੀ ਸ਼ਬਦ ਨਿਖੇਧੀ ਕਰਨ ਦਾ ਮਤਲਬ ਆਪਾਂ ਕਿਸੇ ਦੀ ਬੁਰਾਈ ਕਰ ਰਹੇ ਹਾਂ। ਤੇ ਬੁਰਾਈ ਦਾ ਵਿਰੋਧੀ ਕੀ ਹੋ ਗਿਆ? ਪ੍ਰਸ਼ੰਸਾ, ਕਿ ਆਪਾਂ ਕਿਸੇ ਦੀ ਪ੍ਰਸ਼ੰਸਾ ਕਰ ਰਹੇ ਹਾਂ। ਆਪਸ਼ਨ ਬੀ ਇਜ਼ ਦਾ ਰਾਈਟ ਆਂਸਰ। ਨੈਕਸਟ ਹੈ, ਤੇਜ਼, ਤਕੜਾ, ਬਹਾਦਰ, ਇਹ ਸ਼ਬਦ ਕੀ ਹਨ? ਹਾਂਜੀ ਤੇਜ਼,
ਤਕੜਾ, ਬਹਾਦਰ। ਇਹ ਸ਼ਬਦ ਆ ਤੇਜ਼ ਹੋਣਾ, ਤਕੜਾ ਹੋਣਾ, ਬਹਾਦਰ ਹੋਣਾ, ਕਿਸੇ ਦੀਆਂ ਵਿਸ਼ੇਸ਼ਤਾਵਾਂ ਵਾ ਨਾ, ਤਾਂ ਇਹ ਕੀ ਹੋ ਗਿਆ ਵਿਸ਼ੇਸ਼ਣ। ਆਪਸ਼ਨ ਏ ਇਜ਼ ਦਾ ਰਾਈਟ ਆਂਸਰ। ਨੈਕਸਟ ਹੈ ਜੀ ਸ਼ੁੱਧ ਵਾਕ ਚੁਣੋ। ਹਾਂਜੀ ਇਹਦੇ ਵਿੱਚ ਤੁਸੀਂ ਵਾਕ ਨੂੰ ਸ਼ੁੱਧ ਚੁਣਨਾ। ਚੋਰ ਨੇ ਸਿਪਾਹੀ ਨੂੰ ਫੜ ਲਿਆ, ਜਾਂ ਸਿਪਾਹੀ ਚੋਰ ਨੂੰ ਫੜ ਲਿਆ, ਜਾਂ ਸਿਪਾਹੀ ਨੇ ਚੋਰ ਨੂੰ ਫੜ ਲਿਆ, ਜਾਂ ਚੋਰ ਫੜ ਲਿਆ ਸਿਪਾਹੀ ਨੇ। ਤਾਂ ਕਿਹੜਾ ਸ਼ਬਦ ਇਹਨਾਂ ਦੇ ਵਿੱਚੋਂ ਸ਼ੁੱਧ ਬੋਲ ਸਕਦੇ ਆ? ਸਿਪਾਹੀ ਨੇ ਚੋਰ ਨੂੰ ਫੜ ਲਿਆ, ਠੀਕ ਹੈ, ਸਿਪਾਹੀ ਨੇ ਚੋਰ ਨੂੰ ਫੜ ਲਿਆ। ਤਾਂ ਆਪਸ਼ਨ ਸੀ ਇਜ਼ ਦਾ ਰਾਈਟ ਆਂਸਰ ਹੈ। ਨੈਕਸਟ ਹੈ ਰਾਜੇ ਨੇ ਮਾਲੀ ਨੂੰ ਬੁਲਾਇਆ। ਵਾਕ ਵਿੱਚ ਕਿਹੜੇ ਲਿੰਗ ਵਿੱਚ ਹੈ? ਇਹ ਵਾਕ ਆ ਜਿਹੜਾ ਕਿਹੜੇ ਲਿੰਗ ਵਿੱਚ ਆ? ਰਾਜੇ ਨੇ ਮਾਲੀ ਨੂੰ ਬੁਲਾਇਆ। ਇੱਥੇ ਰਾਜਾ ਤੇ ਮਾਲੀ ਦੋਵੇਂ ਕੀ ਨੇ? ਦੋਵੇਂ ਕੀ ਨੇ ਦੱਸੋ ਜਲਦੀ? ਦੋਵੇਂ ਹੈਗੇ ਆ ਜੀ ਪੁਲਿੰਗ। ਇੱਕ ਹੁੰਦਾ ਇਸਤਰੀ ਲਿੰਗ ਤੇ ਲਿੰਗ ਦੋ ਤਰ੍ਹਾਂ ਦੇ ਹੁੰਦੇ ਆ, ਇੱਕ ਹੁੰਦਾ ਇਸਤਰੀ ਲਿੰਗ, ਇੱਕ ਹੁੰਦਾ ਪੁਲਿੰਗ, ਠੀਕ ਹੈ। ਤੇ ਦੋਵੇਂ ਕੀ ਆ? ਪੁਲਿੰਗ ਆ। ਆਪਸ਼ਨ ਸੀ ਇਜ਼ ਦਾ ਰਾਈਟ ਆਂਸਰ। ਨੈਕਸਟ ਹੈ ਗਾਂ ਚਰ ਰਹੀ ਹੈ। ਬਾਕ ਵਿੱਚ ਕਿਹੜਾ ਨਾਮ ਹੈ? ਹਾਂਜੀ ਗਾਂ ਚਰ ਰਹੀ ਆ। ਇਸ ਬਾਕ ਦੇ ਵਿੱਚ ਨਾਮ ਕਿਹੜਾ ਵਾ? ਗਾਂ ਆ ਜਾਂ ਹੈ ਆ ਜਾਂ ਚਰ ਆ ਜਾਂ ਰਹੀ ਹੈ? ਤਾਂ ਜਿਹੜੀ ਨਾਮ ਤੋਂ ਹੀ ਪਤਾ ਲੱਗ ਰਿਹਾ ਨਾ ਨਾਮ, ਤਾਂ ਨਾਮ ਕੀ ਆ? ਗਾਂ ਆ ਇਹਦੇ ਵਿੱਚ, ਠੀਕ ਹੈ। ਤਾਂ ਆਪਸ਼ਨ ਨੰਬਰ ਇਹਦਾ ਏ ਰਾਈਟ ਆਂਸਰ ਹੈ। ਨੈਕਸਟ ਹੈ ਜੀ ਹਾਂਜੀ ਨੈਕਸਟ MCQ ਆ ਹੇਠ ਲਿਖਿਆਂ ਵਿੱਚੋਂ ਕਿਹੜਾ ਕਿਰਿਆ ਵਿਸ਼ੇਸ਼ਣ ਨਹੀਂ ਹੈ? ਹਾਂਜੀ ਕਿਰਿਆ ਵਿਸ਼ੇਸ਼ਣ ਕਿਹੜਾ ਨਹੀਂ ਗਾ ਇਹ ਤੁਸੀਂ ਦੱਸਣਾ। ਹੌਲੀ ਵੀ ਕਿਰਿਆ ਵਾ, ਠੀਕ ਹੈ, ਤੇਜ਼ ਵੀ ਕਿਰਿਆ ਵਾ, ਅੱਗੇ ਵੀ ਕਿਰਿਆ ਵਾ, ਪਰ ਮੋਟਾ ਵਾ ਜਿਹੜਾ ਇਹ ਕਿਰਿਆ ਵਿਸ਼ੇਸ਼ਣ ਨਹੀਂ ਗਾ, ਕੱਲਾ ਵਿਸ਼ੇਸ਼ਣ ਆ ਪਰ ਕਿਰਿਆ ਵਿਸ਼ੇਸ਼ਣ ਨਹੀਂ ਗਾ, ਠੀਕ ਹੈ। ਆਪਸ਼ਨ ਡੀ ਇਜ਼ ਦਾ ਰਾਈਟ ਆਂਸਰ ਹੈ। ਨੈਕਸਟ ਹੈ ਜੀ ਕਈ ਵਾਰ ਅੰਨੇ ਦੇ ਹੱਥ ਵੀ ਲੱਗ ਜਾਂਦੀ ਹੈ। ਹਾਂਜੀ ਕਈ ਵਾਰ ਅੰਨੇ ਦੇ ਹੱਥ ਵੀ ਲੱਗ ਜਾਂਦੀ ਹੈ। ਕਈ ਵਾਰ ਅੰਨੇ ਦੇ ਹੱਥ ਵੀ ਕੀ ਲੱਗ ਜਾਂਦੀ ਆ? ਚਿੜੀ ਲੱਗਦੀ ਆ, ਬਟੇਰ, ਮੱਝ ਜਾਂ ਕੌੜੀ? ਤਾਂ ਇਹ ਤੁਸੀਂ ਦੱਸਣਾ ਵਾ। ਹਾਂਜੀ ਇਸ ਦਾ ਰਾਈਟ ਆਂਸਰ ਹੈ ਬਟੇਰ। ਆਪਸ਼ਨ ਬੀ ਇਜ਼ ਦਾ ਰਾਈਟ ਆਂਸਰ। ਨੈਕਸਟ ਹੈ ਹਾਂਜੀ ਧੁਨੀ ਦੇ ਲਿਖਤੀ ਚਿੰਨ੍ਹ ਨੂੰ ਡੈਸ਼ ਆਖਦੇ ਹਨ। ਧੁਨੀ ਦੇ ਲਿਖਤੀ ਚਿੰਨ੍ਹ ਨੂੰ ਕੀ ਆਖਦੇ ਆ? ਧੁਨੀ ਦੇ ਲਿਖਤੀ ਚਿੰਨ੍ਹ ਨੂੰ ਆਖਦੇ ਆ ਜੀ ਅੱਖਰ। ਆਪਸ਼ਨ ਏ ਇਜ਼ ਦਾ ਰਾਈਟ ਆਂਸਰ। ਨੈਕਸਟ ਹੈ ਊਠ, ਸਾਧ ਅਤੇ ਵਕੀਲ ਸ਼ਬਦਾਂ ਨੂੰ ਇਸਤਰੀ ਲਿੰਗ ਬਣਾਉਣ ਲਈ ਕਿਸ ਦੀ ਵਰਤੋਂ ਹੁੰਦੀ ਹੈ? ਹਾਂਜੀ ਊਠ ਦਾ ਕੀ ਬਣੂਗਾ? ਊਠਣੀ। ਸਾਧ ਦਾ ਕੀ ਬਣੂਗਾ? ਸਾਧਨੀ। ਵਕੀਲ ਦਾ ਕੀ ਬਣੂਗਾ? ਵਕੀਲਣੀ। ਤਾਂ ਕਿਹੜੇ ਸ਼ਬਦ ਦੀ ਵਰਤੋਂ ਹੋਊਗੀ ਇੱਥੇ ਜਲਦੀ ਨਾਲ ਦੱਸੋ? ਤਾਂ ਇਹ ਸ਼ਬਦ ਹੋਊਗਾ ਜੀ ਡੀ, ਨੀ, ਠੀਕ ਹੈ, ਡੀ ਸ਼ਬਦ। ਆਪਸ਼ਨ ਡੀ ਇਜ਼ ਦਾ ਰਾਈਟ ਆਂਸਰ। ਨੈਕਸਟ ਹੈ ਜੀ ਹਾਂਜੀ ਅੱਗੇ ਸ਼ੁੱਧ ਸ਼ਬਦ ਚੁਣੋ। ਹਾਂਜੀ ਇਹਨਾਂ ਦੇ ਵਿੱਚੋਂ ਕਿਹੜਾ ਸਹੀ ਲਿਖਿਆ ਹੋਇਆ ਇਹ ਤੁਸੀਂ ਚੁਣਨਾ ਵਾ। ਲਿਆਇਆ, ਲੁਆਇਆ, ਲਿਆਇਆ, ਲੁਹਾਇਆ। ਤਾਂ ਆਪਸ਼ਨ ਏ ਹੀ ਲੱਗ ਰਿਹਾ ਸਾਨੂੰ, ਲਿਆਇਆ ਪਾਉਣ ਦੀ ਕੋਸ਼ਿਸ਼ ਕੀਤੀ ਹੈ ਨਾ। ਤਾਂ ਆਪਸ਼ਨ ਏ ਇੱਥੇ ਰਾਈਟ ਆਂਸਰ ਹੈ। ਹਾਂਜੀ ਉਮੀਦ ਕਰਦੀ ਹਾਂ ਕਿ ਅੱਜ ਦੀ ਵੀਡੀਓ ਤੁਹਾਨੂੰ ਪਸੰਦ ਆਈ ਹੋਵੇਗੀ। ਜੇਕਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਆ ਤਾਂ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਓ ਕਿ ਤੁਹਾਨੂੰ ਇਹ ਵੀਡੀਓ ਕਿਸ ਤਰ੍ਹਾਂ ਦੀ ਲੱਗੀ। ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਪਲੀਜ਼ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ। ਜਿਹੜੇ ਵੀ ਸਟੂਡੈਂਟ ਇਸ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਆ ਮੈਂ ਉਹਨਾਂ ਨੂੰ ਵੀ ਰਿਕੁਐਸਟ ਕਰਦੀ ਹਾਂ ਕਿ ਪਲੀਜ਼ ਮੇਰੇ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰਕੇ ਜਿੰਨਾ ਹੋ ਸਕੇ ਵੱਧ ਤੋਂ ਵੱਧ ਸਟੂਡੈਂਟਸ ਨਾਲ ਸ਼ੇਅਰ ਕਰੋ ਤਾਂ ਜੋ ਹਰੇਕ ਸਟੂਡੈਂਟਸ ਪੜ੍ਹ ਕੇ ਆਪਣਾ ਪੇਪਰ ਦੇ ਸਕੇ। ਕਿਉਂਕਿ ਮੇਰਾ ਇਹੀ ਟਾਰਗੇਟ ਆ ਕਿ ਸ਼ਹਿਰ ਦੀ ਮਹਿੰਗੀ ਕੋਚਿੰਗ ਹਰੇਕ ਪਿੰਡ ਦੇ ਘਰ ਤੱਕ ਪਹੁੰਚੇ ਤੇ ਮੈਂ ਤੁਹਾਨੂੰ ਹਰੇਕ ਸਿਲੇਬਸ ਦੇ ਅਕੋਰਡਿੰਗ ਤੁਹਾਡੀ ਜਿਹੜੀ ਤਿਆਰੀ ਆ ਉਹ ਕਰਵਾ ਵੀ ਰਹੀ ਹਾਂ। ਪੂਰਾ ਮਟੀਰੀਅਲ ਤੁਹਾਨੂੰ ਪ੍ਰੋਵਾਈਡ ਕਰਵਾ ਰਹੀ ਹਾਂ, ਉਸ ਤੋਂ ਵੀ ਵੱਧ ਕੇ ਕਰਵਾ ਰਹੀ ਹਾਂ, ਸਿਲੇਬਸ ਤੋਂ ਬਾਹਰ ਵੀ ਕੁਝ ਲੈ ਰਹੀ ਹਾਂ ਤਾਂ ਜੋ ਸਿਲੇਬਸ ਦੇ ਵਿੱਚ ਪੇਪਰ ਆ ਤੁਹਾਡਾ ਕਿਸੇ ਵੀ ਤਰ੍ਹਾਂ ਦਾ ਜੇ ਤੁਸੀਂ ਉਹਨੂੰ ਆਸਾਨੀ ਦੇ ਨਾਲ ਅਟੈਂਪਟ ਕਰ ਸਕੋ, ਠੀਕ ਹੈ। ਤਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ। ਧੰਨਵਾਦ ਜੀ। ਥੈਂਕਸ ਫॉर ਵਾਚਿੰਗ।